ठीक है, मैं तुहानू स्टार्ट करवाउणा क्वेश्चन। ठीक है, देखो देखो राजे, ਇਹਨੇ ਸਾਥੋਂ ਪਹਿਲਾਂ ਤਾਂ ਕੁਐਸਚਨ ਦੇ ਵਿੱਚ ਇਹਨੂੰ ਟੈਕਲ ਕਿੱਦਾਂ ਕਰੀਦਾ, ਧਿਆਨ ਨਾਲ ਸੁਣਨਾ ਬੱਚੇ ਵੀ ਕੋਈ ਵੀ ਜੇ ਕੁਐਸਚਨ ਆਉਂਦਾ ਹੈਗਾ ਤਾਂ ਕੁਐਸਚਨ ਨੂੰ ਟੈਕਲ ਕਿੱਦਾਂ ਕਰੀਦਾ। ਤਾਂ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਦੇਖੀਦਾ ਹੁੰਦਾ ਹੈਗਾ ਕਿਸੇ ਇੱਕ ਮਿੰਟ ਕਿਸੇ ਵੀ ਕੁਐਸਚਨ ਦੇ ਵਿੱਚ ਨਾ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਦੇਖੀਦਾ ਹੁੰਦਾ ਹੈਗਾ ਵੀ ਇਸ ਕੁਐਸਚਨ ਦੇ ਵਿੱਚ ਕੁਛ ਜਿਹੜਾ ਹੈਗਾ ਦੇਖਣ ਨੂੰ ਡਿਫਰੈਂਟ ਜੀ ਚੀਜ਼ ਕੀ ਲੱਗ ਰਹੀ ਆ। ਕਿਸੇ ਵੀ ਬ੍ਰਾਂਚ ਦੇ ਵਿੱਚ ਕੋਈ ਇਹੋ ਜਿਹੀ ਬ੍ਰਾਂਚ ਹੈਗੀ ਆ ਜਿਹੜੀ ਬ੍ਰਾਂਚ ਦੇ ਵਿੱਚ ਜਿਹੜੀਆਂ ਇਹਨੇ ਵੈਲਿਊਜ਼ ਦਿੱਤੀਆਂ ਨੇਗੀਆਂ ਉਹ ਕੁਛ ਐਕਸਟਰਾ ਵੈਲਿਊਜ਼ ਦਿੱਤੀਆਂ ਹੋਣ ਆਮ ਨਾਲੋਂ। ਸਭ ਤੋਂ ਪਹਿਲਾਂ ਤਾਂ ਇਹ ਦੇਖੀਦਾ ਹੁੰਦਾ ਵੀ ਕੋਈ ਐਕਸਟਰਾ ਵੈਲਿਊ ਦਿੱਤੀ ਹੋਈ ਹੈਗੀ ਹੈ ਕਿ ਇੱਥੇ ਕੁਐਸਚਨ ਦੇ ਵਿੱਚ ਇਹ ਦੇਖਣਾ ਹੁੰਦਾ ਆਪਾਂ। ਇਹ ਪੂਰੇ ਕੁਐਸਚਨ ਦੇ ਵਿੱਚ ਰਾਜੇ ਜਿਹੜੀ 12 12 ਓਮ ਦਿੱਤਾ ਹੋਇਆ, 6 ਓਮ ਦਿੱਤਾ ਹੋਇਆ, 30 ਓਮ, 15 ਓਮ, 10 ਓਮ, 8 ਓਮ, ਇਹ ਹੈਗੀਆਂ ਨਾਰਮਲ ਚੀਜ਼ਾਂ। ਇੱਕ ਇਹਦੇ ਵਿੱਚ ਡਬਲ ਇੱਕ ਸਪੈਸ਼ਲ ਹੈਗਾ ਆ ਜਿਹੜਾ ਆਹ ਨਾ ਆਹ ਇਹ ਸਪੈਸ਼ਲ ਆ ਰਾਜੇ ਸਾਡੇ ਕੋਲੇ ਜਿਹੜਾ 6 ਓਮ ਦਿੱਤਾ ਹੋਇਆ। ਇਹ ਸਪੈਸ਼ਲ ਕਿਉਂ ਆ? ਕਿਉਂਕਿ ਨਾ ਸਿਰਫ ਇੱਥੇ ਸਾਨੂੰ ਰੈਜ਼ਿਸਟੈਂਸ ਦਿੱਤੀ ਹੈਗੀ ਬਟ ਇਹਦੇ ਨਾਲ ਨਾਲ ਇਹਨਾਂ ਨੇ ਕੀ ਦਿੱਤਾ ਸਾਨੂੰ ਵੋਲਟੇਜ ਦਿੱਤੀ ਰਾਜੇ। ਤਾਂ ਜੇ ਸਾਨੂੰ ਇਹਨਾਂ ਨੇ ਵੋਲਟੇਜ ਨਾਲ ਦਿੱਤੀ ਇਹਦਾ ਮਤਲਬ ਸਾਰਾ ਜਿਹੜਾ ਹਿੰਟ ਹੁੰਦਾ ਨਾ ਜਿਹੜਾ ਸਾਡਾ ਕੁਐਸਚਨ ਸਟਾਰਟ ਹੁੰਦਾ ਹੈਗਾ ਉਹ ਉੱਥੋਂ ਹੀ ਹੁੰਦਾ ਹੈਗਾ। ਤਾਂ ਇੱਥੋਂ ਜਿਹੜਾ ਕੀ ਹੈਗਾ ਤਾਂ ਜੇ ਕਿਸੇ ਇੱਕ ਰੈਜ਼ਿਸਟੈਂਸ ਦੇ ਅਕ੍ਰੋਸ ਸਾਨੂੰ ਰੈਜ਼ਿਸਟੈਂਸ ਵੀ ਪਤਾ ਤੇ ਸਾਨੂੰ ਇੱਕ ਹੋਰ ਕੀ ਪਤਾ ਹੈਗਾ ਵੋਲਟੇਜ ਪਤਾ ਹੈਗੀ ਤਾਂ ਉੱਥੋਂ ਸਾਡੇ ਕੋਲੇ ਕੀ ਨਿਕਲ ਸਕਦਾ ਹੈਗਾ ਕਰੰਟ ਨਿਕਲ ਸਕਦਾ ਹੈਗਾ ਜਿਹੜਾ ਕੀ ਹੁੰਦਾ V/R। ਤਾਂ ਵੋਲਟੇਜ 6 ਓਮ ਦੇ ਅਕ੍ਰੋਸ ਇਹ ਦੋ ਟਰਮੀਨਲ ਇਹ ਹੈਗਾ A ਟਰਮੀਨਲ ਇਹ ਹੈਗਾ B ਟਰਮੀਨਲ। ਤਾਂ A ਤੇ B ਟਰਮੀਨਲ ਦੇ ਅਕ੍ਰੋਸ ਸਾਡੇ ਕੋਲੇ ਟੋਟਲ ਜਿਹੜੀ ਵੋਲਟੇਜ ਹੈਗੀ ਉਹ ਹੈਗੀ ਆ 48 ਤੇ ਰੈਜ਼ਿਸਟੈਂਸ ਹੈਗੀ ਆ 6। ਤੇ ਜਦੋਂ ਆਪਾਂ ਇਹਨੂੰ ਕੱਟ ਦਾਂਗੇ ਤਾਂ ਸਾਡਾ ਇੱਥੋਂ ਕਿੰਨਾ ਆ ਜਾਊਗਾ 8 ਐਂਪੀਅਰ। ਠੀਕ ਹੈ ਜੀ। ਤਾਂ ਸਾਡੇ ਕੋਲੇ ਇੱਕ ਗੱਲ ਸਾਨੂੰ ਪਤਾ ਲੱਗ ਗਈ ਸਾਡੀ ਇਸ ਬ੍ਰਾਂਚ ਦੇ ਵਿੱਚ ਕਰੰਟ ਆ ਜਿਹੜਾ ਕਿ ਚੱਲਿਆ ਕਿੱਥੋਂ ਹੈਗਾ ਇੱਥੋਂ ਇਹ ਕਿੰਨਾ ਗਾ 8 ਐਂਪੀਅਰ ਹੈ ਜੀ। ਇਹ ਗੱਲ ਸਾਨੂੰ ਪਤਾ ਲੱਗ ਗਈ। ਹੁਣ ਇਸ ਵੋਲਟੇਜ ਦੀ ਹੈਲਪ ਨਾਲ ਹੀ ਕੁਝ ਹੋਰ ਹੋ ਸਕਦਾ, ਹੋਰ ਤਾਂ ਕੁਝ ਦਿੱਤਾ ਹੀ ਨਹੀਂ ਹੋਇਆ, ਇਕੱਲੀ ਰੈਜ਼ਿਸਟੈਂਸ ਨਾਲ ਤਾਂ ਕੁਝ ਹੋ ਹੀ ਨਹੀਂ ਸਕਦਾ। ਤਾਂ ਇਹੀ ਜਿਹੜੀ 48 ਵੋਲਟ ਆ ਜਿਹੜੀ 48 ਵੋਲਟ ਆ ਦੇਖੋ ਬੱਚੇ ਹੋਰ ਕਿੱਥੇ ਜੁੜੀ ਹੋਈ ਆ। ਇਹ ਦੇਖੋ ਜਿਹੜਾ ਆਹ ਟਰਮੀਨਲ ਹੈਗਾ ਇੱਧਰ ਵੀ ਤੇ ਜਿਹੜਾ ਆਹ ਟਰਮੀਨਲ ਹੈਗਾ ਇਹ ਪੂਰੇ ਦੀ ਪੂਰੀ ਜਿਹੜੀ ਆਹ ਲਾਈਨ ਹੈਗੀ ਇਹ ਇਕੱਠੀ ਆਪਣੇ ਆਪ ਦੇ ਵਿੱਚ ਇੱਕ ਸ਼ਾਰਟ ਆ ਨਾ ਇਹ। ਤਾਂ ਇਟ ਮੀਨਸ ਜਿਹੜਾ 12 ਓਮ ਹੈਗਾ 12 ਓਮ ਦੇ ਅਕ੍ਰੋਸ ਵੀ ਜਿਹੜੀ ਸਾਡੀ ਵੋਲਟੇਜ ਆ ਇੱਥੇ ਉਹ ਅਸੀਂ ਕਹਿ ਸਕਦੇ ਆਂਗੇ ਵੀ ਕਿੰਨੀ ਆ ਗਈ 48 ਵੋਲਟ ਆ ਰਾਜੇ। 48 ਵੋਲਟ ਇੱਥੇ ਹੀ 48 ਵੋਲਟ। ਤਾਂ ਜੇ ਇੱਥੇ ਹੀ 48 ਵੋਲਟ ਹੈਗਾ ਤਾਂ ਸਾਨੂੰ ਇੱਥੋਂ ਕੀ ਪਤਾ ਲੱਗਦਾ ਹੈਗਾ ਵੀ ਜਿਹੜੇ ਸਾਡੇ ਕੋਲੇ ਕਰੰਟ ਹੈਗਾ 48 ਦੇ ਕ੍ਰਾਸ ਉਹ V/R ਰੈਜ਼ਿਸਟੈਂਸ ਦੀ ਤਾਂ 12 ਦੀ 12 ਇੱਥੇ ਆ ਗਿਆ ਸਾਡਾ 4 ਐਂਪੀਅਰ ਕਰੰਟ। ਬੱਚੇ ਇਹ ਦੱਸੋ ਬੱਚੇ ਇਹ ਪਤਾ ਲੱਗਿਆ ਵੀ ਇੱਥੇ ਸਾਡਾ ਕਰੰਟ ਹੈਗਾ ਉਹ 4 ਐਂਪੀਅਰ ਕਿਵੇਂ ਆਇਆ? ਕਿਉਂਕਿ 6 ਓਮ ਤੇ ਤੁਹਾਡੀ ਜਿਹੜੀ ਹੈਗੀ ਇਹ ਆਪਸ ਵਿੱਚ ਓਕੇ ਜੀ ਪੈਰਲ ਦੇ ਵਿੱਚ ਹੋਣ ਕਰਕੇ ਦੋਨਾਂ ਦੇ ਵਿੱਚ ਜਿਹੜੀ ਵੋਲਟੇਜ ਸੀਗੀ ਉਹ ਸੇਮ ਸੀਗੀ। ਕਲੀਅਰ ਹੋ ਗਈ ਰਾਜੀ ਗੱਲ ਇਹ? ਤਾਂ ਜੇ ਕਰੰਟ ਇੱਧਰ 4 ਗਿਆ ਗਾ ਠੀਕ ਹੈ ਜੀ ਜੇ ਇੱਧਰ 4 ਗਿਆ ਗਾ ਤੇ ਉਧਰ ਗਿਆ 8 ਤਾਂ ਟੋਟਲ ਕਰੰਟ ਸਾਡਾ ਇੱਥੋਂ ਕਿੰਨਾ ਆਇਆ ਹੋਏਗਾ ਜਿਹੜਾ ਇੱਥੋਂ ਟੋਟਲ ਕਰੰਟ ਚੱਲਿਆ ਗਾ ਦੋਨਾਂ ਨੂੰ ਜੋੜ ਦਿਓ ਰਾਜੇ 12 ਐਂਪੀਅਰ ਜੀ। 12 ਐਂਪੀਅਰ ਆ ਗਿਆ ਜੀ। ਗੁੱਡ। ਹੁਣ ਦੇਖੋ ਇੱਥੇ ਤੱਕ ਤਾਂ ਹੈਗਾ ਇਹ ਤਾਂ ਹੈਗਾ ਸੀਗਾ ਇੱਥੇ ਤੱਕ VK ਮਹਿਤਾ ਦਾ ਕੁਐਸਚਨ। ਇਸ ਤੋਂ ਅਗਲਾ ਕੁਐਸਚਨ ਆ ਜਿਹੜਾ ਉਹ ਆਪਣਾ ਸਟਾਰਟ ਹੁੰਦਾ ਹੈਗਾ। ਆਪਾਂ ਇਹ ਚ ਕੀ ਪੁੱਛਿਆ ਆਪਾਂ ਇਹ ਨਹੀਂ ਪੁੱਛਿਆ ਵੀ ਕਰੰਟ ਕਿੰਨਾ ਇਹ ਤਾਂ ਪੁੱਛਿਆ ਸੀਗਾ ਨਾਲ ਇਹਦੇ ਪੁੱਛਿਆ ਹੈਗਾ ਵੀ ਇਸ ਪੂਰੇ ਸਰਕਟ ਦੇ ਵਿੱਚ ਕਿੰਨੀ ਵੋਲਟੇਜ ਹੋਏਗੀ ਆਪਾਂ ਇਹ ਪੁੱਛਿਆ ਹੈਗਾ। ਠੀਕ ਹੈ ਜੀ ਵੀ ਪੂਰੇ ਸਰਕਟ ਦੇ ਵਿੱਚ ਵੋਲਟੇਜ ਕੀ ਆ ਟੋਟਲ ਵੋਲਟੇਜ ਪੁੱਛੀ ਹੈਗੀ ਆਪਾਂ ਤਾਂ ਵੀ ਟੋਟਲ ਵੋਲਟੇਜ ਕਿੰਨੀ ਹੈਗੀ। ਟੋਟਲ ਵੋਲਟੇਜ ਕੱਢਣ ਦੇ ਦੋ ਤਰੀਕੇ ਨੇਗੇ ਜਾਂ ਤਾਂ ਟੋਟਲ ਕਰੰਟ ਜਿਹੜਾ ਹੁੰਦਾ ਹੈਗਾ ਇਹਨੂੰ ਗੁਣਾ ਕਰ ਦਿਓ ਟੋਟਲ ਰੈਜ਼ਿਸਟੈਂਸ ਦੇ ਨਾਲ ਤਾਂ ਤੁਹਾਨੂੰ ਜਿਹੜੀਆਂ ਹੈਗੀਆਂ ਨੇਗੀਆਂ 12 ਓਮ
6 ਓਮ 10 ਓਮ 15 ਓਮ ਤੇ 30 ਤੇ 8 ਇਹਨਾਂ ਸਾਰਿਆਂ ਨੂੰ ਆਪਸ ਵਿੱਚ ਸੋਲਵ ਕਰਨਾ ਪਊਗਾ। ਸੋਲਵ ਕਰਨ ਤੋਂ ਬਾਅਦ ਫਿਰ ਤੁਹਾਨੂੰ ਕਿਤੇ ਜਾ ਕੇ ਅੱਗੇ ਪਤਾ ਲੱਗੇਗਾ ਵੀ ਟੋਟਲ ਰੈਜ਼ਿਸਟੈਂਸ ਕਿੰਨੀ ਆਈ ਆ। ਉਹਨੂੰ ਕਰੰਟ ਨਾਲ 12 ਐਂਪੀਅਰ ਨਾਲ ਜਿਹੜਾ 12 ਹੈਗਾ ਉਹਦੇ ਨਾਲ ਮਲਟੀਪਲਾਈ ਕਰੋਗੇ, ਫਿਰ ਕਿਤੇ ਜਾ ਕੇ ਟੋਟਲ ਵੋਲਟੇਜ ਪਤਾ ਲੱਗੂਗੀ। ਓਕੇ ਜੀ। ਤਾਂ ਜੀ ਟੋਟਲ ਵੋਲਟੇਜ ਕੱਢਣੀ ਹੈ, ਸਾਨੂੰ ਕੀ ਪਤਾ ਹੋਣਾ ਚਾਹੀਦਾ? ਟੋਟਲ ਰੈਜ਼ਿਸਟੈਂਸ। ਤਾਂ ਟੋਟਲ ਰੈਜ਼ਿਸਟੈਂਸ ਕੱਢਣ ਵਾਸਤੇ ਸਾਨੂੰ ਪਤਾ ਹੈਗਾ ਵੀ 12 ਤੇ 6 ਆਪਸ ਚ ਕਿਵੇਂ ਨੇਗੇ ਇਹ ਪੈਰਲ ਜੀ। ਇਹਦੇ ਰਾਜੇ ਦੋ ਮੈਥਡ ਨੇਗੇ। ਪਹਿਲਾ ਮੈਥਡ ਆਪਾਂ ਡਿਸਕਸ ਕਰਨ ਲੱਗਿਆ, ਮੈਂ ਤੁਹਾਨੂੰ ਦੋਵੇਂ ਮੈਥਡ ਕਰਵਾਉਂਗਾ। ਪਹਿਲਾ ਮੈਥਡ ਹੈਗਾ ਜਿਹੜਾ ਉਹ ਕੀ ਹੈਗਾ ਵੀ 12 ਤੇ 6 ਆਪਸ ਚ ਪੈਰਲਲ ਲਾਂਗੇ। ਤਾਂ ਪੈਰਲਲ ਦੀ ਆਪਾਂ ਕਿਵੇਂ ਗੁਣਾ ਕਰਦੇ ਹੁੰਦੇ, ਕਿਵੇਂ ਕੱਢਦੇ ਹੁੰਦੇ? 12 ਗੁਣਾ 6 12 ਪਲੱਸ 6 ਇਹ ਫਾਰਮੂਲਾ ਹੁੰਦਾ ਨਾ R1 ਮਲਟੀਪਲਾਈ ਬਾਈ R2 R1 ਪਲੱਸ R2। ਠੀਕ ਹੈ ਜੀ। ਤੇ ਉਸ ਤੋਂ ਬਾਅਦ ਸਾਡੇ ਕੋਲ ਜੀ ਆ ਗਿਆ 72 ਡਿਵਾਈਡ ਬਾਈ 18 8 ਚੌਕਾ 32 18 ਇਹ ਆਪਣਾ ਆ ਗਿਆ 4। ਸਾਡੇ ਕੋਲੇ ਆ 12 ਤੇ 6 ਨੂੰ ਸੋਲਵ ਕਰਕੇ ਸਾਡੇ ਕੋਲੇ ਕਿੰਨਾ ਆ ਗਿਆ? ਆਪਾਂ ਇੱਥੇ ਨਾਲ ਦੀ ਨਾਲ ਇਹਦੀ ਇੱਕ ਡਾਇਗਰਾਮ ਬਣਾਈ ਜਾਂਦੇ ਆ ਹੇਠ। ਸਾਡੇ ਕੋਲ ਇਹਨਾਂ ਨੂੰ ਸੋਲਵ ਕਰਕੇ ਇੱਥੇ ਸਾਡੇ ਕੋਲ ਇੱਕੋ ਰੈਜ਼ਿਸਟੈਂਸ ਬਣ ਗਈ ਕਿੰਨੇ ਦੀ? 4 ਓਮ। 4 ਓਮ ਦੀ। ਠੀਕ ਹੈ ਜੀ। ਇਸ ਤੋਂ ਬਾਅਦ ਦੇਖੋ 1 ਮਿੰਟ ਵਿੱਚ ਇਹ ਬਣ ਗਈ ਸਾਡੀ 4 ਓਮ ਦੀ। ਇਸ ਤੋਂ ਬਾਅਦ ਸਾਡੇ ਕੋਲ ਆ ਤਿੰਨ ਰੈਜ਼ਿਸਟੈਂਸ ਨੇ 30 ਓਮ 15 ਓਮ ਤੇ 10 ਓਮ। ਇਹ ਦੇਖੋ ਰਾਜੇ 2 ਦਾ ਤੁਸੀਂ ਕੱਢਣਾ ਸਿੱਖਿਆ ਹੋਇਆ ਨਾ, 2 ਨੂੰ ਪੈਰਲਲ ਚ ਕਿਵੇਂ ਸੋਲਵ ਕਰਦੇ ਆ। ਜੇ 3 ਨੂੰ ਪੈਰਲਲ ਚ ਸੋਲਵ ਕਰਨਾ ਹੋਵੇ ਉਹਦਾ ਤਰੀਕਾ ਦੇਖੋ ਕੀ ਹੁੰਦਾ ਵੀ 1 ਅਪੋਨ ਜਿਹੜਾ RT ਹੁੰਦਾਗਾ that is equal to 1 upon R1 plus 1 upon R2 plus 1 upon R3। ਤਾਂ ਰਾਜੇ ਇੱਥੇ ਆਏਗਾ 1 upon 30 plus 1 upon 15 plus 1 upon 10। ਹੁਣ ਜਿਹਨੂੰ ਸੋਲਵ ਕਰਾਂਗੇ ਤਿੰਨਾਂ ਦਾ ਲਵਾਂਗੇ ਐਲਸੀਅਮ, ਜਾਂ ਇੱਕ ਕੰਮ ਕਰਿਆ ਕਰੋ ਤੁਸੀਂ ਐਲਸੀਅਮ ਨਾਲ ਜਿਹੜਾ ਸਭ ਤੋਂ ਵੱਡੀ ਰਕਮ ਆ ਉਹ ਲੈ ਕੇ ਦੇਖ ਲਿਆ ਕਰੋ। ਉਹ ਜੇ ਉਹ ਸਾਰਿਆਂ ਤੇ ਜਾਂਦੀ ਆ ਤਾਂ ਆਪਾਂ ਇਹਨੂੰ 30 ਦਾ ਐਲਸੀਅਮ ਲੈ ਸਕਦੇ ਹਾਂ। ਤਾਂ ਇਹ 30 ਨੂੰ ਪਹਿਲਾਂ ਇਸ 30 ਨਾਲ ਡਿਵਾਈਡ ਕਰਾਂਗੇ, ਆਪਣਾ ਆਜੂ 1। ਇਸ 1 ਨੂੰ ਉੱਪਰ ਮਲਟੀਪਲਾਈ ਕਰਾਂਗੇ, ਆ ਗਿਆ 1 ਪਲੱਸ 2 ਪਲੱਸ 3। ਵੈਰੀ ਗੁੱਡ। ਤਾਂ ਸਾਡੇ ਕੋਲੇ ਆ ਗਿਆ ਇਹ 3 + 2 5 ਤੇ 6 ਬਟੇ 30। ਇਹ 6 ਬਟੇ 30 ਵੈਲਿਊ ਕਾਹਦੀ ਹੈ ਰਾਜੇ? 1 upon RT ਦੀ। ਹਾਂ, ਆਪਾਂ ਨੂੰ ਕੀ ਚਾਹੀਦਾ? ਟੋਟਲ ਰੈਜ਼ਿਸਟੈਂਸ RT। ਸਾਨੂੰ ਤਾਂ RT ਚਾਹੀਦਾ ਨਾ। ਤਾਂ RT ਕੱਢਣ ਵਾਸਤੇ ਆਪਾਂ ਨੂੰ ਇਹਨੂੰ ਪੁੱਠਾ ਕਰਨਾ ਪਏਗਾ। ਇਹਨੂੰ ਵੀ ਪੁੱਠਾ ਕਰੋ, ਇਹਨੂੰ ਪੁੱਠਾ ਕਰੋ। ਤਾਂ ਉਸ ਵਾਟ ਆਏਗਾ 30/6। ਤਾਂ ਸਾਡਾ ਇੱਥੋਂ ਰੈਜ਼ਿਸਟੈਂਸ ਆ ਗਈ 5। ਇਹਦਾ ਮਤਲਬ ਜਿਹੜੀਆਂ ਸਾਡੀਆਂ ਆਹ ਤਿੰਨ ਰੈਜ਼ਿਸਟੈਂਸ ਆਹ ਜਿਹੜੀਆਂ ਪੈਰਲਲ ਚ ਲੱਗੀਆਂ ਸੀਗੀਆਂ, ਇਹਦਾ ਜਿਹੜੀ ਟੋਟਲ ਰੈਜ਼ਿਸਟੈਂਸ ਆਈ ਆ ਉਹ ਕਿੰਨੀ ਆਈ ਹੈਗੀ? 5। ਇਸ ਤੋਂ ਬਾਅਦ ਕਿੰਨੀ ਰੈਜ਼ਿਸਟੈਂਸ ਆ ਗਈ? 8 ਓਮ। ਠੀਕ ਹੈ ਜੀ। ਹੁਣ ਤੁਹਾਡੀ ਮਰਜ਼ੀ ਹੈਗੀ, ਹੁਣ ਤੁਹਾਡੀ ਮਰਜ਼ੀ ਆ ਇਸ ਕੁਐਸਚਨ ਨੂੰ ਕਿਵੇਂ ਸੋਲਵ ਕਰਨਾ। ਪਹਿਲਾ ਜਿਹੜਾ ਮੈਥਡ ਅਸੀਂ ਸੋਲਵ ਕਰ ਰਹੇ ਹਾਂ ਉਹ ਹੈਗੇ ਟੋਟਲ ਰੈਜ਼ਿਸਟੈਂਸ ਕੱਢ ਕੇ ਮਲਟੀਪਲਾਈ ਕਰ ਰਹੇ ਹਾਂ। ਤਾਂ ਟੋਟਲ ਰੈਜ਼ਿਸਟੈਂਸ ਸਾਡੀ ਕਿੰਨੀ ਆ ਗਈ? ਸਾਰਿਆਂ ਨੂੰ ਆਪਸ ਚ ਜੋੜ ਦੋ ਰਾਜੇ। 8 + 5 + 4 12 + 17 ਹਨਾ ਬੱਚੇ। 17 ਨੂੰ ਗੁਣਾ ਕਰਾਂਗੇ, 17 ਸਾਡੀ ਰੈਜ਼ਿਸਟੈਂਸ ਹੈਗੀ, ਗੁਣਾ ਕਰੰਟ ਸਾਡਾ ਕਿੰਨਾ ਹੈਗਾ? 12। ਤਾਂ ਦੇਖੋ ਰਾਜੇ ਕਰਕੇ ਇਹਨੂੰ ਕਿੰਨਾ ਆਉਂਦਾ ਹੈਗਾ? 34। ਜੇ 10 ਨਾਲ ਕਰਦੇ 170 ਤੇ ਜਿਹੜਾ 34 ਹੈਗਾ ਸਾਡਾ ਉਹ ਆ ਗਿਆ 204। ਹਾਂਜੀ। ਸਾਡੇ ਕੋਲੇ ਜਿਹੜੀ ਟੋਟਲ ਵੋਲਟੇਜ ਹੈ 204 ਵੋਲਟ ਆ ਗਈ। ਇਸ ਸਰਕਟ ਦੀ ਟੋਟਲ ਵੋਲਟੇਜ ਹੈ ਜਿਹੜੀ ਸਾਡੀ ਉਹ ਕਿੰਨੀ ਆਈ ਹੈਗੀ? 204। ਇਹ ਪਤਾ ਲੱਗ ਗਿਆ? ਹਾਂਜੀ। ਜੇ ਕਿਸੇ ਨੂੰ ਨਹੀਂ ਪਤਾ ਲੱਗਿਆ ਤਾਂ ਪੁੱਛ ਲਓ, ਨਹੀਂ ਉਤਾਰ ਲਓ। ਇਹਨੂੰ ਕੋਈ ਚੀਜ਼ ਨਹੀਂ ਪਤਾ ਲੱਗੀ ਬੱਚੇ ਅਨਮਿਊਟ ਕਰਕੇ ਪੁੱਛ ਲਓ। ਲਓ ਇੱਕ ਚੀਜ਼ ਹੋਰ, ਹੁਣ ਆਪਾਂ ਵਧਣਾਗਾ ਸੈਕਿੰਡ ਮੈਥਡ ਵੱਲ। ਸੈਕਿੰਡ ਮੈਥਡ ਵੱਲ ਵਧਣਾਗਾ। ਸੈਕਿੰਡ ਮੈਥਡ ਕੀ ਹੈਗਾ? ਜਦੋਂ ਅਸੀਂ ਆਹ ਡਾਇਗਰਾਮ ਬਣਾ ਲਈ ਸੀ ਆਹ, ਹੈਨਾ, ਤਾਂ ਮੈਨੂੰ ਦੱਸ ਸਕਦੇ ਹੋ ਬੱਚੇ ਆਪਾਂ ਆਹ ਡਾਇਗਰਾਮ ਦੀ ਗੱਲ ਕਰਦੇ ਸਰ ਵਿਪੁਲ ਭਾਜੀ ਤੁਸੀਂ ਆਪਣੀ ਵੀਡੀਓ ਆਫ ਕਰ ਦਿਓ ਪਲੀਜ਼। ਵੀਡੀਓ ਮਿਊਟ ਕਰ ਲਓ ਆਪਣੀ ਤੁਸੀਂ।
ਸਾਹਮਣੇ ਆ ਰਿਹਾ, ਸਾਰਿਆਂ ਸਾਹਮਣੇ ਆ ਰਹੀ ਹੈਗੀ। ਹਾਂ ਸਾਰੇ ਉਹ ਸਾਹਮਣੇ ਆ ਰਿਹਾ ਜੀ, ਉੱਪਰ ਡਿਸਟਰਬੈਂਸ ਹੋ ਰਹੀ ਹੈ। ਉਹ ਵਿਪੁਲ ਕਿਉਂ ਜੀ ਸਾਹਮਣੇ ਆ ਰਹੀ ਇਹ ਹੈ ਸਾਰਿਆਂ ਦੇ ਜੀ ਸਕਰੀਨ? ਇਹ ਸਕਰੀਨ ਦਿਖ ਰਹੀ ਵੈਸੇ ਤਾਂ ਠੀਕ ਹੈ ਜੀ। ਸਕਰੀਨ ਦਿਖ ਰਹੀ ਸੀ ਉਹਨਾਂ ਦੀ? ਨਹੀਂ ਸਰ, ਤੁਹਾਡੀ ਦਿਖ ਰਹੀ ਸੀ, ਉਹ ਤਾਂ ਸਾਈਡ 'ਚ ਦਿਖ ਰਿਹਾ ਸੀ। ਅੱਛਾ ਅੱਛਾ, ਉਹ ਸਾਈਡ ਤੇ ਜਿਹੜੀ ਉਹ ਛੋਟੀ ਜਿਹੀ ਵਿੰਡੋ ਆਉਂਦੀ ਹੁੰਦੀ ਆ ਉਹ ਦਿਖ ਰਹੀ ਹੋਵੇਗੀ, ਹੈਨਾ? ਹਾਂਜੀ ਹਾਂਜੀ ਸਰ। ਹਾਂਜੀ ਸਰ, ਉਹਦੇ ਨਾਲ ਵੀ ਡਿਸਟਰਬੈਂਸ ਹੁੰਦੀ ਹੈ ਠੀਕ ਹੈ, ਜੀ। ਠੀਕ, ਹੁਣ ਠੀਕ ਹੈ ਸਰ? ਬਿਲਕੁਲ ਹੁੰਦੀ ਹੈ ਜੀ। ਸਾਡਾ ਜਿਹੜਾ ਦਿਮਾਗ ਹੈਗਾ ਉਹ ਹਮੇਸ਼ਾ ਸ਼ਕਲ ਦੇਖਣੀ ਵੱਧ ਪਸੰਦ ਕਰਦਾ ਹੈਗਾ ਐਜ਼ ਕੰਪੇਅਰ ਟੂ ਪੜ੍ਹਾਈ ਦੇ। ਹਾਂਜੀ ਇਸ 'ਚ ਕੋਈ ਸ਼ੱਕ ਨਹੀਂ ਹੈਗਾ, ਠੀਕ ਹੈ, ਨਹੀਂ ਕੋਈ ਦਿੱਕਤ ਨਹੀਂ ਹੈਗੀ। ਪੜ੍ਹਾਈ ਇੱਕ ਇਹੀ ਚੀਜ਼ ਹੈ ਜਿਹਨੂੰ ਕੰਸਨਟਰੇਟ ਕਰਨ ਲਈ ਪੂਰੀ ਦੁਨੀਆ ਦੀ ਤਾਕਤ ਚਾਹੀਦੀ ਹੈਗੀ। ਚਲੋ ਇਸ ਤੋਂ ਬਾਅਦ ਦੇਖੋ ਬੱਚੇ, ਇੱਕ ਚੀਜ਼ ਦੇਖੋ ਬੱਚੇ, ਜੇ ਆਪਾਂ ਕਹੀਏ ਵੀ ਜਿਹੜਾ ਇਹ 4 ਓਮ ਹੈਗਾ, ਹਨਾ, ਇਹ 4 ਓਮ ਕਿਵੇਂ ਬਣਿਆ ਸੀਗਾ? ਮੈਂ ਦੁਬਾਰੇ ਉਸ ਫਿਗਰ ਤੇ ਜਾਣ ਲੱਗਿਆ ਹੈਗਾ। ਇਹ 4 ਓਮ ਕਿਵੇਂ ਬਣਿਆ ਸੀ ਰਾਜੇ? ਇਸ 12 ਨੂੰ ਤੇ ਇਸ 6 ਨੂੰ ਜੋੜ ਕੇ। ਯੈਸ ਸਰ। ਹਾਂਜੀ। ਇੱਕ ਮਿੰਟ ਹੋਲਡ ਰੱਖੋ, ਮੈਂ ਹੋ ਸਕਦਾ ਮੈਂ ਪੂਰੀ ਡਾਇਗਰਾਮ ਇੱਕ ਵਾਰੀ ਮੈਂ ਚੱਕ ਕੇ ਦੇਖ ਲਾਂ, ਜੇ ਇਹ ਵੀ ਚੱਕੀ ਜਾਵੇ ਤਾਂ ਵਧੀਆ ਗੱਲ ਆ, ਮੈਨੂੰ ਅਲੱਗ ਲਿਖ ਲੈਣਾ ਹੇਠਾਂ। ਲਓ ਰਾਜੇ ਦੇਖੋ, ਦੇਖੋ ਬੱਚੇ, ਜਿਹੜਾ ਇਹ 4 ਬਣਿਆ ਸੀਗਾ ਸਾਡਾ, ਜਿਹੜਾ ਇਹ 4 ਓਮ ਬਣਿਆ ਸੀਗਾ, ਹਨਾ, ਜਿਹੜਾ ਇਹ 4 ਓਮ ਬਣਿਆ ਸੀਗਾ, ਇਹ ਕਿਵੇਂ ਬਣਿਆ ਸੀਗਾ ਰਾਜੇ? ਇਹ 12 ਤੇ 6 ਨੂੰ ਜੋੜ ਕੇ, ਹਨਾ, 12 ਤੇ 6 ਨੂੰ ਪੈਰਲਲ ਚ ਸੋਲਵ ਕਰਕੇ। ਹਾਂਜੀ। ਇੱਥੇ ਕਰੰਟ ਕਿੰਨਾ ਗਾ ਮੈਨੂੰ ਦੱਸ ਸਕਦੇ ਹੋ ਬੱਚੇ? ਇੱਥੇ ਕਰੰਟ 4 ਓਮ ਦੇ ਕ੍ਰਾਸ ਕਰੰਟ ਕਿੰਨਾ ਗਾ? 12। ਵੈਰੀ ਗੁੱਡ, ਹਨਾ, ਕਿਉਂਕਿ ਦੋਨਾਂ ਨੂੰ ਜੋੜਤਾ ਤਾਂ ਦੋਨਾਂ ਦਾ ਕਰੰਟ ਜੁੜੂਗਾ ਰਾਜੇ। ਇੱਥੇ ਜਿਹੜਾ ਕਰੰਟ ਆ ਉਹ ਹੈਗਾ ਗਾ 12 ਫੇਰ। ਹੁਣ ਉਸ ਤੋਂ ਬਾਅਦ 30 ਨੂੰ 15 ਨੂੰ ਤੇ 10 ਨੂੰ ਜੋੜਿਆ ਸੀਗਾ, ਜਿਹੜਾ ਅਗਲਾ ਨੈਕਸਟ ਉਹਦੇ ਹੇਠਾਂ ਲੱਗਿਆ ਹੋਇਆ ਹੈਗਾ, ਹਨਾ। ਤਾਂ ਇਹ ਜਦੋਂ ਜੋੜ ਕੇ ਇਹਨਾਂ ਨੂੰ ਕੀ ਬਣਿਆ ਸੀ? 5। ਤਾਂ ਇੱਥੇ ਵੀ ਕਰੰਟ ਕਿੰਨਾ ਸਾਡਾ? 12 ਐਂਪੀਅਰ। ਜੇ ਆਪਾਂ ਵੱਡੀ ਡਾਇਗਰਾਮ ਇੱਧਰ ਸੱਜੇ ਪਾਸੇ ਵੱਡੀ ਡਾਇਗਰਾਮ ਦੇ ਵਿੱਚ ਦੇਖੋ ਵੀ ਉੱਪਰਲੇ ਪਾਸੇ ਇੱਥੋਂ ਰਾਜੇ ਉਤਰਿਆ ਸੀਗਾ 4, ਇੱਧਰੋਂ ਸੀਗਾ ਸਾਡਾ 8 ਐਂਪੀਅਰ ਹੀ। ਤਾਂ ਜਦੋਂ ਇਹ 8 ਤੇ 4 12 ਸੀਗੇ, 12 ਆਪਸ 'ਚ ਇਹਦੇ ਵਿੱਚ ਵੰਡਿਆ ਜਾਵੇਗਾ 3 ਹਿੱਸਿਆਂ 'ਚ, ਪਰ ਕੁੱਲ 12 ਹੀ ਹੋਵੇਗਾ ਤੇ ਲਾਸਟ 'ਚ ਇੱਥੇ 12 ਹੀ ਨਿਕਲੇਗਾ, ਹਨਾ? ਹਾਂਜੀ। ਓਕੇ ਬੱਚੇ, ਤਾਂ ਜਿਹੜਾ ਆਹ 5 ਪਿਆ ਇੱਥੇ ਹੀ 12 ਗਾ, ਤੇ ਜਿਹੜੀ ਇਹ 8 ਓਮ ਆ ਗਈ, ਜਿਹੜੀ ਆਹ ਸੀਗੀ ਸਾਡੀ, ਇੱਥੇ ਵੀ ਤਾਂ 12 ਐਂਪੀਅਰ ਹੀ ਆਇਆ ਸੀਗਾ, ਇੱਥੇ 12 ਆ। ਇਹਦਾ ਮਤਲਬ ਜੇ ਅਸੀਂ ਸੋਲਵ ਜਿਹੜਾ ਅਸੀਂ ਕੀਤਾ ਗਾ, ਇਹ ਪੂਰੇ ਦਾ ਪੂਰਾ ਇੱਕ ਸੀਰੀਜ਼ ਸਰਕਟ ਨਹੀਂ ਬਣ ਗਿਆ? ਵੋਲਟੇਜ ਡ੍ਰੌਪ ਕਰਨਾ। ਵੈਰੀ ਗੁੱਡ। ਤਾਂ ਸੀਰੀਜ਼ ਸਰਕਟ ਦੇ ਵਿੱਚ ਜਿਹੜੇ ਵੋਲਟੇਜ ਡ੍ਰੌਪ ਹੁੰਦੇ ਹੈਗੇ ਉਹ ਕੀ ਹੁੰਦੇ ਆ? ਐਡ ਹੁੰਦੇ ਆ ਜਾਂ ਸੇਮ ਰਹਿੰਦਾ ਹੁੰਦਾ? ਕੀ ਹੁੰਦਾ? ਐਡ ਹੁੰਦੇ ਜੀ। ਵੋਲਟੇਜ ਡ੍ਰੌਪ ਜਿਹੜੇ ਹੁੰਦੇ ਆ ਬੱਚੇ ਉਹ ਐਡ ਹੁੰਦੇ ਹੈਗੇ, ਤੇ ਜਿਹੜਾ ਕਰੰਟ ਹੁੰਦਾਗਾ ਉਹ ਕੀ ਰਹਿੰਦਾ ਹੁੰਦਾਗਾ? ਸੇਮ। ਵੈਰੀ ਗੁੱਡ। ਤਾਂ ਆਪਾਂ ਇਹਦੇ ਵੋਲਟੇਜ ਡ੍ਰੌਪਸ ਜਿਹੜੇ ਅਸੀਂ ਕੱਢੇ ਹੈਗੇ, ਇਹਨਾਂ ਨੂੰ ਅਸੀਂ ਐਡ ਕਰਨ ਲੱਗੇ ਹੈਗੇ। ਉਹ ਵੋਲਟੇਜ ਡ੍ਰੌਪ ਦੇਖੋ ਰਾਜੇ ਕੀ ਕੀ ਨਿਕਲੇ ਹੈਗੇ ਸਾਡੇ। ਸਾਨੂੰ ਪਤਾ ਸਾਰਿਆਂ ਦੇ ਕ੍ਰਾਸ ਕਰੰਟ ਕਿੰਨਾ ਗਾ? 12 ਗਾ। ਤਾਂ ਸਭ ਤੋਂ ਪਹਿਲਾਂ ਤਾਂ ਅਸੀਂ ਵੋਲਟੇਜ ਜਿਹੜਾ ਡ੍ਰੌਪ ਕੱਢਾਂਗੇ ਉਹ ਪਹਿਲੇ ਦੇ ਕ੍ਰਾਸ ਕੱਢਾਂਗੇ ਇੱਥੇ। ਇੱਥੇ ਦਿੱਤਾ ਹੀ ਹੋਇਆ ਹੈਗਾ, 12 ਨੂੰ 4 ਨਾਲ ਕੀਤਾ 48 ਵੋਲਟ ਆ ਜੀ। 12 ਨੂੰ 5 ਨਾਲ ਕਰਾਂਗੇ ਕਿੰਨਾ ਗਾ? 60 ਜੀ। 60 ਵੋਲਟ। ਗੁੱਡ ਬੱਚੇ। 12 ਨੂੰ 8 ਨਾਲ ਕਰਾਂਗੇ ਕਿੰਨਾ ਗਾ? 96। 96। ਗੁੱਡ। ਤਾਂ ਹੁਣ ਜੇ ਆਪਾਂ ਤਿੰਨਾਂ ਨੂੰ ਸੀਰੀ ਦੇ ਵਿੱਚ ਜੇ ਜੋੜ ਦਈਏ ਕਿੰਨਾ ਆ ਗਿਆ ਬੱਚੇ? 48 ਪਲੱਸ 60 ਪਲੱਸ 96 ਜੋੜ ਕੇ 204 ਆ ਗਏ। 204 ਆ ਗਿਆ ਜੀ। ਇਹ ਸੈਕਿੰਡ ਮੈਥਡ ਸੀਗਾ। ਤੁਹਾਨੂੰ ਕਿਹੜਾ ਮੈਥਡ ਸਹੀ ਲੱਗਦਾ? ਇਹ ਤੁਹਾਡੇ ਤੇ ਹੈਗਾ। ਆਹੀ ਯੂਜ਼ ਕੀਤਾ ਸੀ ਮੈਂ। ਗੁੱਡ ਬੱਚੇ, ਅੱਛੀ ਗੱਲ ਹੈਗੀ। ਦੇਖ ਲਓ ਜੀ ਇਹਦੇ ਵਿੱਚ ਕੁਝ ਪੁੱਛਣਾਗਾ। ਓਕੇ ਸਰ। ਗੁੱਡ। ਚਲੋ ਜੀ ਅੱਗੇ ਚੱਲਦੇ ਹੈਗੇ, ਨੈਕਸਟ ਕੁਐਸਚਨ ਦੇਖਦੇ ਹਾਂ। ਆਹ ਕੁਐਸਚਨ ਦੇਖੋ ਰਾਜੀ, ਇਹਦੇ ਵਿੱਚ ਵੀ ਕਨਸੈਪਟ ਕਰਵਾਉਣ ਵਾਲਾ ਗਾ। ਇਹ ਕੁਐਸਚਨ ਪੜ੍ਹੋ, ਤੇਰਾ ਜਵਾਬ ਦਿਓ ਮੈਨੂੰ। ਕਹਿਣਾ ਕੀ ਚਾਹੁੰਦਾ ਸਿਰਫ ਇਹ ਦੱਸੋ ਉੱਥੇ। ਇਹ ਕਹਿੰਦਾ 50 ਡੀ ਆਪਸ਼ਨ ਹੈ। ਇੱਕ ਰੈਜ਼ਿਸਟੈਂਸ ਦੀ ਵੈਲਿਊ ਕਿੰਨੀ ਹੈਗੀ ਸਾਡੀ? 1/4 ਓਮ। ਇਹਨਾਂ ਨੂੰ ਆਪਾਂ ਕਿਸ ਤਰੀਕੇ ਨਾਲ ਜੋੜੀਏ ਵੀ ਜਿਹੜੀ ਸਾਡੀ ਘੱਟ ਤੋਂ ਘੱਟ ਆਵੇ ਰੈਜ਼ਿਸਟੈਂਸ? ਪੈਰਲਲ ਚ। ਦੇਖੋ ਬੱਚੇ ਆਪਾਂ ਕਰਕੇ ਦੇਖਦੇ ਹਾਂ।
ਵੀ ਮੰਨ ਲਓ ਕਈ ਵਾਰੀ ਸਾਡੇ ਦਿਮਾਗ 'ਚ ਜੇ ਉੱਥੇ ਕਿੰਨੇ ਕੋਈ ਕੰਸੈਪਟ ਨਹੀਂ ਹੈਗਾ ਨਾ ਤਾਂ ਉਹਦਾ ਇੱਕੋ ਹੀ ਤਰੀਕਾ ਹੁੰਦਾ, ਆਪਦੇ ਕੋਲੋਂ ਮੰਨ ਕੇ ਇੱਕ ਆਨਸਰ ਕੱਢ ਲਿਆ ਕਰੋ। ਵੀ ਮੰਨ ਲਓ ਕੀ ਮੰਨ ਲਓ ਵੀ ਤੁਹਾਡੇ ਕੋਲੇ 2 ਓਮ ਦੀਆਂ ਕੁਝ ਰੈਜ਼ਿਸਟੈਂਸਿਸ ਨੇਗੀਆਂ। ਜੇ ਉਹਨਾਂ ਨੂੰ ਰਾਜੀ ਜਾਂ ਤਾਂ ਦੋ ਹੀ ਤਰ੍ਹਾਂ ਦੇ ਕਨੈਕਸ਼ਨ ਨੇ, ਜਾਂ ਤਾਂ ਕਨੈਕਸ਼ਨ ਹੁੰਦੇ ਆ ਸਾਡੇ ਸੀਰੀਜ਼ ਦੇ, ਜਾਂ ਪੈਰਲਲ। ਜਾਂ ਹੁੰਦੇ ਹੈਗੇ ਬੱਚੇ ਪੈਰਲਲ। ਹਾਂਜੀ ਤਾਂ ਦੋਨੇ ਲਗਾ ਕੇ ਦੇਖ ਲਓ, ਜੇ ਸੀਰੀਜ਼ ਦੇ ਵਿੱਚ ਆਪਾਂ 2 ਤੇ 2 ਨੂੰ ਲਗਾਵਾਂਗੇ ਤਾਂ ਸਾਡਾ ਆਨਸਰ ਕਿੰਨਾ ਬਣਦਾ 4। 4 ਹੀ। ਤੇ ਜੇ ਪੈਰਲਲ ਦੇ ਵਿੱਚ 2 ਤੇ 2 ਨੂੰ ਲਗਾਵਾਂਗੇ ਤਾਂ ਸਾਡਾ ਆਨਸਰ ਕਿੰਨਾ ਬਣਦਾ ਹੈਗਾ 1। ਤਾਂ ਅਸੀਂ ਦੇਖਿਆ ਵੀ ਜਦੋਂ ਅਸੀਂ ਪੈਰਲਲ ਦੇ ਵਿੱਚ ਜੋੜਦੇ ਆ ਉਦੋਂ ਸਾਡੀ ਜਿਹੜੀ ਟੋਟਲ ਰੈਜ਼ਿਸਟੈਂਸ ਆ ਗਈ ਉਹ ਘੱਟ ਬਣਦੀ ਹੈਗੀ, ਹਨਾ। ਯੈਸ ਸਰ। ਤਾਂ ਇਹ ਗੱਲ ਤਾਂ ਪੱਕੀ ਹੈ। ਜੇ ਉਹਨੇ ਘੱਟ ਰੈਜ਼ਿਸਟੈਂਸ ਬਾਰੇ ਪੁੱਛਿਆ ਹੈਗਾ ਤਾਂ 50 ਦੀਆਂ 50 ਰੈਜ਼ਿਸਟੈਂਸਾਂ ਨੂੰ ਅਸੀਂ ਪੈਰਲਲ ਦੇ ਵਿੱਚ ਜੋੜਾਂਗੇ। ਤਾਂ ਜੀ ਇੱਕ ਦੀ ਜਿਹੜੀ ਰੈਜ਼ਿਸਟੈਂਸ ਹੈਗੀ ਉਹ ਇਹ ਹੈਗੀ ਤਾਂ 50 ਦੀ ਕਿੰਨੀ ਹੋਏਗੀ, ਹਨਾ। ਇੱਕ ਤੁਹਾਨੂੰ ਪਹਿਲਾਂ ਮੈਥਡ ਦੱਸਿਆ ਹੋਇਆਗਾ ਵੀ ਜੇ ਤੁਹਾਡੇ ਕੋਲੇ ਕੋਈ ਇੱਕ ਰੈਜ਼ਿਸਟੈਂਸ ਆ ਜਿਹੜੀ ਉਹਦੀ ਵੈਲਿਊ R ਹੋਵੇ ਤੇ ਨੰਬਰ ਆਫ ਰੈਜ਼ਿਸਟੈਂਸਿਸ ਲੱਗਿਆ ਹੋਣ ਏਦਾਂ ਪਤਾ ਹੀ ਨਹੀਂ ਕਿੰਨੀ ਆ, ਹਨਾ ਏਦਾਂ। ਤਾਂ ਜਿਹੜੀ ਟੋਟਲ ਪੈਰਲਲ ਦੇ ਵਿੱਚ ਰੈਜ਼ਿਸਟੈਂਸ ਆਉਂਦੀ ਹੁੰਦੀ ਆ ਉਹ ਹੁੰਦੀ ਆ R ਡਿਵਾਈਡ ਬਾਏ ਟੋਟਲ ਨੰਬਰ ਆਫ ਰੋਜ਼। ਠੀਕ ਹੈ। ਐਮ ਟੋਟਲ ਨੰਬਰ ਆਫ ਰੋਜ਼ ਕਿੰਨੀਆਂ ਹੋਣਗੀਆਂ ਪੈਰਲਲ ਦੇ ਵਿੱਚ। ਜਿਵੇਂ ਇੱਥੇ ਜੇ 3 ਸੀਗੀਆਂ ਤਾਂ R/3, ਜੇ ਇੱਥੇ 4 ਸੀਗੀਆਂ ਤਾਂ R/4। ਠੀਕ ਹੈ ਬੱਚੇ, ਇਹ ਤਾਂ ਸੀਗਾ ਕੰਸੈਪਟ। ਤੇ ਜੇ ਹੁਣ ਆਪਾਂ ਦੇਖੀਏ ਵੀ ਸਾਨੂੰ ਜਿਹੜੀ ਇੱਕ ਰੈਜ਼ਿਸਟੈਂਸ ਦੀ ਵੈਲਿਊ ਆ ਗਈ ਉਹ ਕਿੰਨੀ ਦਿੱਤੀ ਹੋਈ ਹੈਗੀ ਸਾਨੂੰ 1/4 ਹੀ। 1/4। ਤਾਂ 1/4 ਇੱਕ ਦੀ ਹੈਗੀ। ਏਦਾਂ ਦੀਆਂ ਕਿੰਨੀਆਂ ਲੱਗੀਆਂ ਹੋਈਆਂ ਨੇਗੀਆਂ 50 ਲੱਗੀਆਂ ਹੋਈਆਂ ਨੇਗੀਆਂ। ਠੀਕ ਹੈ ਜੀ। ਤਾਂ ਜਿਹੜਾ ਟੋਟਲ ਆਨਸਰ ਆਊਗਾ ਸਾਡਾ ਉਹ ਕਿਵੇਂ ਆਊਗਾ, ਇੱਕ ਦੀ ਵੈਲਿਊ ਡਿਵਾਈਡ ਬਾਏ 50। ਹੁਣ ਇਹਨੂੰ ਸੋਲਵ ਕਿਵੇਂ ਕਰੀਦਾ ਹੁੰਦਾ, ਜੇ ਕਿਸੇ ਦਾ ਮੈਥ ਵੀਕ ਆ ਉਹ ਦੇਖ ਲਓ ਵੀ ਬਟੇ ਹਮੇਸ਼ਾ ਬੱਚੇ 4 ਬਣਾਈ ਦੇ ਹੁੰਦੇ ਹੈਗੇ। ਇੱਥੇ 3 ਨੇ, 1 ਅੱਖਰ 2 3 3 ਅੱਖਰਾਂ ਦਾ ਕੋਈ ਫਾਇਦਾ ਨਹੀਂ। ਆਪਾਂ ਜਿਹੜਾ 1/4 ਇਹਦੇ ਵਾਸਤੇ ਤਾਂ ਬਟਾ ਆ ਤਾਂ ਬਟਾ ਹੈਗਾ ਨਾ 1/4। 50 ਦੇ ਥੱਲੇ ਜੇ ਕੁਝ ਨਹੀਂ ਹੈਗਾ ਇਹ ਥੱਲੇ ਇੱਕ ਆਪਣੇ ਕੋਲੋਂ ਲਾ ਲਈਦਾ ਹੁੰਦਾ। ਤਾਂ ਜਿਹੜੇ ਇਸ ਤੋਂ ਬਾਅਦ ਇਹਨੂੰ 1/4 ਤੇ ਇਹਨੂੰ ਪੁੱਠਾ ਕਰ ਲਈਦਾ ਹੁੰਦਾ ਗੁਣਾ 1/50। ਤਾਂ ਇੱਥੇ ਸਾਡੇ ਕੋਲੇ ਕਿੰਨਾ ਆਜੂ 50 ਨੂੰ 4 ਨਾਲ ਕਰਾਂਗੇ 1/200। ਸਾਡੇ ਕੋਲੇ ਆਹ ਆਨਸਰ ਸੀਗਾ ਬੱਚੇ ਦਾ। ਠੀਕ ਹੈ ਸਰ। ਜੇ ਕੋਈ ਬੱਚਾ ਹੁਸ਼ਿਆਰ ਬੈਠਾ ਉਹਨੂੰ ਲੱਗਦਾ ਹੋਊਗਾ ਵੀ ਪਤਾ ਨਹੀਂ ਸਰ ਕਿਹੀਆਂ ਜਿਹੀਆਂ ਗੱਲਾਂ ਕਰ ਰਹੇ ਨੇ ਇਹ ਕੀ ਸਮਝਾਈ ਜਾਂਦੇ ਆ ਬਟੇ ਬੁਟੇ ਜੇ, ਤਾਂ ਬੱਚੇ ਕਈ ਪ੍ਰੋਬਲਮ ਕਈ ਬੱਚਿਆਂ ਨੂੰ ਹੁੰਦੀ ਆ ਮੈਥ ਦੀ ਪ੍ਰੋਬਲਮ। ਮੈਂ ਤਾਂ ਹਰੇਕ ਚੀਜ਼ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਵੀ ਹੁਣ ਤਾਂ 1 ਮਿੰਟ ਵੱਧ ਲੱਗ ਜੇ ਕੋਈ ਦਿੱਕਤ ਵਾਲੀ ਗੱਲ ਨਹੀਂ। ਠੀਕ ਹੋ ਗਿਆ ਜੀ ਇਹ ਕੁਐਸਚਨ? ਹਾਂਜੀ ਹਾਂਜੀ ਸਰ। ਓਕੇ ਬੱਚੇ, ਜੇ ਕਿਸੇ ਨੂੰ ਡਾਊਟ ਹੈਗਾ ਤਾਂ ਪੁੱਛ ਲਓ। ਜੇ ਉਹਨੇ ਕਿਹਾ ਹੁੰਦਾ ਰਾਜੇ ਵੱਧ ਤੋਂ ਵੱਧ ਰੈਜ਼ਿਸਟੈਂਸ ਬਣਾਉਣੀ ਹੈਗੀ ਤਾਂ ਉਹ ਰੈਜ਼ਿਸਟੈਂਸ ਕਿੰਨੀ ਆਊਗੀ ਦੱਸ ਸਕਦੇ ਹੋ? 50/4 ਹੀ। ਗਲਤ ਜੀ, 50/4 ਤਾਂ ਰਾਜੇ 50/4 ਅੱਛਾ। ਹਾਂਜੀ ਸਰ। ਤਾਂ ਸਿੰਪਲੀ ਕੀ ਕਰਨਾ ਹੁੰਦਾ ਰਾਜੇ, ਜੇ ਸੀਰੀਜ਼ ਦੇ ਵਿੱਚ ਸੇਮ ਰੈਜ਼ਿਸਟੈਂਸਾਂ ਹੋਣ ਐਡ ਹੋ ਤਾਂ ਉਹ ਜਾਂਦੀ। ਹੁੰਦਾ N/R। ਟੋਟਲ ਰੈਜ਼ਿਸਟੈਂਸ ਹੁੰਦੀ ਹੈ N ਕਿੰਨੀਆਂ ਰੈਜ਼ਿਸਟੈਂਸਾਂ ਕਿੰਨੀਆਂ ਨੇਗੀਆਂ 50। ਇੱਕ ਦੀ ਰੈਜ਼ਿਸਟੈਂਸ ਕਿੰਨੀ ਹੈਗੀ 1/4। ਯੈਸ ਸਰ। ਰਾਜੇ 1/4 ਕਰਕੇ ਦੇਖ ਲਓ ਕਿੰਨਾ ਆਊਗਾ। ਪਹਿਲਾਂ 2 ਕਰਾਂਗੇ 25 ਆਊਗਾ, 12.5 ਓਮ ਆਊਗੀ। ਠੀਕ ਹੈ। ਓਕੇ ਜੀ। ਵਧੀਆ ਜੀ। ਅੱਗੇ ਹਾਂਜੀ ਸਰ। ਚੱਲ ਤੁਹਾਨੂੰ ਇੱਕ ਗੱਲ ਦੱਸਤੀ ਸੀਗੀ, ਦੇਖੋ ਕੱਲ ਤੁਹਾਨੂੰ ਰਾਜੇ ਇੱਕ ਚੀਜ਼ ਦੱਸਤੀ ਸੀਗੀ, ਦੇਖਿਓ ਵੀ ਮੰਨ ਲਓ ਸਪੋਜ਼ ਕਰੋ ਸਾਡੇ ਕੋਲੇ ਇੱਕ ਬੈਟਰੀ ਹੈਗੀ ਤੇ ਇੱਕ ਹੈਗੀ ਆ ਉਹਦੀ ਇੰਟਰਨਲ ਰੈਜ਼ਿਸਟੈਂਸ Rn। ਜੇ ਮੈਂ ਕਦੇ ਵੀ ਇੱਥੇ ਆਹ VT ਵੋਲਟੇਜ ਕੱਢਣੀ ਹੋਵੇ, ਇੱਥੇ ਰੈਜ਼ਿਸਟੈਂਸ ਕਿੰਨੀ ਹੈਗੀ ਸਾਡੀ, ਇੱਥੇ ਵੋਲਟੇਜ ਹੈਗੀ ਆ E, ਇੱਥੇ ਵੋਲਟੇਜ ਹੈਗੀ ਆ VT, ਇੱਥੇ ਹੈਗਾ Rn, ਇੱਥੇ ਹੈਗਾ ਸਾਡਾ I ਕਰੰਟ। ਤਾਂ ਜਿਹੜੀ ਟੋਟਲ VT ਹੋਏਗੀ ਉਹ VT ਨੂੰ ਅਸੀਂ ਕੀ ਲਿਖ ਸਕਦੇ ਹਾਂ, VT ਨੂੰ ਅਸੀਂ ਕੀ ਲਿਖ ਸਕਦੇ ਆਂਗੇ, ਕੀ ਲਿਖ ਸਕਦੇ ਹਾਂ ਜੀ VT ਨੂੰ? ਵੀਰੇ ਇੱਥੇ ਵੋਲਟੇਜ ਉਹ ਕੀ ਹੈਗੀ
ਉਹਨੂੰ ਲਿਖ ਸਕਦੇ ਹਾਂ ਅਸੀਂ ਵੀ ਸਾਡੀ ਟੋਟਲ ਵੋਲਟੇਜ ਜਿਹੜੀ ਸੈੱਲ ਦੇ ਅੰਦਰ ਪੈਦਾ ਕਿੰਨੀ ਹੋਈ ਸੀਗੀ ਮਾਈਨਸ ਉਹਦੇ ਵਿੱਚੋਂ ਉਹਦੀ ਇੰਟਰਨਲ ਰੈਜ਼ਿਸਟੈਂਸ ਦੇ ਵਿੱਚ ਡ੍ਰੌਪ ਕਿੰਨੇ ਹੋ ਗਏ। ਕਿੰਨੇ ਕੁ? ਠੀਕ। ਕਿਉਂਕਿ ਤੁਹਾਨੂੰ ਯਾਦ ਹੋਊਗਾ ਕੱਲ ਆਪਾਂ ਇੱਕ ਗੱਲ ਪੜ੍ਹੀ ਸੀਗੀ ਵੀ ਜਿਹੜਾ ਸਾਡਾ ਪ੍ਰੈਕਟੀਕਲ ਹੋਵੇ ਚਾਹੇ ਆਈਡਲ ਹੋਵੇ, ਜਿਹੜਾ ਸਾਡਾ ਵੋਲਟੇਜ ਸੋਰਸ ਹੁੰਦਾ ਗਾ, ਵੋਲਟੇਜ ਸੋਰਸ ਦੇ ਜਿਹੜੀ ਇੰਟਰਨਲ ਰੈਜ਼ਿਸਟੈਂਸ ਹੁੰਦੀ ਹੈਗੀ ਉਹ ਹਮੇਸ਼ਾ ਸੀਰੀਜ਼ 'ਚ ਹੁੰਦੀ ਆ ਬੱਚੇ, ਹਨਾ। ਤੇ ਸੀਰੀਜ਼ ਦੇ ਵਿੱਚ ਆਪਾਂ ਹੁਣੇ ਦੇਖਿਆ ਵੋਲਟੇਜ ਸੋਰਸ ਦੇ ਵਿੱਚੋਂ ਵੋਲਟੇਜ ਡ੍ਰੌਪ ਹਮੇਸ਼ਾ ਮਾਈਨਸ ਹੁੰਦਾ ਨਾ। ਤਾਂ ਇਸ ਚੀਜ਼ ਵਾਸਤੇ ਜੇ ਇਕੁਏਸ਼ਨ ਦੀ ਆਪਾਂ ਗੱਲ ਕਰੀਏ VT ਜਿਹਦੀ ਇਹਦੀ ਗੱਲ ਕਰੀਏ, ਉਹ ਕੀ ਹੋਏਗਾ ਵੀ ਜਿਹੜੀ ਟੋਟਲ ਵੋਲਟੇਜ ਬਣੀ ਸੀ ਇਹਦੇ ਵਿੱਚੋਂ ਡ੍ਰੌਪ ਮਾਈਨਸ ਕਰਾਂਗੇ ਤਾਂ VT ਕੀ ਹੈਗੀ, ਜਿਹੜੀ E ਟੋਟਲ ਆਪਣੀ EF ਇੰਡਿਊਸਡ ਹੋਈ ਹੈਗੀ ਮਾਈਨਸ ਜਿਹੜਾ ਇੱਥੇ ਕਰੰਟ ਗਿਆ I ਤੇ ਜਿਹੜੀ ਇੱਥੇ ਰੈਜ਼ਿਸਟੈਂਸ ਆਈ ਕੀ ਹੈਗੀ ਉਹ RN। ਤਾਂ ਸਾਡੇ ਕੋਲੇ ਆਹ ਜਿਹੜੀ ਟੋਟਲ ਇਹਦਾ ਆਹ ਇਕੁਏਸ਼ਨ ਬਣਦੀ ਹੁੰਦੀ ਹੈ ਬੱਚੇ। ਮੈਂ ਤੁਹਾਨੂੰ ਥੋੜਾ ਇੱਕ ਕਰਕੇ ਦਿਖਾ ਦਿੰਦਾ ਗਾ। ਆਹ ਦੇਖੋ ਆਪਾਂ ਜੇ ਕੁਐਸਚਨ ਨੂੰ ਕਰਕੇ ਦੇਖਦੇ ਆਂਗੇ। ਦੇਖੋ ਇੱਥੇ ਹੈਗਾ ਬੱਚੇ 10 ਵੋਲਟ, ਇੱਥੇ ਹੈਗੀ ਆ 2 ਓਮ, ਇੱਥੇ ਇੱਕ ਰੈਜ਼ਿਸਟੈਂਸ ਲੱਗੀ ਹੋਈ ਹੈਗੀ ਬੱਚੇ 0.5 ਓਮ ਦੀ। ਉਹ ਕਹਿੰਦਾ ਦੱਸੋ ਜਿਹੜਾ ਇਹ ਲੋਡ ਹੈਗਾ ਆਹ ਤਾਂ ਸੀਰੀਜ਼ 'ਚ ਲੱਗੀ ਹੋਈ ਆ ਤਾਂ ਇੰਟਰਨਲ ਰੈਜ਼ਿਸਟੈਂਸ ਆ ਨਾ ਇਹਦੀ 2 ਓਮ ਤਾਂ ਜਿਹੜਾ ਕਹਿੰਦਾ ਇਹ ਲੋਡ ਹੈਗਾ ਇੱਥੇ ਦੱਸੋ ਇਹਦੀ ਜਿਹੜੀ ਟੋਟਲ ਵੋਲਟੇਜ ਇਸ ਲੋਡ ਤੱਕ ਵੋਲਟੇਜ ਪਹੁੰਚੀ ਕਿੰਨੀ ਹੈਗੀ। ਤਾਂ ਆਪਾਂ ਵੈਸੇ ਕੱਢ ਕੇ ਦੇਖੋ ਵੀ ਜੇ ਇੱਕ ਸੀਰੀਜ਼ ਸਰਕਟ ਹੈਗਾ ਤੇ ਸੀਰੀਜ਼ ਸਰਕਟ ਦੀ ਜਿਹੜੀ ਟੋਟਲ ਰੈਜ਼ਿਸਟੈਂਸ ਹੈਗੀ ਉਹ ਕਿੰਨੀ ਹੈਗੀ 2 + 0.5 ਦੋਨਾਂ ਨੂੰ ਪਲੱਸ ਕਰਕੇ 2.5 ਹੈਗੀ। ਤਾਂ ਜਿਹੜਾ ਇੱਥੇ ਕਰੰਟ ਆਇਆ ਹੈਗਾ ਉਹ ਹੈਗਾ ਆਪਣਾ 10 ਡਿਵਾਈਡ ਬਾਏ 2.5। ਤਾਂ ਸਾਡੇ ਕੋਲੇ ਕਿੰਨਾ ਆ ਰਿਹਾ ਇੱਥੇ 4 ਐਂਪੀਅਰ ਕਰੰਟ ਆ ਰਿਹਾ। ਤਾਂ ਜੇ 4 ਐਂਪੀਅਰ ਕਰੰਟ ਜਿਹੜਾ ਆਇਆ ਗਾ ਇਹਨੂੰ ਆਪਾਂ ਦੇਖੀਏ ਵੀ 4 ਐਂਪੀਅਰ ਕਰੰਟ 'ਚ ਸਾਡਾ ਡ੍ਰੌਪ ਕਿੰਨਾ ਹੋਇਆ ਇੱਥੇ ਇੱਥੇ ਕਰੰਟ ਕਿੰਨਾ ਗਿਆ 8 ਵੋਲਟ। 8 ਵੋਲਟ ਡ੍ਰੌਪ ਇੱਥੇ ਹੋਇਆਗਾ ਤੇ ਇੱਥੇ ਵੋਲਟੇਜ ਕਿੰਨੀ ਬਚੀ ਹੈਗੀ ਸਾਡੀ 4 ਨੂੰ ਆਪਾਂ 0.5 ਨਾਲ ਕਰਾਂਗੇ ਤੇ ਇੱਥੇ ਵੋਲਟੇਜ ਆਏਗੀ 2। ਤਾਂ 10 ਦੇ ਵਿੱਚੋਂ 8 ਘਟਾਈਏ ਕਿੰਨੇ ਰਹਿ ਜਾਂਦੇ ਆ 2। ਤਾਂ ਕੀ ਇਸ ਇਕੁਏਸ਼ਨ ਦੇ ਵਿੱਚ ਜਿਹੜੀ ਇਹ ਲਿਖੀ ਸੀ ਜਿਹਦੇ ਵਿੱਚ ਆਪਾਂ ਵੈਲਿਊਜ਼ ਪੁੱਟ ਕਰੀਏ ਦੇਖਦੇ ਹਾਂ ਵੀ ਇਹ ਗੱਲ ਸਹੀ ਹੈਗੀ। E ਦੀ ਵੈਲਿਊ ਜਿਹੜੀ VT ਹੈਗਾ VT ਸਾਡਾ ਕਿੰਨਾ ਹੈ 2। ਤਾਂ ਆਪਾਂ VT ਤੇ 2 ਭਰ ਲੈਂਦੇ ਹੈਗੇ। E ਸਾਡੀ ਟੋਟਲ EF ਇੰਡਿਊਸਡ ਕਿੰਨੀ ਸੀ ਸਾਡੀ 10 ਤਾਂ E ਦੀ ਥਾਂ ਤੇ ਆਪਾਂ 10 ਭਰ ਲੈਂਦੇ ਹੈਗੇ। ਵੋਲਟੇਜ ਡ੍ਰੌਪ I × RN ਸਾਡਾ ਕਿੰਨਾ 8 ਤੇ ਇੱਥੇ ਆਪਾਂ 8 ਭਰ ਲੈਂਦੇ ਆ। ਤਾਂ ਕੀ 10 ਦੇ ਵਿੱਚੋਂ ਜੇ ਆਪਾਂ 8 ਘਟਾਈਏ ਕੀ ਸਾਡਾ 2 ਆਉਂਦਾ ਹੁੰਦਾ ਗਾ। ਇਹਦਾ ਮਤਲਬ ਆ ਸਾਡਾ ਸਹੀ ਸੀਗਾ। ਠੀਕ ਹੈ। ਓਕੇ ਬੱਚੇ, ਹੁਣ ਆ ਜਾਓ ਤੁਸੀਂ ਕੁਐਸਚਨ ਦੇ ਵੱਲ। ਜਿਹੜਾ ਇਹ ਕੁਐਸਚਨ ਹੈਗਾ ਸਾਡਾ ਆਹ ਕੁਐਸਚਨ ਆ ਬੱਚੇ। ਇਹ ਕੁਐਸਚਨ ਕੀ ਕਹਿ ਰਿਹਾ ਇਹਨੂੰ ਪੜ੍ਹੋ ਬੱਚੇ। ਹੁਣ ਇਹਦਾ ਆਨਸਰ ਕੱਢਿਓ, ਦੱਸਿਓ ਕਿੰਨਾ ਆਊਗਾ ਇਹਦਾ ਆਨਸਰ। ਇੱਥੋਂ ਪਤਾ ਕਰਨਾ ਸਭ ਤੋਂ ਪਹਿਲਾਂ ਤਾਂ ਜਿਹੜਾ ਕਿਹਨੇ ਦਿੱਤਾ ਇੰਟਰਨਲ ਰੈਜ਼ਿਸਟੈਂਸ ਆਫ ਅ ਸੈੱਲ ਆਫ EMF 2.0 ਇਜ਼ 0.1 ਓਮ। ਇੱਥੇ ਸਾਡੇ ਕੋਲੇ RN ਦੀ ਵੈਲਿਊ ਦਿੱਤੀ ਹੋਈ ਹੈ ਬੱਚੇ ਕਿੰਨੀ 0.1। ਇਹ ਇੰਪੋਰਟੈਂਟ ਕੁਐਸਚਨ ਹੈ ਬੱਚੇ, ਪੇਪਰ ਦੇ ਵਿੱਚ ਬਹੁਤ ਵਾਰੀ ਆਇਆ ਹੋਇਆ। ਅੱਛਾ ਇੰਪੋਰਟੈਂਟ ਕੁਐਸਚਨ ਹੈਗਾ ਇਹ, ਯਾਦ ਰੱਖਿਓ ਇਹਨੂੰ, ਤਾਂ ਕਰਵਾ ਰਿਹਾ। RN ਦੀ ਵੈਲਿਊ ਸਾਡੇ ਕੋਲੇ ਕਿੰਨੀ ਆਈ ਆ 0.01 ਓਮ ਤੇ ਜਿਹੜੀ ਸਾਡੀ EF ਇੰਡਿਊਸਡ ਹੈ ਕਿੰਨੀ ਹੈਗੀ ਬੱਚੇ 2 ਵੋਲਟ। 2 ਵੋਲਟ ਇਹ ਹੈਗੀ ਸਾਡੀ EF ਇੰਡਿਊਸਡ। ਰੈਜ਼ਿਸਟੈਂਸ ਇੱਕ ਸਾਨੂੰ ਦਿੱਤੀ ਹੈ ਲੋਡ ਰੈਜ਼ਿਸਟੈਂਸ ਕਿੰਨਾ ਸਾਡਾ 3.9 ਓਮ ਸੌਰੀ ਟੋਟਲ 4 ਸਰ 0.5 ਆਊਗੀ ਆਨਸਰ। ਦੇਖ ਲੈਂਦੇ ਆ ਜੀ ਆਪਾਂ 0.5 ਆਊਗਾ। ਆਪਾਂ ਦੇਖ ਲੈਂਦੇ ਨੇ ਕਿਹਾ ਕੀ ਆ ਫਾਈਂਡ ਦਾ ਵੋਲਟੇਜ ਅਕ੍ਰੋਸ ਸੈੱਲ। ਮਤਲਬ ਸੈੱਲ ਦੇ ਅਕ੍ਰੋਸ ਵੋਲਟੇਜ ਕਿੰਨੀ ਹੈਗੀ, ਮਤਲਬ ਕੀ ਹੈਗੀ ਸੈੱਲ ਦੇ ਅਕ੍ਰੋਸ ਦਾ ਕੀ ਭਾਵ ਹੈਗਾ। ਮਤਲਬ ਟਰਮੀਨਲ ਆ ਦੇਖੋ ਇਹ ਡਾਇਗਰਾਮ ਬਣਾਉਣੀ ਇਹਦੀ ਇੱਕ ਸੈੱਲ ਹੈਗਾ ਉਹਦੀ ਇੱਕ ਰੈਜ਼ਿਸਟੈਂਸ ਹੈਗੀ, ਇੱਕ ਲੋਡ ਰੈਜ਼ਿਸਟੈਂਸ ਹੈਗੀ, ਇੱਥੇ ਹੈਗੀ ਆ 2 ਵੋਲਟ, ਇੰਟਰਨਲ ਰੈਜ਼ਿਸਟੈਂਸ ਹੈਗੀ ਆ 0.1, ਲੋਡ ਰੈਜ਼ਿਸਟੈਂਸ ਹੈਗੀ ਆ 3.9। ਤੇ ਪਤਾ ਨਹੀਂ ਬੱਚੇ ਕਰੰਟ ਭਰਦੇ ਹੁੰਦੇ ਨਾ ਉਹਦੇ ਵਿੱਚ ਵੀ VT = E - IRN ਹੈ ਨਾ।
VT ਪਤਾ ਇੱਥੇ, VT ਤਾਂ ਪਤਾ ਹੀ ਨਹੀਂ ਹੈਗਾ। ਆਪਾਂ ਨੇ ਕੱਢਣਾ ਕੀ ਇੱਥੇ, ਕਰੰਟ ਕੱਢਣਾ ਜੀ ਸਭ ਤੋਂ ਪਹਿਲਾਂ ਤਾਂ ਸਭ ਤੋਂ ਪਹਿਲਾਂ ਦੇਖੋ ਕਰੰਟ ਕੱਢਣ ਵਾਸਤੇ ਸੀਰੀਜ਼ ਸਰਕਟ ਦੇ ਵਿੱਚ ਸਾਨੂੰ ਕੱਢਣੀ ਪਏਗੀ ਟੋਟਲ ਰੈਜ਼ਿਸਟੈਂਸ, ਰੈਜ਼ਿਸਟੈਂਸ ਜਿਹੜੀ ਕੀ ਹੈਗੀ RN plus RL ਜੀ। ਤਾਂ ਕਿੰਨੀ ਹੈਗੀ ਬੱਚੇ, 4 ਓਮ। 4 ਓਮ ਹੋ ਗਈ। ਤੇ ਜੇ ਇਹ 4 ਓਮ ਹੈਗੀ, ਦੇਖੋ ਤਾਂ ਜੇ ਇਹ 4 ਓਮ ਹੈਗੀ ਬੱਚੇ, ਤਾਂ ਦੇਖੋ ਕੀ ਹੋਏਗਾ, ਸਾਡੇ ਕੋਲੇ ਟੋਟਲ ਜਿਹੜਾ ਕਰੰਟ ਆ ਗਿਆ ਉਹ ਟੋਟਲ ਵੋਲਟੇਜ ਬਟੇ ਟੋਟਲ ਰੈਜ਼ਿਸਟੈਂਸ। ਵੋਲਟੇਜ ਹੈਗੀ ਆ 2, ਟੋਟਲ ਰੈਜ਼ਿਸਟੈਂਸ 4, ਸਾਡੇ ਕੋਲੇ ਕਿੰਨਾ ਆ ਗਿਆ, 0.5 ਐਂਪੀਅਰ ਕਰੰਟ ਆ ਗਿਆ। ਕਲੀਅਰ ਹੋਈ ਨਾ ਜੀ ਗੱਲ ਇਹ? ਠੀਕ ਹੈ ਜੀ। ਤਾਂ ਹੁਣ ਦੇਖੋ ਇਸ ਤੋਂ ਬਾਅਦ ਦੇਖੋ ਬੱਚੇ, ਅਸੀਂ ਨੇ ਕੀ ਕਰਨਾ, ਇੱਥੇ ਅਸੀਂ ਡ੍ਰੌਪ ਕੱਢ ਲੈਣੇ ਆ। ਤਾਂ 0.5 ਨੂੰ 0.1 ਨਾਲ ਕਰਾਂਗੇ, ਕਿੰਨਾ ਆ ਜਾਊਗਾ ਜੀ? ਇਹ ਡ੍ਰੌਪ ਕੱਢਣੇ ਹੁਣ ਆਪਾਂ 0.5, ਜੇ ਆਪਾਂ ਡ੍ਰੌਪ ਕੱਢਣੇ ਹੋਣ ਤਾਂ ਉਹ ਹੁੰਦੇ ਹੈਗੇ I ਗੁਣਾ RN। I ਕਿੰਨਾ ਸਾਡਾ 0.5, RN ਕਿੰਨਾ ਸਾਡਾ 0.1। ਤਾਂ ਇਹਨੂੰ ਆਪਾਂ ਗੁਣਾ ਕਰਾਂਗੇ 5, 1 ਪੁਆਇੰਟ ਇਹਦਾ 1 ਪੁਆਇੰਟ ਛੱਡ ਕੇ ਆ ਨਾ, ਇਹਦਾ ਵੀ 1 ਛੱਡ ਗਿਆ, ਤਾਂ ਕਿੰਨਾ ਆਊਗਾ, ਆਹ ਆਊਗਾ, ਆਹ ਡ੍ਰੌਪ ਹੋਇਆ ਬੱਚੇ ਇੱਥੇ। ਠੀਕ ਹੈ, ਇੰਨੇ ਵੋਲਟ ਦਾ। ਤਾਂ 2 ਦੇ ਵਿੱਚੋਂ ਅਸੀਂ ਆਹ ਵੋਲਟੇਜ ਘਟਾ ਦਾਂਗੇ, ਸਾਡੀ ਇੱਥੇ ਵੋਲਟੇਜ ਆ ਜਾਊਗੀ। ਤਾਂ ਕੀ ਕਰਾਂਗੇ ਆਪਾਂ, 2 ਮਾਈਨਸ 0.05, ਤਾਂ ਸਾਡੇ ਕੋਲ ਕਿੰਨਾ ਜੀ 1.95 ਵੋਲਟ। ਇੱਕ ਕੰਮ ਹੋਰ ਕਰ ਸਕਦੇ ਹੋ ਬੱਚੇ, ਤੁਹਾਨੂੰ ਚਾਹੀਦੀ ਸੀਗੀ ਇੱਥੇ ਵੋਲਟੇਜ ਨਾ, ਤਾਂ ਜਿਹੜਾ ਕਰੰਟ ਇੱਥੇ ਜਾ ਰਿਹਾ ਤੁਹਾਡਾ 0.5 ਹਨਾ, ਇਸ 0.5 ਨੂੰ ਗੁਣਾ ਕਰ ਦਿਓ ਇਹਦੇ ਨਾਲ, ਇਹਨਾਂ ਦੋਨਾਂ ਨੂੰ ਗੁਣਾ ਕਰ ਦਿਓ। ਤਾਂ ਜੇ ਤੁਸੀਂ ਇੱਥੇ ਗੁਣਾ ਕਰ ਦਿੰਦੇ ਵੀ ਜਿਹੜਾ ਲੋਡ ਦੇ ਕ੍ਰਾਸ VL ਆ, ਲੋਡ ਦੇ ਕ੍ਰਾਸ ਵੋਲਟੇਜ ਆ, ਉਹ ਲੋਡ ਦੇ ਕ੍ਰਾਸ ਜਿਹੜਾ ਕਰੰਟ ਆ ਤੇ ਲੋਡ ਦੇ ਕ੍ਰਾਸ ਜਿਹੜੀ ਰੈਜ਼ਿਸਟੈਂਸ ਆ, ਦੋਨਾਂ ਦੀ ਮਲਟੀਪਲੀਕੇਸ਼ਨ ਆ। ਤਾਂ ਲੋਡ ਦੇ ਕ੍ਰਾਸ ਜਿਹੜਾ ਕਰੰਟ ਹੈਗਾ ਉਹ ਕਿੰਨਾ ਗਾ, ਸੀਰੀਜ਼ ਦੇ ਵਿੱਚ ਆਹੀ ਕਰੰਟ ਜਾ ਰਿਹਾ ਨਾ 0.5, 0.5 ਨੂੰ ਗੁਣਾ ਕਰਦੇ ਜਦੋਂ ਤੁਸੀਂ 3.9 ਦੇ ਨਾਲ, ਤੁਹਾਡੇ ਕੋਲ ਇੱਥੋਂ ਵੀ 1.59 ਹੀ ਬਣਦਾ ਸੀਗਾ। ਕਲੀਅਰ ਹੋ ਗਏ ਬੱਚੇ ਆਹ ਕੁਐਸਚਨ? ਯੈਸ ਸਰ। ਓਕੇ ਬੱਚੇ, ਓਕੇ, ਵੈਰੀ ਗੁੱਡ। ਹੋਰ ਦੱਸੋ ਜੀ, ਇਹ ਗੱਲ ਤਾਂ ਕਲੀਅਰ ਹੋ ਗਈ ਹੈ, ਇਹ ਕੁਐਸਚਨ ਵੀ ਹੋ ਗਿਆ ਆਪਣਾ, ਇਹ ਵੀ ਹੋ ਗਿਆ, ਤੀਜਾ ਕੁਐਸਚਨ ਇਹ ਵੀ ਹੋ ਗਿਆ। ਠੀਕ ਹੈ ਜੀ, ਜੇ ਕੋਈ ਹੋਰ ਕੁਐਸਚਨ ਪੁੱਛਣਾ ਗਾ ਦੱਸੋ ਬੱਚੇ। 84 ਨੰਬਰ ਕੁਐਸਚਨ ਕਰਨਾ ਗਾ? ਹਾਂਜੀ ਸਰ, ਕਰ ਲਓ ਜੀ। ਹੋਇਆ ਨਹੀਂ ਹੈਗਾ ਉਹ? ਮਾੜਾ ਕਰਵਾ ਦਿਓ ਸਰ, ਮੈਥਡ ਜੀ ਨਹੀਂ ਕਲੀਅਰ ਪਤਾ ਜੀ ਸਰ। ਇੱਕੋ ਰੈਜ਼ਿਸਟੈਂਸ ਵਾਲਾ ਸੀ ਜਿਹੜਾ 2 ਓਮ ਵਾਲੇ ਸੀ, ਜਿਹੜੇ ਇੱਕ ਮਿੰਟ, ਅੱਛਾ ਉਹ ਵੀ ਨਹੀਂ ਬਣੀ ਹੈਗੀ ਗੱਲ। ਉਹ ਹੈਗਾ ਸੀਗਾ ਜਿਹੜਾ ਉਹ ਬਣੀ ਹੋਈ ਸੀਗੀ ਇੱਕ ਡਾਇਗਰਾਮ ਦੀ, ਸਟਾਰ ਡੈਲਟਾ, ਹਾਂ ਟ੍ਰਾਇੰਗਲ ਜੀ, ਸਟਾਰ ਡੈਲਟਾ ਟਾਈਪ ਦੀ। ਸਟਾਰ ਡੈਲਟਾ ਨਹੀਂ ਸੀਗਾ ਬੱਚੇ, ਉਹ ਲਓ ਪਹਿਲਾਂ ਉਹੀ ਕਰ ਲਓ। ਹਾਂਜੀ, ਵੀਟਸਟੋਨ ਬ੍ਰਿਜ ਆ ਬੱਚੇ, ਇਹ ਵੀਟਸਟੋਨ ਕੱਲ ਕੀਤਾ ਨਹੀਂ ਸੀਗਾ ਜੀ? ਹਾਂਜੀ ਸਰ। ਦਿੱਕਤ ਆ ਰਹੀ ਆ ਬੱਚਿਓ, ਜਿਹੜੇ ਕੱਲ ਜਿਹਨਾਂ ਨੂੰ ਦਿੱਕਤ ਆ ਰਹੀ ਆ ਉਹਨਾਂ ਨੂੰ ਪੁੱਛ ਰਿਹਾ ਮੈਂ। ਦੋ ਸਾਰਾ ਕੁਐਸਚਨ ਨਹੀਂ ਮੈਂ ਕਰਵਾ, ਤੁਹਾਨੂੰ ਹਿੰਟ ਦੇ ਦਿੰਦਾ। ਦੇਖੋ ਬੱਚੇ, ਵੀਟਸਟੋਨ ਬ੍ਰਿਜ ਦੀ ਕੀ ਕੰਡੀਸ਼ਨ ਸੀਗੀ ਵੀ 2 ਰੈਜ਼ਿਸਟੈਂਸਾਂ ਸੀਰੀਜ਼ 'ਚ ਹੁੰਦੀਆਂ ਨੇ, ਇੱਕ ਹੋਰ 2 ਰੈਜ਼ਿਸਟੈਂਸਾਂ ਸੀਰੀਜ਼ 'ਚ ਹੁੰਦੀਆਂ। ਜੇ ਦੋਨਾਂ ਨੂੰ ਕੋਈ ਬ੍ਰਾਂਚ ਕੱਟ ਰਹੀ ਹੋਵੇ ਤਾਂ ਇਹਨਾਂ ਦੋਨਾਂ ਨੂੰ ਮਲਟੀਪਲਾਈ ਕਰਕੇ ਦੇਖੋ ਕੀ ਇਹਨਾਂ ਦੋਨਾਂ ਦੀ ਮਲਟੀਪਲਾਈ ਇਹਨਾਂ ਦੇ ਬਰਾਬਰ ਆਉਂਦੀ ਹੈਗੀ। ਜੇ ਆਉਂਦੀ ਆ ਤਾਂ ਉਹ ਬੈਲੈਂਸ ਬ੍ਰਿਜ ਹੈਗਾ। ਇੱਥੇ ਸਾਡੇ ਕੋਲੇ ਦੇਖੋ ਰਾਜੇ, ਜਿਹੜੀ ਆਹ 2 ਓਮ ਦੀ ਰੈਜ਼ਿਸਟੈਂਸ ਹੈਗੀ, ਆਹ ਇਹਦੇ ਨਾਲ ਸੀਰੀਜ਼ 'ਚ ਜੁੜਦੀ, ਤੇ ਜਿਹੜਾ ਆਹ 2 ਓਮ ਹੈਗਾ ਉਹ ਇਹਦੇ ਨਾਲ ਸੀਰੀਜ਼ 'ਚ ਜੁੜਦਾ। ਜੇ ਕੀ ਨਾ ਹੁੰਦਾ, ਜੇ ਆਹ ਨਾ ਹੁੰਦੀ ਰੈਜ਼ਿਸਟੈਂਸ, ਤਾਂ ਜਿਹੜੀ ਰੈਜ਼ਿਸਟੈਂਸ ਨਾ ਹੁੰਦੀ ਇਹਦਾ ਮਤਲਬ ਇਹ ਕੀ ਹੈ, ਇੱਕ ਤਰ੍ਹਾਂ ਦਾ ਆਹ ਡਾਇਗਰਾਮ ਬਣ ਰਹੀ ਹੈ। ਤਾਂ ਅਸੀਂ ਕੀ ਕਰਨਾ ਗਾ, ਇਹਦੇ ਦੋਨੇ ਪਾਸੇ, ਇਹਦੇ ਇੱਧਰਲੇ ਪਾਸੇ ਕੀ ਆ, ਇਹਨੂੰ ਗੁਣਾ ਕਰਨਾ ਇਹਦੇ ਇੱਧਰਲੇ ਪਾਸੇ ਨਾਲ, ਆਪੋਜ਼ਿਟ ਬ੍ਰਾਂਚਿਸ ਨੂੰ ਗੁਣਾ ਕਰਨਾ, ਇਹਨੂੰ ਗੁਣਾ ਕਰਨਾ ਇਹਦੇ ਨਾਲ। ਤਾਂ 2 ਨੂੰ 2 ਨਾਲ ਕੀਤਾ 4, 2 ਨੂੰ 2 ਨਾਲ ਕੀਤਾ 4, ਤਾਂ ਸਾਡੇ ਜਿਹੜੀ ਆਹ ਰੈਜ਼ਿਸਟੈਂਸ ਹੈਗੀ ਵਿਚਾਲੇ ਤੋਂ, ਇਹ ਜਿਹੜੀ ਵਿਚਾਲੇ ਤੋਂ ਰੈਜ਼ਿਸਟੈਂਸ ਹੈਗੀ ਰਾਜੇ, ਇਹ ਸਾਡੀ ਹਟ ਜੇਗੀ, ਜਿਹੜੀ ਆਹ ਰੈਜ਼ਿਸਟੈਂਸ ਹੈਗੀ ਸਾਡੀ, ਉਹ ਬਣ ਗਿਆ, ਬ੍ਰਿਜ ਬਣ ਗਿਆ। ਠੀਕ ਹੈ, ਇਹ ਸਾਡਾ ਰਾਜੇ ਬ੍ਰਿਜ ਬਣ ਗਿਆ। ਤਾਂ ਜੇ ਹਟ ਗਈ, ਹੁਣ ਸਾਨੂੰ ਪਤਾ ਲੱਗ ਗਿਆ ਸਿੰਪਲ ਵੀ ਸਾਡੇ ਕੋਲੇ ਆਹ 2 ਤੇ ਆਹ 2 ਕਿੰਨਾ ਹੋ ਗਿਆ, ਇਹ 4,
ਇੱਕ 4 ਤੇ ਆ ਵੀ 4 ਆ 4 ਇਹ ਸਾਰੀਆਂ ਦੇ ਪੈਰ ਤੇ ਆਰ ਨੂੰ ਕਰੋਗੇ 2 ਆ ਤੇ 2 ਕਰ ਦਿਓ ਤਾਂ ਸਾਡਾ ਇੱਕੋ ਮਨ ਯੈਸ ਸਰ। ਲਓ ਜੀ ਅਗਲਾ ਕੁਐਸਚਨ ਦੇਖ ਲੈਂਦੇ ਆਂਗੇ। ਉਹ ਕਹਿੰਦਾ ਇੱਕ ਪੀ ਆ ਸਾਡੇ ਕੋਲੇ, ਇੱਕ ਕਿਊ ਆ ਸਾਡੇ ਕੋਲੇ, ਇੱਕ ਆਰ ਆ, ਇੱਕ ਐਸ। ਇੱਥੇ ਹੈਗੇ ਬੱਚੇ ਪੀ ਕਿਊ ਆਰ ਐਸ। ਆ ਗਲਵੈਨੋਮੀਟਰ ਲੱਗਿਆ ਹੈਗਾ, ਇੱਥੇ ਕੋਈ ਨਾ ਕੋਈ ਵੋਲਟੇਜ ਸੋਰਸ ਆ। ਉਹ ਕਹਿੰਦਾ ਜੇ ਇਹਦਾ ਵੀਟਸਟੋਨ ਬ੍ਰਿਜ P is equal to 9, Q is equal to 11, 9 ohm 11 ohm, R is equal to 4, R is equal to 4 ਤੇ S is equal to 6 ਕਹਿੰਦਾ how much resistance should be put in parallel with S। ਇੱਥੇ ਕਹਿੰਦਾ ਇੱਕ ਨਾ ਆਪਦੇ ਕੋਲੋਂ ਇੱਥੇ ਇੱਕ ਰੈਜ਼ਿਸਟੈਂਸ ਲਾਉਣੀ ਹੈ। ਕਹਿੰਦਾ ਆਪਾਂ ਇੱਥੇ ਉਹ ਕਿੰਨੇ ਓਮ ਦੀ ਲਗਾਈ ਆ ਆਪਾਂ, ਉਹ ਕਿੰਨੇ ਓਮ ਦੀ ਲਗਾਈਏ ਵੀ ਸਾਡਾ ਜਿਹੜਾ ਬ੍ਰਿਜ ਆ ਉਹ ਬੈਲੈਂਸ ਹੋ ਜੇ। ਹੁਣ ਉਹ ਬੈਲੈਂਸ ਬ੍ਰਿਜ ਦੀ ਹੁਣ ਕੀ ਨਿਸ਼ਾਨੀ ਹੁੰਦੀ ਹੈ, ਇੱਕ ਮਿੰਟ ਵਿੱਚ ਬੈਲੈਂਸ ਬ੍ਰਿਜ ਦੀ ਨਿਸ਼ਾਨੀ ਹੁੰਦੀ ਹੈਗੀ ਵੀ ਦੇਖੋ ਇਹਦੇ ਵਿੱਚ ਤਾਂ ਹਜੇ ਅਸੀਂ ਲਗਾਉਣਾ ਹੈਗਾ ਸਾਰਾ ਕੁਛ ਹੈ ਨਾ, ਤਾਂ ਜਿਹੜੀਆਂ ਆਪੋਜ਼ਿਟ ਬ੍ਰਾਂਚਾਂ ਨੇਗੀਆਂ ਇਹਦੇ ਗਲਵੈਨੋਮੀਟਰ ਦੇ ਆਹ ਤੇ ਆਹ ਇੱਧਰ ਤਾਂ ਲਗਾ ਕੇ ਕਰਨੀ ਆ ਨਾ ਅਸੀਂ। ਜਿਹੜੀਆਂ ਸਾਡੀਆਂ ਇੱਧਰ ਆ ਜਿਹੜੀਆਂ ਬ੍ਰਾਂਚਾਂ ਇੱਧਰ ਤਾਂ ਨਹੀਂ ਕੋਈ ਅਸੀਂ ਚੇਂਜ ਕਰ ਰਹੇ ਹੈਗੇ, ਤਾਂ ਪਹਿਲਾਂ ਇੱਧਰ ਦੇਖੋ ਵੀ ਸਾਡੀ ਇੱਧਰ ਬਣਦੀ ਕਿੰਨੀ ਹੈਗੀ। ਇਹਨਾਂ ਦੋਨਾਂ ਨੂੰ ਗੁਣਾ ਕਰਕੇ, ਇਹਨਾਂ ਨੂੰ ਗੁਣਾ ਕਰਕੇ ਜਿਹੜੀ ਬਣ ਰਹੀ ਹੈਗੀ ਸਾਡੀ ਉਹ ਬਣਦੀ ਪਈ ਆ ਰਾਜੇ ਸਾਡਾ ਜਦੋਂ 11 ਨੂੰ ਗੁਣਾ ਕਰਾਂਗੇ ਅਸੀਂ 4 ਦੇ ਨਾਲ ਤਾਂ ਸਾਡਾ 44 ਬਣਦਾ ਗਾ। ਤਾਂ ਇਹਦਾ ਮਤਲਬ ਕੀ ਹੈਗਾ ਸਾਡੀ ਜਿਹੜੀ ਆਹ ਇਹ ਆਪੋਜ਼ਿਟ ਬ੍ਰਾਂਚ ਆ ਇਹ ਵੀ ਕਿੰਨੀ ਬਣਨੀ ਚਾਹੀਦੀ ਆ 44 ਬਣਨੀ ਚਾਹੀਦੀ ਆ ਨਾ। ਹਾਂਜੀ ਸਰ। ਤਾਂ ਅਸੀਂ 9 ਨੂੰ ਕਿੰਨੇ ਨਾਲ ਗੁਣਾ ਕਰੀਏ, ਇਹਨੂੰ ਪੂਰੇ ਇਹਨੂੰ ਕਿੰਨੇ ਨਾਲ ਗੁਣਾ ਕਰੀਏ ਵੀ ਸਾਡਾ 44 ਆ ਜੇ। 9 ਨੂੰ ਕਿੰਨੇ ਨਾਲ ਗੁਣਾ ਕਰੀਏ ਵੀ ਸਾਡਾ ਕਿੰਨਾ ਆ ਜੇ 44। ਹਾਂਜੀ ਸਰ। ਇਹੀ ਹੈ ਨਾ ਗੱਲ। ਤਾਂ ਦੇਖ ਲਓ ਬੱਚੇ ਆਪਾਂ x ਦੀ ਵੈਲਿਊ ਕੱਢ ਲਓ ਇੱਥੋਂ 44 ਡਿਵਾਈਡ ਬਾਈ 9 ਇਹ ਸਾਡੇ ਕੋਲੇ ਕਿੰਨੀ ਬਣਦੀ ਪਈ ਹੈਗੀ। ਇਹਨੂੰ ਕੈਲਕੂਲੇਟਰ ਤੇ ਸੋਲਵ ਕਰਨਾ ਪਏਗਾ। ਵੈਲਿਊ ਸਹੀ ਬੰਦੇ ਨੇ ਇੱਕ ਕੀ ਕਿਉਂ ਆ ਇਹ ਦੇਖ ਲਓ ਇੱਕ ਵਾਰੀ ਕੁਐਸਚਨ ਚੈੱਕ ਕਰ ਲਓ ਆਪਦਾ ਵੀ ਇਹ ਸਹੀ ਕੱਢੀ ਹੈ। ਉਸ ਤੋਂ ਕਿੰਨਾ ਆ ਗਿਆ ਜੀ ਇਹਦਾ 4.88 ਇਹਦਾ ਮਤਲਬ ਇਹਦਾ ਜਿਹੜਾ ਇੰਨਾ ਕੁ ਸਰਕਟ ਆ ਬੱਚੇ ਦੇਖਿਓ ਇੰਨਾ ਕੁ ਸਰਕਟ ਇੰਨੇ ਸਰਕਟ ਦੀ ਜਿਹੜੀ ਰੈਜ਼ਿਸਟੈਂਸ ਹੈਗੀ ਹੈ ਕਿੰਨੀ ਬਣਨੀ ਚਾਹੀਦੀ ਹੈਗੀ 4.88 ਹੈ ਨਾ। ਤਾਂ ਇਹ ਦੋਨੇ ਲਾਉਣੀਆਂ ਕਿਵੇਂ ਨੇਗੀਆਂ ਪੈਰਲਲ ਚ। ਤਾਂ ਆਰ ਰੈਜ਼ਿਸਟੈਂਸ ਆਪਾਂ ਨੂੰ ਇਹਨੂੰ ਆਰ ਮੰਨ ਲਈਏ, ਦੋਨਾਂ ਨੂੰ ਪੈਰਲਲ ਚ ਜਦੋਂ ਸੋਲਵ ਕਰੀ ਦਾ ਆਨਸਰ ਕਿੰਨਾ ਆਵੇ ਸਾਡਾ 4.88। ਤਾਂ ਮਤਲਬ ਕੀ ਹੈਗਾ, ਮਤਲਬ ਇਹ ਹੈਗਾ ਵੀ ਜਦੋਂ ਅਸੀਂ 6 ਨੂੰ ਗੁਣਾ ਕਰੀਏ ਆਰ ਦੇ ਨਾਲ ਤੇ 6 ਨੂੰ ਪਲੱਸ ਕਰੀਏ ਆਰ ਦੇ ਨਾਲ ਸਾਡੇ ਕੋਲੇ ਕਿੰਨਾ ਆਵੇ 4.88। ਓਕੇ ਜੀ। ਇਹਨੂੰ ਆਪਾਂ ਉਧਰ ਲੈ ਜਾਾਂਗੇ ਤਾਂ ਸਾਡੇ ਕੋਲੇ ਆਹ ਇੱਥੇ ਆ ਜੀ 6 ਪਲੱਸ ਆਰ। ਓਕੇ ਬੱਚੇ। ਤਾਂ ਸਾਡੇ ਕੋਲੇ ਇੱਥੇ ਇਕੁਏਸ਼ਨ ਬਣ ਜਾਏਗੀ 6R ਇਜ਼ ਇਕੁਅਲ ਟੂ 4.88 ਨੂੰ ਪਹਿਲਾਂ ਆਪਾਂ 6 ਨਾਲ ਗੁਣਾ ਕਰਾਂਗੇ। ਦੇਖੋ ਪਹਿਲਾਂ 6 ਨਾਲ ਗੁਣਾ ਕਰਾਂਗੇ ਆਪਾਂ 4.88 ਨੂੰ ਪਹਿਲਾਂ ਗੁਣਾ ਕਰਾਂਗੇ 6 ਨਾਲ ਕਿੰਨਾ ਆ ਗਿਆ ਬੱਚੇ 29.28 29.28 ਆ ਗਿਆ ਬੱਚੇ। ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਇਹਨੂੰ ਇਹ ਨਾਲ ਗੁਣਾ ਕਰਾਂਗੇ ਪਲੱਸ 4.88R। ਤਾਂ ਸਾਡੇ ਕੋਲ ਜੀ ਜਿਹੜਾ ਟੋਟਲ ਹੈਗਾ ਸਾਡਾ ਇਹਦੇ ਵਿੱਚੋਂ ਇਹਨੂੰ ਆਪਾਂ ਇੱਧਰ ਲੈ ਜਾਈਏ ਤਾਂ 6R ਮਾਈਨਸ 4.88 ਇਜ਼ ਇਕੁਅਲ ਟੂ 29.28। ਤਾਂ ਸਾਡੇ ਕੋਲ ਇਹ ਚ ਮਾਈਨਸ ਕਰਕੇ ਦੇਖੋ ਰਾਜੀ ਕਿੰਨਾ ਆਉਂਦਾ ਸਾਡਾ 1.22। ਹਾਂਜੀ ਸਹੀ ਹੈਗਾ।
ਇੱਕ ਮਿੰਟ ਮੈਨੂੰ ਗੱਲ One point ਮਾਈਨਸ 1.12 ਪੁਆਇੰਟ 12 ਪੁਆਇੰਟ ਇਹ ਥੱਲੇ ਚੱਲ ਜੂਗਾ ਤਾਂ 29.28 ਨੂੰ ਡਿਵਾਈਡ ਕਰ 1.12 ਨਾਲ ਇਹਦਾ 29.28 ਨੂੰ ਡਿਵਾਈਡ ਕੀਤਾ 1 ਪੁਆਇੰਟ ਦਿਖਾ ਰਿਹਾ ਯਾਰ ਇਹਦਾ ਕਿੰਨਾ ਸੀਗਾ ਬੱਚੇ ਦਾ ਆਨਸਰ ਕਿੰਨਾ ਸੀਗਾ ਦੇਖੋ ਠੀਕ ਆ ਫਿਰ 26 ਕਿੰਨਾ ਆਏਗਾ ਸਾਡਾ 26.14 ਆਇਆ ਤਾਂ ਇਹਦੇ ਵਿੱਚ ਆਨਸਰ ਕਿੰਨਾ 26.4 ਆਨਸਰ 1 ਮਿੰਟ ਵਿੱਚ ਇਹਦੇ ਵਿੱਚ ਦੋ ਦਿੱਤੀਆਂ ਹੋਈਆਂ ਨੇ ਹੁਣ ਸਾਡੇ ਕੋਲ ਜਿਹੜਾ ਆਨਸਰ ਪ੍ਰੋਪਰ ਬਣਿਆਗਾ 29.28 ਨੂੰ 1.12 ਨਾਲ ਤਾਂ ਉਹ ਬਣਿਆਗਾ 26.142 ਆ ਬਣਿਆਗਾ ਤਾਂ ਜੇ ਇਹ ਬਣਿਆਗਾ ਸਾਡੇ ਕੋਲ ਆਨਸਰ ਤਾਂ 26.4 ਨਹੀਂ ਆ ਸਕਦਾ ਇਹਦਾ ਆਨਸਰ 26.1 ਆਊਗਾ ਠੀਕ ਹੈ ਮੈਂ ਇਹਨੂੰ 26 ਸਮਝੀ ਜਾਂਦਾ ਤਾਂ 24 ਆ 26 ਆਨਸਰ ਆ ਗਿਆ 26.4 ਦਿੱਤਾ ਹੋਇਆ ਇਹਨਾਂ ਨੇ 26.4 ਦਿੱਤਾ ਹੋਇਆ ਉਹ ਆਨਸਰ ਆ ਜਾਊਗਾ ਠੀਕ ਹੈ ਜੀ ਠੀਕ ਹੋ ਗਈ ਜੀ ਗੱਲ ਦੇਖ ਲਓ ਇੱਥੇ ਮੈਂ ਵੀ ਇੱਕ ਵਾਰੀ ਦਾ ਆਨਸਰ ਜੇ ਮੇਰੇ ਕੋਲੇ ਬਸ 84 ਨੰਬਰ ਆਵਾਜ਼ ਕੱਟ ਕੇ ਆ ਰਹੀ ਹੈ ਜੀ ਕੱਟ ਕੇ ਆ ਰਹੀ ਹੈ ਬੱਚੇ ਹਾਂਜੀ ਸਰ ਹਾਂਜੀ ਕੱਟ ਕੇ ਆ ਰਹੀ ਹੈ ਜਾਂ ਤਾਂ ਨੈਟਵਰਕ ਦੀ ਪ੍ਰੋਬਲਮ ਆਵੇ ਜੇ ਤੁਹਾਡੇ ਕਿੰਨੀ ਮੈਨੂੰ ਤਾਂ ਠੀਕ ਆ ਰਹੀ ਹੈ ਨੈਟਵਰਕ ਮੇਰਾ 1 ਮਿੰਟ ਬਹੁਤ ਵਧੀਆ ਚੱਲ ਰਿਹਾ ਹੈਗਾ ਹੁਣ ਓਕੇ ਜੀ ਵੀਡੀਓ ਤਾਂ ਸਹੀ ਚੱਲ ਰਹੀ ਹੈ ਹੁਣ ਜੀ ਓਕੇ ਹੈਗੀ ਬੱਚੇ ਹਾਂਜੀ ਸਰ ਵੀਡੀਓ ਸਹੀ ਚੱਲ ਰਹੀ ਹੈ ਆਵਾਜ਼ ਕੱਟ ਕੇ ਆ ਰਹੀ ਹੈਗੀ ਵੀਡੀਓ ਚੱਲ ਰਹੀ ਹੈ ਜੀ ਚਲੋ ਹੁਣ ਦੇਖ ਲਓ ਮੈਂ ਬੋਲ ਰਿਹਾ ਹੈਗਾ ਵੀ ਹੁਣ ਕਿਵੇਂ ਆ ਹੁਣ ਠੀਕ ਆ ਹੋਇਆ ਸਹੀ ਕਿ ਨਹੀਂ ਹਾਂਜੀ ਹਾਂ ਸਰ ਸਹੀ ਚੱਲ ਚਲੋ ਠੀਕ ਹੋ ਸਰ, ਗਿਆ ਇਹ ਆਹ ਕੁਐਸਚਨ ਸਮਝ ਆ ਗਿਆ ਰਾਜ ਜੀ ਸਰ ਇਹ ਵੈਰੀਫਾਈ ਕਿਵੇਂ ਹੋਊਗਾ ਵੀ ਆਪਾਂ ਮਤਲਬ ਕੋਈ 44 ਬਣਦਾ ਜੀ ਇਧਰੋਂ 26.4 ਨਾਲ ਕਿਵੇਂ ਕਿਵੇਂ ਬੱਚੇ ਕਿਵੇਂ ਸਰ ਜਿਵੇਂ ਆਪਾਂ ਕਹਿ ਰਹੇ ਹਾਂ ਵੀ ਆਪੋਜ਼ਿਟ ਬ੍ਰਾਂਚ 44 ਬਣ ਗਿਆ ਜੀ ਇਹਦਾ ਵੀ 44 ਕਿਵੇਂ ਬਣੂ ਜੀ ਮੈਂ 26.4 ਉਹਨੇ ਕੰਡੀਸ਼ਨ ਪੜੋ ਨਾ ਉਹਨੇ ਪੜੋ ਉਹਨੇ ਕੁਐਸਚਨ ਚ ਦਿੱਤਾ ਕੀ ਆ ਉਹ ਕਹਿੰਦਾ ਕੀ ਕਰੀਏ ਵੀ ਬ੍ਰਿਜ ਸਾਡਾ ਬੈਲੈਂਸ ਹੋ ਜੇ ਕਹਿੰਦਾ ਬ੍ਰਿਜ ਨੂੰ ਅਸੀਂ ਕੀ ਕਰਨਾ ਬੈਲੈਂਸ ਕਰਨਾ ਹੈ ਠੀਕ ਹੈ ਬ੍ਰਿਜ ਬੈਲੈਂਸ ਦੀ ਕੰਡੀਸ਼ਨ ਕੀ ਹੁੰਦੀ ਹੈਗੀ ਵੀ ਜਿਹੜੀ ਆਹ ਸਾਡੀਆਂ ਰੈਜ਼ਿਸਟੈਂਸਿਸ ਹੁੰਦੀਆਂ ਨੇਗੀਆਂ ਇਹਦੇ ਵਿੱਚ ਤਾਂ ਇਹਦੇ ਵਿੱਚ ਤਾਂ ਇਹਨੇ ਛੇੜਛਾੜ ਕਰਨ ਨੂੰ ਕਿਹਾ ਹੈਗਾ ਇਹਨਾਂ ਦੀ ਤਾਂ ਕੋਈ ਛੇੜਛਾੜ ਨਹੀਂ ਹੈਗੀ ਨਾ ਤਾਂ ਇਹਦੀ ਜਿਹੜੀ ਗੁਣਾ ਉਹ ਬਰਾਬਰ ਹੋਣੀ ਚਾਹੀਦੀ ਹੈ ਰਾਜੇ ਇਹਦੀ ਗੁਣਾ ਦੇ ਦੋਨਾਂ ਦੇ ਠੀਕ ਹੈ ਸਰ ਪਤਾ ਹੀ ਹੈ ਕਿੰਨੀ ਹੈਗੀ ਰਾਜੇ ਹਾਂਜੀ ਜਿਹੜੀ ਮਰਜ਼ੀ ਛੇੜ ਸਕਦੇ ਜੀ ਇਹਨਾਂ ਚੋਂ ਜਿਹੜੀ ਮਰਜ਼ੀ ਨਹੀਂ ਛੇੜਨਾ ਹੈਗਾ ਹੁਣ ਦੇਖੋ ਮੇਰੀ ਗੱਲ ਸੁਣ ਉਹਨੇ ਖੁਦ ਸਪੈਸ਼ਲ ਕਿਹਾ ਸੀਗਾ ਵੀ ਐਸ ਦੇ ਪੈਰਲ ਚ ਕੁਝ ਲਾਉਣਾ ਗਾ ਆਪਾਂ ਇਹਦਾ ਮਤਲਬ ਇਹਨੂੰ ਤਾਂ ਸਾਨੂੰ ਪਤਾ ਹੀ ਹੈਗਾ ਵੀ ਇਹਦੀ ਜਿਹੜੀ ਆਪੋਜ਼ਿਟ ਜਿਹੜੀ ਆਹ ਆਪੋਜ਼ਿਟ ਹੈਗਾ ਇਹਨਾਂ ਦੀ ਕੁੱਲ ਗੁਣਾ ਕਿੰਨੀ ਬਣੂ ਸਾਨੂੰ ਕੀ ਪਤਾ ਜਦ ਸਾਨੂੰ ਪਤਾ ਨਹੀਂ ਰੈਜ਼ਿਸਟੈਂਸ ਕਿੰਨੀ ਹੈਗੀ ਸਾਨੂੰ ਕੱਢਣੀ ਤਾਂ ਇੱਧਰ ਹੀ ਪਊਗੀ ਨਾ ਵੀ ਸਾਡੀ ਆ ਕਿੰਨੀ ਰਹੀ ਹੈ 11 ਗੁਣਾ 4 ਕਰਕੇ ਕਲੀਅਰ ਹੋਈ ਨਾ ਜੀ ਗੱਲ ਇਹ ਹਾਂਜੀ ਹਾਂਜੀ ਜੇ ਮੰਨ ਲਓ ਸਪੋਜ਼ ਕਰੋ ਆ ਦੇਖੋ ਚਲੋ ਮੈਂ ਤੁਹਾਡਾ ਡਾਊਟ ਕਲੀਅਰ ਕਰਦਾ ਮੰਨ ਲਓ ਸਪੋਜ਼ ਕਰੋ ਸਾਡੇ ਕੋਲੇ ਏਦਾਂ ਰੈਜ਼ਿਸਟੈਂਸ ਹੋਵੇ ਕੋਈ ਉਹਨੇ ਕਿਹਾ ਹੁੰਦਾ ਵੀ ਇੱਥੇ ਕਿੰਨੀ ਲਾਈਏ ਅਸੀਂ ਰੈਜ਼ਿਸਟੈਂਸ ਵੀ ਸਾਡਾ ਬੈਲੈਂਸ ਬ੍ਰਿਜ ਹੋਵੇ ਹਨਾ ਫਿਰ ਅਸੀਂ ਆਹ ਜਿਹੜੀਆਂ ਦੋ ਬ੍ਰਾਂਚਾਂ ਹੈਗੀਆਂ ਇਹਨਾਂ ਨੂੰ ਗੁਣਾ ਪਹਿਲਾਂ ਕਰਦੇ ਠੀਕ ਹੈ ਇਹਨੂੰ ਆਪਾਂ ਫਿਕਸ ਮੰਨ ਲੈਂਦੇ ਵੀ ਗੁਣਾ ਕਿੰਨੀ ਆਈ ਆ ਉਹਨੂੰ ਬਰਾਬਰ ਰੱਖਦੇ ਰਾਜੇ ਇਹਨਾਂ ਦੋਨਾਂ ਦੇ ਗੁਣਾ ਦੇ ਜਿੰਨੇ ਜਿਹੜੇ ਆਪੋਜ਼ਿਟ ਬ੍ਰਾਂਚਿਸ ਦੀ ਉਹਨਾਂ ਨੇ ਗੱਲ ਨਹੀਂ ਕੀਤੀ ਆਪਾਂ ਉਹਨਾਂ ਦੀ ਗੁਣਾ ਨੂੰ ਆਪਾਂ ਰੈਫਰੈਂਸ ਮੰਨਾਂਗੇ ਓਕੇ ਜੀ ਯੈਸ ਠੀਕ ਹੈ ਜੀ ਇੱਕ ਪਹਿਲੇ ਚੈਪਟਰ ਦੇ ਵਿੱਚ ਨਾ ਇੱਕ ਕੁਐਸਚਨ ਨੇਗੇ ਜਿਹੜੇ ਬੰਦੇ ਵੀਕੇ ਜਿਹੜੇ ਬੱਚੇ ਵੀਕੇ ਮੈਂ ਤਾਂ ਪੜ੍ਹ ਰਹੇ ਨੇ ਪਹਿਲੇ ਚੈਪਟਰ ਦੇ ਵਿੱਚ ਇੱਕ ਕੁਐਸਚਨ ਹੈਗਾ ਮੈਂ ਤੁਹਾਨੂੰ ਉਹ ਕਰਵਾਉਣ ਲੱਗਿਆਗਾ 37 ਨੰਬਰ ਕੁਐਸਚਨ ਹੈਗਾ ਦੇਖੋ ਇੱਥੇ ਉਹਨੇ ਦਿੱਤਾ ਵੀ 3 ਐਂਪੀਅਰ ਕਰੰਟ ਹੈਗਾ ਇੱਥੇ ਉਹਨੇ ਕਿਹਾ ਹੈਗਾ ਵੀ 3 ਵੋਲਟ ਆ ਇੱਥੇ ਉਹਨੇ 1 ਓਮ ਲਗਾਈ ਹੈਗੀ ਇੱਥੇ ਉਹਨੇ ਲਗਾਇਆ 6 ਓਮ
ਤੇ ਸਾਨੂੰ ਪੁੱਛਿਆਗਾ ਉਹਨੇ ਵੀ ਆਹ ਉਹਨੇ ਕਿਹਾਗਾ VA ਮਾਈਨਸ VB ਦੱਸੋ ਜੀ ਕਿੰਨਾ ਗਾ। ਆਹ ਕੁਐਸਚਨ ਦੇਖ ਲਓ ਉੱਥੇ। ਦੇਖੋ ਬੱਚੇ ਇੱਥੋਂ ਲੈ ਕੇ ਜੇ ਇਹ ਆਹ ਪੁਆਇੰਟ ਇਹਨੇ A ਦਿੱਤਾ ਹੈਗਾ, ਇਹ ਪੁਆਇੰਟ ਇਹਨੇ B ਦਿੱਤਾ ਹੈਗਾ, A ਤੋਂ ਲੈ ਕੇ B ਤੱਕ ਸਾਨੂੰ ਪਤਾ ਹੋਣਾ ਚਾਹੀਦਾ ਵੀ ਜਿਹੜਾ ਕਰੰਟ ਆ ਉਹ ਕਿੱਦਾਂ ਜਾਊਗਾ। ਜੇ ਇੱਥੇ ਬੱਚੇ 3 ਐਂਪੀਅਰ ਕਰੰਟ ਹੈਗਾ ਤਾਂ ਜਦੋਂ ਰੈਜ਼ਿਸਟੈਂਸ ਦੇ ਵਿੱਚ ਦੀ ਲੰਘੂਗਾ ਇੱਥੇ ਕਿੰਨਾ ਕਰੰਟ ਵੀ 3 ਐਂਪੀਅਰ ਹੀ ਹੋਏਗਾ ਨਾ। ਲੱਗਣ ਨਾਲ ਕਦੇ ਕਰੰਟ ਨਹੀਂ ਹੁੰਦਾ, ਉਹਦਾ ਕਰੰਟ ਹੋਵੇ ਫਿਰ ਇੱਧਰ ਨੂੰ ਜਾਣਾ ਸੀਗਾ ਉਹਨੇ। ਕੰਪਿਊਟ ਕਰੋ ਜੀ ਕੌਣ ਹੈਗਾ ਵਿੱਚ। ਜੇ ਇੱਥੇ ਕੋਈ ਹੋਰ ਜਿਹੜਾ 3 ਐਂਪੀਅਰ ਕਰੰਟ ਚੱਲਿਆ ਹੈਗਾ ਇੱਥੇ, ਸੌਰੀ ਇਹ 3 ਐਂਪੀਅਰ ਕਰੰਟ ਆ ਜਿਹੜਾ ਸਾਡਾ, ਉਹ ਕਿਸੇ ਵੀ ਰੈਜ਼ਿਸਟੈਂਸ ਦੇ ਵਿੱਚ ਜਦੋਂ ਪਾਸ ਹੁੰਦਾ ਹੈਗਾ ਕਦੇ ਹੀ ਵਾਧਾ ਘਟਦਾ ਨਹੀਂ ਹੈਗਾ ਜਦੋਂ ਤੱਕ ਸਾਡੇ ਕੋਲੇ ਕੋਈ ਹੋਰ ਬ੍ਰਾਂਚ ਨਹੀਂ ਇੱਥੇ ਹੈਗੀ। ਠੀਕ ਆ, ਤਾਂ ਇੱਥੇ ਬ੍ਰਾਂਚ ਤਾਂ ਇੱਥੇ ਕੋਈ ਹੈ ਨਹੀਂ ਸੀਗੀ, ਤਾਂ ਜਿਹੜਾ ਕਰੰਟ ਸਾਡਾ ਇੱਥੇ ਸੀਗਾ ਉਹੀ ਕਰੰਟ ਸਾਡਾ ਅੱਗੇ ਵੀ ਜਾਏਗਾ ਇੱਥੇ ਵੀ, ਤਾਂ ਇੱਥੇ ਵੀ ਸਾਡਾ ਕਰੰਟ ਕਿੰਨਾ ਹੈਗਾ 3 ਐਂਪੀਅਰ। ਉਸ ਤੋਂ ਬਾਅਦ ਅੱਗੇ ਜਾਵੇਗਾ ਜਦੋਂ ਇਹ ਇਸ ਵੋਲਟੇਜ ਸੋਰਸ ਵਿੱਚ ਦੀ ਅੱਗੇ ਲੰਘੇਗਾ ਤਾਂ ਹੈਗਾ ਤਾਂ ਇਹ ਵੀ ਸੀਰੀਜ਼ ਬ੍ਰਾਂਚ ਹੈ ਨਾ, ਤਾਂ ਇੱਥੇ ਵੀ ਇਹ ਬੱਚੇ 3 ਐਂਪੀਅਰ ਹੀ ਹੋਵੇਗਾ। ਹੁਣ ਤੁਸੀਂ ਇਹ ਨਹੀਂ ਸੋਚਣਾ ਹੈਗਾ ਵੀ ਇਹ 3 ਵੋਲਟ ਆ ਜਿਹੜਾ ਵੋਲਟੇਜ ਸੋਰਸ ਦਾ ਕੋਈ ਨਾ ਕੋਈ ਕਰੰਟ ਦਿੰਦਾ ਹੁੰਦਾ ਹੈਗਾ ਵੀ ਆਪਣੇ ਵੱਲੋਂ ਵੀ ਕੋਈ ਨਾ ਕੋਈ ਕਰੰਟ ਇਹਦੇ ਵਿੱਚ ਐਡ ਕਰੇਗਾ। ਨਹੀਂ, ਇਹ ਕੋਈ ਕਰੰਟ ਐਡ ਨਹੀਂ ਕਰੇਗਾ। ਜਦ ਆਪਾਂ ਨੇ ਕਹਿ ਦਿੱਤਾ ਵੀ ਕੋਈ ਬ੍ਰਾਂਚ ਜਿਹੜੀ ਉਹ ਸੀਰੀਜ਼ ਹੈਗੀ ਤਾਂ ਸੀਰੀਜ਼ ਦਾ ਮਤਲਬ ਤਾਂ ਕਰੰਟ ਸੇਮ ਹੀ ਹੈਗਾ। ਸੀਰੀਜ਼ ਦਾ ਮਤਲਬ ਕਰੰਟ ਕੀ ਹੈਗਾ, ਸੇਮ ਹੀ ਹੈਗਾ। ਠੀਕ ਹੈ ਜੀ। ਤਾਂ ਸਭ ਤੋਂ ਪਹਿਲਾਂ ਹਾਂਜੀ, ਤਾਂ ਸਭ ਤੋਂ ਪਹਿਲਾਂ ਕੀ ਕਰਨਾ ਹੈਗਾ ਅਸੀਂ ਪੋਲੈਰਿਟੀ ਮਾਰਕ ਕਰਨੀ ਹੈਗੀ। ਪੋਲੈਰਿਟੀ ਮਾਰਕ ਕਰਨੀ ਹੈਗੀ ਅਸੀਂ ਕਿਹਦੀ, ਵੋਲਟੇਜ ਡ੍ਰੌਪਸ ਦੀ। ਉਹ ਕਿਵੇਂ ਹੁੰਦੀ ਹੈ, ਮੰਨ ਲਓ ਤੁਹਾਡੇ ਕੋਲ ਇੱਕ ਰੈਜ਼ਿਸਟੈਂਸ ਹੈਗੀ R, ਉਹਦੇ ਵਿੱਚ ਇਧਰੋਂ ਕਰੰਟ ਐਂਟਰ ਕੀਤਾ, ਇਧਰੋਂ ਬਾਹਰ ਨਿਕਲਿਆ, ਤਾਂ ਯਾਦ ਰੱਖਿਓ ਜਿੱਧਰੋਂ ਕਰੰਟ ਐਂਟਰ ਕਰਦਾ ਹੈ ਪੋਜ਼ਿਟਿਵ ਪੋਲੈਰਿਟੀ ਹੁੰਦੀ, ਜਿੱਧਰੋਂ ਨਿਕਲਦਾ ਹੈ ਨੈਗੇਟਿਵ ਪੋਲੈਰਿਟੀ ਹੁੰਦੀ ਹੈ। ਕਿਹਦੀ, ਵੋਲਟੇਜ ਡ੍ਰੌਪ ਦੀ। ਜੇ ਵੋਲਟੇਜ ਸੋਰਸ ਦੀ ਗੱਲ ਕਰੀਏ ਉਹ ਪੁੱਠਾ ਹੁੰਦਾ ਹੈਗਾ, ਉਹ ਚੋਂ ਕਰੰਟ ਕਿੱਧਰਲੇ ਪਾਸੇ ਨਿਕਲਦਾ, ਪੋਜ਼ਿਟਿਵ ਚੋਂ, ਤੇ ਅੰਦਰ ਐਂਟਰ ਕਿੱਧਰੋਂ ਕਰਦਾ, ਨੈਗੇਟਿਵ ਚੋਂ। ਨੈਗੇਟਿਵ ਚੋਂ ਐਂਟਰ ਕਰਦਾ ਹੈਗਾ ਤੇ ਨਿਕਲਦਾ ਕਿੱਥੋਂ ਆ, ਪੋਜ਼ਿਟਿਵ ਚੋਂ। ਪਰ ਜਿਹੜਾ ਰੈਜ਼ਿਸਟੈਂਸ ਹੁੰਦਾ ਹੈਗਾ ਇਹਦੇ ਪੋਜ਼ਿਟਿਵ ਵਾਲੇ ਪਾਸੇ ਕਰੰਟ ਐਂਟਰ ਕਰਦਾ ਹੁੰਦਾ ਤੇ ਨੈਗੇਟਿਵ ਵਾਲੇ ਪਾਸੇ ਉਹ ਨਿਕਲਦਾ ਹੁੰਦਾ, ਇਹ ਯਾਦ ਰੱਖਣਾ ਹੈਗਾ। ਇਹਦਾ ਕਾਰਨ ਕੀ ਹੈਗਾ ਵੀ ਪੋਜ਼ਿਟਿਵ ਜਿਹੜਾ ਹੈਗਾ ਐਜ਼ ਕੰਪੇਅਰ ਟੂ ਨੈਗੇਟਿਵ, ਪੋਜ਼ਿਟਿਵ ਨੂੰ ਆਪਾਂ ਵੱਡਾ ਮੰਨਦੇ ਹੁੰਦੇ, ਨੈਗੇਟਿਵ ਨੂੰ ਛੋਟਾ ਮੰਨਦੇ ਹੁੰਦੇ ਆ ਨਾ। ਦੈਟ ਮੀਨਸ ਇਸ ਰੈਜ਼ਿਸਟੈਂਸ ਦੇ ਇਧਰਲੇ ਪਾਸੇ, ਪੋਜ਼ਿਟਿਵ ਵਾਲੇ ਪਾਸੇ ਵੋਲਟੇਜ ਵੱਧ ਹੈਗੀ, ਇਧਰਲੇ ਪਾਸੇ ਜਿਹੜੀ ਵੋਲਟੇਜ ਹੈਗੀ ਉਹ ਘੱਟ ਹੈਗੀ। ਤਾਂ ਆਬਵੀਅਸਲੀ ਜਿਹੜਾ ਕਰੰਟ ਹੁੰਦਾ ਉਹ ਹਾਇਰ ਵੋਲਟੇਜ ਤੋਂ ਲੋਅਰ ਵੋਲਟੇਜ ਵੱਲ ਹੀ ਜਾਂਦਾ ਹੁੰਦਾ ਹੈ। ਇਹ ਗੱਲ ਕਲੀਅਰ ਹੋ ਗਈ ਜੀ, ਇਹ ਗੱਲ ਕਲੀਅਰ ਹੋ ਗਈ ਬੱਚੇ। ਤਾਂ ਹੁਣ ਇਸ ਹਿਸਾਬ ਨਾਲ ਆਪਾਂ ਇਹਦੀ ਪੋਲੈਰਿਟੀ ਮਾਰਕ ਕਰੋ ਜੀ, ਇਸ ਹਿਸਾਬ ਨਾਲ ਇਹਦੀ ਪੋਲੈਰਿਟੀ ਮਾਰਕ ਕਰੋ। ਤਾਂ ਜਿਹੜਾ ਸਾਡਾ ਇਹ ਪੂਰੀ ਡਾਇਗਰਾਮ ਨੂੰ ਆਪਾਂ ਦੁਬਾਰੇ ਬਣਾ ਰਹੇ ਹਾਂਗੇ। ਹੁਣ ਆਪਾਂ ਇੱਥੇ ਸਿਰਫ ਔਰ ਸਿਰਫ ਵੋਲਟੇਜ ਡ੍ਰੌਪਸ ਬਣਾਵਾਂਗੇ, ਇੱਥੇ ਆਪਾਂ ਰੈਜ਼ਿਸਟੈਂਸਿਸ ਨਹੀਂ ਬਣਾਵਾਂਗੇ। ਸਭ ਤੋਂ ਪਹਿਲਾਂ ਜਿਹੜਾ ਆਹਾਗਾ ਸਾਡਾ ਆਹ 1 ਓਮ, ਇਹਦੇ ਕ੍ਰਾਸ ਵੋਲਟੇਜ ਦਾ ਡ੍ਰੌਪ ਕਿੰਨਾ ਹੋਇਆਗਾ, 3 ਨੂੰ ਗੁਣਾ ਕੀਤਾ 1 ਦੇ ਨਾਲ, 3 ਵੋਲਟ। ਐਂਟਰ ਕਿੱਧਰੋਂ ਕੀਤਾ, ਕਰੰਟ ਇਧਰੋਂ, ਤਾਂ ਆਹ ਪਾਸਾ ਪੋਜ਼ਿਟਿਵ, ਆਹ ਪਾਸਾ ਨੈਗੇਟਿਵ। ਇੱਥੇ 3 ਵੋਲਟ ਉਹਨੇ ਦਿੱਤਾ ਹੀ ਹੋਇਆ ਸੀ, ਇਹਨੂੰ ਛੇੜਨਾ ਨਹੀਂ ਹੈਗਾ, ਵੋਲਟੇਜ ਸੋਰਸ ਨੂੰ ਨਹੀਂ ਅਸੀਂ ਛੇੜਨਾ। ਇੱਧਰ ਪੋਜ਼ਿਟਿਵ ਆ, ਇੱਧਰ ਨੈਗੇਟਿਵ ਆ, ਤੇ ਇੱਧਰ ਪੋਜ਼ਿਟਿਵ ਨੈਗੇਟਿਵ ਅਸੀਂ ਲਿਖ ਲਿਆ। 6 ਨੂੰ 3 ਨਾਲ ਗੁਣਾ ਕਰਾਂਗੇ, ਇੱਥੇ ਆ ਜਾਊਗਾ 18 ਵੋਲਟ। ਹੁਣ ਅਸੀਂ ਕੀ ਕਰਨਾਗਾ, ਉਹਨੇ ਕਿਹਾ ਸੀ A ਤੋਂ B ਵੱਲ ਜਾਓ ਜੀ, ਤਾਂ A ਤੋਂ B ਵੱਲ ਜਾਣਾਗਾ। ਤੇ ਅਸੀਂ ਕੀ ਕਰਦੇ ਜਾਣਾਗਾ, ਸਾਰੀਆਂ ਵੋਲਟੇਜ ਨੂੰ ਜਿਹੜਾ ਵੀ ਸਾਈਨ ਉਹਦਾ ਪਹਿਲਾਂ ਆਊਗਾ ਉਸ ਸਾਈਨ ਦੇ ਹਿਸਾਬ ਨਾਲ ਅਸੀਂ ਲਿਖਦੇ ਜਾਣਾ। ਤਾਂ 3 ਵੋਲਟ ਆ ਜਿਹੜਾ ਉਹਦਾ ਸਾਈਨ ਪਹਿਲਾਂ ਕੀ ਆ 3, ਤਾਂ ਪਲੱਸ ਲਿਖਣਾਗਾ, ਵੋਲਟੇਜ ਕਿੰਨੀ ਹੈਗੀ 3। ਫੇਰ ਜਿਹੜਾ ਇਸ ਤੋਂ ਬਾਅਦ ਕਰੰਟ ਇੱਧਰ ਨੂੰ ਜਾ ਰਿਹਾ ਨਾ, ਕਿਹੜਾ ਸਾਈਨ ਆ ਨੈਗੇਟਿਵ, ਤਾਂ ਆਪਾਂ ਲਿਖਾਂਗੇ ਨੈਗੇਟਿਵ। ਕਿੰਨੀ ਵੋਲਟੇਜ ਹੈਗੀ 3, 3 ਲਿਖ ਲਿਆ। ਉਦੋਂ ਬਾਅਦ ਸਾਡੇ ਕੋਲੇ ਕਿਹੜਾ ਸਾਈਨ ਪਹਿਲਾਂ ਟੱਕਰਿਆ ਸਾਨੂੰ, ਪਲੱਸ, ਤੇ ਕਿੰਨੀ ਵੋਲਟੇਜ ਹੈਗੀ 18, ਤਾਂ 18 ਲਿਖ ਲਿਆ। ਤਾਂ ਸਾਡੇ ਕੋਲੇ ਪਲੱਸ ਨਾਲ ਮਾਈਨਸ ਕੱਟ ਗਿਆ, ਸਾਡੇ ਕੋਲੇ ਜਿਹੜਾ ਟੋਟਲ ਆਂਸਰ ਆਇਆ ਉਹ ਕਿੰਨਾ ਆ ਗਿਆ, ਸਾਡਾ ਟੋਟਲ ਆਂਸਰ ਸਾਡਾ 18 ਵੋਲਟ ਆ ਗਿਆ ਜੀ। 18 ਦਾ ਆਂਸਰ ਨਿਕਲੂਗਾ ਜੀ ਇਹਨਾਂ ਕੁਐਸਚਨ ਦਾ। ਇਹੋ ਜਿਹੇ 2-3 ਕੁਐਸਚਨ ਆ ਜਿਹੜੇ ਲੰਬੇ ਜਿਹੇ ਲਾਈਨ ਦੇ ਵਿੱਚ ਬਣੇ ਹੋਏ ਨੇਗੇ, ਇਹ 3-4 ਕੁਐਸਚਨ ਕਰਕੇ ਦੇਖਣੇ ਹੈਗੇ। ਠੀਕ ਹੈ ਜੀ।
ਇੱਕ 47 ਨੰਬਰ ਕੁਐਸਚਨ ਆ, ਇੱਕ ਇਦੋਂ ਅਗਲਾ 38 ਨੰਬਰ ਕੁਐਸਚਨ ਆ। ਇਹ ਜਿਹੜਾ ਆਪਾਂ ਕੁਐਸਚਨ ਕੀਤਾ ਗਿਆ 37 ਨੰਬਰ ਸੀਗਾ ਜੀ। ਓਕੇ ਜੀ, ਓਕੇ ਸਰ। ਠੀਕ ਹੈ ਜੀ। ਅੱਛਾ, ਇਹਦੇ ਵਿੱਚ ਇੱਕ ਚੀਜ਼ ਹੋਰ ਦੇਖੋ, ਮੈਂ ਇਹਨੂੰ ਪਹਿਲਾਂ ਥੋੜਾ ਜਿਹਾ ਨਾ ਸੈੱਟ ਕਰ ਲਾਂ ਫਿਗਰ ਨੂੰ, ਜਿਹੜਾ ਕੁਛ ਆਪਾਂ ਦੁਬਾਰੇ ਕੀਤਾ ਸੀ ਉਹਨੂੰ ਸਹੀ ਕਰ ਲਾਂ। ਜਿਹਨੇ ਕੁਐਸਚਨ ਉਤਾਰਨਾ ਬੱਚੇ ਉਤਾਰ ਲਓ, ਫਿਰ ਮੈਂ ਅੱਗੇ ਚੱਲਦਾ ਗਾ। ਕੁਐਸਚਨ ਦੇ ਵਿੱਚ ਆਪਾਂ ਇੰਨਾ ਕੁ ਚੇਂਜ ਕਰ ਦਿਆਂਗੇ। ਕੁਐਸਚਨ ਦੇ ਵਿੱਚ ਉਹਨੇ ਕੀ ਕਿਹਾ ਸੀਗਾ, ਤੁਸੀਂ ਕੀ ਕਰਨਾਗਾ, VAB ਕੱਢਣਾ, ਹਨਾ। ਆਹ ਮੰਨ ਲਓ ਉਹਨੇ ਕਿਹਾ ਹੁੰਦਾ VBA ਕੱਢੋ, ਤਾਂ ਫੇਰ ਕੀ ਕਰਨਾ ਸੀ, ਕਰੰਟ ਦੀ ਡਾਇਰੈਕਸ਼ਨ ਉਹਨੇ ਸਾਨੂੰ ਆਲਰੇਡੀ ਦੇਤੀ। ਇਹ ਤਾਂ ਕੋਈ ਰੌਲਾ ਹੀ ਨਹੀਂ ਹੈਗਾ, ਜਿਹੜੀ ਕਰੰਟ ਦੀ ਡਾਇਰੈਕਸ਼ਨ ਦੇਤੀ ਇਹ ਤਾਂ ਕੋਈ ਰੌਲਾ ਹੈ ਹੀ ਨਹੀਂ। ਤਾਂ ਅਸੀਂ ਕੀ ਕਰਨਾ ਸੀਗਾ, ਸਭ ਤੋਂ ਪਹਿਲਾਂ ਤਾਂ ਉਸੇ ਤਰੀਕੇ ਨਾਲ ਪਹਿਲਾਂ ਤਾਂ ਵੋਲਟੇਜ ਡ੍ਰੌਪਸ ਲਿਖਣੇ ਹੈਗੇ। ਪਹਿਲਾਂ ਅਸੀਂ ਕੁਝ ਨਹੀਂ ਚੇਂਜ ਕਰਨਾ, ਪਹਿਲਾਂ ਤਾਂ ਉਹੀ ਕੰਮ ਕਰਨਾ ਵੀ ਮਾਰਕ ਦਾ ਪੋਲੈਰਿਟੀ ਆਫ ਈਚ ਰੈਜ਼ਿਸਟੈਂਸ। ਤਾਂ ਪੋਲੈਰਿਟੀ ਆਪਾਂ ਮਾਰਕ ਕੀਤੀ ਸੀ, ਪਹਿਲਾਂ ਪਲੱਸ ਆਊਗਾ ਤੇ 3 ਵੋਲਟ ਆਊਗਾ। ਇੱਥੇ ਵੀ ਸਹੀ ਆ, ਆਨਸਰ 18 ਵੀ ਸਹੀ ਆ। ਡਿਪੈਂਡ ਕਰਦਾ ਉਹਨੇ ਪੁੱਛਿਆ ਕੀ ਆ, ਕੁਐਸਚਨ ਦੇਖੋ ਹਾਂ ਵੀ ਉਹਨੇ ਪੁੱਛਿਆ ਕੀ ਆ। ਜੇ ਉਹਨੇ ਪੁੱਛਿਆ ਹੁੰਦਾ, ਦੇਖੋ ਜੀ, ਜੇ ਉਹਨੇ ਪੁੱਛਿਆ ਹੋਇਆਗਾ VAB ਤੇ ਸਾਡਾ 18 ਵੋਲਟ ਆਇਆਗਾ, ਇਹਦਾ ਮਤਲਬ ਕੀ ਆ, ਜਿਹੜਾ ਕਰੰਟ ਦੀ ਡਾਇਰੈਕਸ਼ਨ ਆ ਗਈ ਸਾਡੀ ਉਹ A ਤੋਂ B ਵੱਲ ਹੈਗੀ। ਹੁਣ ਜੇ ਇਸੇ ਕੁਐਸਚਨ ਵਾਸਤੇ ਉਹ BA ਪੁੱਛ ਲੈਂਦਾ, ਹੁਣ ਸਾਨੂੰ ਪਤਾ A ਤੋਂ B ਵੱਲ ਆ ਡਾਇਰੈਕਸ਼ਨ, ਉਹ ਪੁੱਛੀ ਜਾਂਦਾ B ਤੋਂ A ਵੱਲ, ਤਾਂ ਪੱਕੀ ਗੱਲ ਆਨਸਰ ਸਾਡਾ ਨੈਗੇਟਿਵ ਦੇ ਵਿੱਚ ਆਊਗਾ। ਇਹਦਾ ਮਤਲਬ ਕੀ ਹੈਗਾ, ਜਿਹੜੀ ਆਹ B ਤੋਂ A ਦਿੱਤੀ ਹੋਈ ਹੈ, ਇਹ ਜਿਹੜੇ ਪੋਜ਼ਿਟਿਵ ਹੈਗਾ ਇਹ ਗਲਤ ਹੈਗਾ। ਇਹਨੂੰ ਆਪਾਂ ਸਾਈਨ ਨੂੰ ਚੇਂਜ ਕਰਨ ਵਾਸਤੇ ਸਾਨੂੰ ਇਹਨੂੰ ਪੁੱਠਾ ਕਰਨਾ ਪਊਗਾ। ਫਿਰ ਜਦੋਂ ਆਪਾਂ ਸਾਈਨ ਚੇਂਜ ਕਿਵੇਂ ਕਰਾਂਗੇ, ਇੱਧਰਲੇ ਪਾਸੇ ਮਾਈਨਸ ਤੋਂ ਪਲੱਸ ਬਣਾ ਲਾਂਗੇ। ਓਕੇ ਜੀ, ਓਕੇ ਸਰ। ਪਹਿਲਾ ਚੈਪਟਰ ਲਗਭਗ ਤੁਹਾਡਾ ਹੈ ਜੀ। ਅਬਦੁੱਲਾ ਇੱਕ ਸਟੂਡੈਂਟ ਨੂੰ ਮਿਊਟ ਕਰਨਾ। ਹੋਰ ਦੇਖੋ ਬੱਚੇ ਕੀ ਕਰੀਏ, ਹੋਰ ਆਪਾਂ ਇੱਕ ਟੌਪਿਕ ਛੇੜੀਏ ਆਪਾਂ ਫਿਰ ਹੁਣ। ਚਲੋ ਇੱਕ ਟੌਪਿਕ ਛੇੜ ਦਿਆਂਗੇ ਆਪਾਂ। ਚਲੋ ਜੀ, ਆਪਾਂ ਦੇਖਦੇ ਹਾਂ ਰਾਜੇ ਵੀ ਇੱਕ ਆਪਾਂ ਕੁਛ ਫਾਰਮੂਲੇ ਯਾਦ ਕਰਨੇ ਹੈਗੇ। ਜੇ ਸਾਡੇ ਕੋਲੇ ਜਿਹੜੇ ਸੈਲਜ਼ ਨੇਗੇ, ਜੇ ਸੈਲਜ਼ ਸਾਡੇ ਦੇਖੋ ਬੱਚੇ, ਜੇ ਨੰਬਰ ਆਫ ਸੈਲਜ਼ ਸਾਡੇ ਤੇ ਉਹ ਸੀਰੀਜ਼ ਜਾਂ ਫਿਰ ਪੈਰਲਲ ਦੇ ਵਿੱਚ ਲੱਗੇ ਹੋਣ, ਤਾਂ ਉਹਦਾ ਜਿਹੜਾ ਕਰੰਟ ਕੱਢਣ ਦਾ ਫਾਰਮੂਲਾ ਹੁੰਦਾ ਉਹ ਕੀ ਹੁੰਦਾ, ਇਹ ਕਰਦੇ ਆਂਗੇ ਆਪਾਂ ਅੱਜ। ਇਹਦਾ ਆਪਾਂ ਇੱਕ ਪੈਟ ਫਾਰਮੂਲਾ ਬਣਾਉਣਾਗਾ ਤੇ ਉਹਦੇ ਨਾਲ ਆਪਾਂ ਕੁਐਸਚਨਸ ਨੂੰ ਸੋਲਵ ਕਰਨਾ। ਦੇਖੋ ਸਭ ਤੋਂ ਪਹਿਲਾਂ ਜੇ ਆਪਾਂ ਸੈਲਜ਼ ਨੂੰ ਸੀਰੀਜ਼ ਚ ਲਾਉਣੇ ਆਗੇ ਰਾਜੇ, ਦੇਖੋ ਇੱਕ ਹੁੰਦੇ ਆ ਸੈਲਜ਼, ਇੱਕ ਹੁੰਦੀ ਹੈਗੀ ਸਾਡੀ ਬੈਟਰੀ। ਦੋਨਾਂ ਦੇ ਵਿੱਚ ਫਰਕ ਹੈਗਾ। ਬੈਟਰੀ ਦੀ ਜਿਹੜੀ ਵੋਲਟੇਜ ਹੁੰਦੀ ਹੈਗੀ ਬੱਚੇ, ਉਹ ਸਾਡੀ ਹੁੰਦੀ ਆ 12 ਵੋਲਟ, 24 ਵੋਲਟ, 48 ਵੋਲਟ, 48 ਵੋਲਟ, ਠੀਕ ਹੈ। ਏਦਾਂ ਸਾਡੀ ਵੋਲਟੇਜ ਹੁੰਦੀ ਹੈਗੀ ਬੈਟਰੀ ਦੀ, 220 ਵੋਲਟ। ਤੇ ਜਿਹੜੀ ਸਾਡੀ ਸੈੱਲ ਦੀ ਵੋਲਟੇਜ ਹੈਗੀ, ਇੱਕ ਜਿਹੜਾ ਸੈੱਲ ਹੁੰਦਾ ਸਾਡਾ ਉਹ ਲਗਭਗ ਸਾਨੂੰ 2.25 ਜਾਂ 2.25 ਵੱਧ ਤੋਂ ਵੱਧ, ਹਨਾ, ਏਦਾਂ ਵੋਲਟੇਜ ਦਿੰਦਾ ਵੱਧ ਤੋਂ ਵੱਧ। ਹੁਣ ਇੰਨੀ ਘੱਟ ਵੋਲਟੇਜ ਜਿਹੜੀ ਇੱਕ ਸੈੱਲ ਦੀ ਹੁੰਦੀ ਹੈ, ਸਾਡੇ ਕਿਤੇ ਵੀ ਕੰਮ ਨਹੀਂ ਆਉਂਦੀ। ਸੰਮੀ, ਮੈਂ ਜਿਹੜਾ ਵੀ ਸੰਮੀ ਕੌਣ ਹੈਗਾ, ਮੈਂ ਇਹਨਾਂ ਨੂੰ ਐਗਜ਼ਿਟ ਕਰਵਾ ਦੇਣਾ, ਫਿਰ ਨਾ ਕਿਹੋ। ਮੈਂ ਜਦ ਸਮਝਾ ਰਿਹਾ ਤੁਹਾਨੂੰ, ਬੋਲਣ ਦੀ ਕੀ ਲੋੜ ਹੈਗੀ, ਕਿਉਂ ਕਰ ਰਹੇ ਉਹਨੂੰ ਬਾਰ-ਬਾਰ ਅਨਮਿਊਟ। ਮੈਂ ਬਾਹਰ ਕੱਢ ਕੇ ਮਾਰਨਾ, ਫਿਰ ਨਾ ਕਿਹੋ ਯਾਰ ਮੈਨੂੰ। ਤੁਸੀਂ ਬਾਕੀ ਸਾਰੇ ਬੱਚਿਆਂ ਨੂੰ ਡਿਸਟਰਬ ਕਰ ਰਹੇ ਹੋ, ਮੈਨੂੰ ਨਹੀਂ ਪਤਾ ਕੌਣ ਹੋ ਤੁਸੀਂ। ਚਲੋ ਬੱਚੇ ਸੁਣੋ, ਜਿਹੜੇ ਸੈੱਲ ਨੇਗੇ ਸਾਡੇ, ਉਹ ਸੀਰੀਜ਼ ਦੇ, ਜਦੋਂ ਰਾਜੇ ਇੱਕ ਸੈੱਲ ਦੀ ਵੋਲਟੇਜ ਸਾਡੀ ਇੰਨੀ ਘੱਟ ਹੁੰਦੀ ਹੈ, ਇੰਨੀ ਵੋਲਟੇਜ ਸਾਨੂੰ ਕਿਤੇ ਵੀ ਨਹੀਂ ਚਾਹੀਦੀ ਹੁੰਦੀ ਹੈ ਨਾ, ਸਾਨੂੰ ਵੱਧ ਵੋਲਟੇਜ ਚਾਹੀਦੀ ਹੁੰਦੀ ਹੈ। ਤਾਂ ਵੋਲਟੇਜ ਨੂੰ ਇਨਕਰੀਜ਼ ਕਰਨ ਵਾਸਤੇ
ਅਸੀਂ ਸੈਲਸ ਨੂੰ ਕਾਹਦੇ ਵਿੱਚ ਲਾਉਣੇ ਆਗੇ ਬੱਚੇ? ਸੀਰੀਜ਼ ਦੇ ਵਿੱਚ ਲਾਉਣੇ ਆਗੇ। ਓਕੇ, ਸੀਰੀਜ਼ ਦੇ ਵਿੱਚ ਲਾ ਕੇ ਹਮੇਸ਼ਾ ਵੋਲਟੇਜ ਜਿਹੜੀ ਹੁੰਦੀ ਆ ਉਹ ਵੱਧ ਜਾਂਦੀ ਆ, ਤੇ ਜਿੱਥੇ ਕਿਤੇ ਸਾਨੂੰ ਕਰੰਟ ਵੱਧ ਚਾਹੀਦਾ ਹੁੰਦਾ ਹੈਗਾ ਉੱਥੇ ਆਪਾਂ ਜਿਹੜੇ ਸੈਲਸ ਆਗੇ, ਸਾਡੇ ਜਿਹੜੇ ਸੈਲਸ ਹੁੰਦੇ ਆ ਉਹਨਾਂ ਨੂੰ ਆਪਾਂ ਕਾਹਦੇ ਵਿੱਚ ਲਾਉਣੇ ਆਗੇ? ਪੈਰਲਲ ਦੇ ਵਿੱਚ ਲਗਾਉਣੇ ਹੁੰਦੇ ਆਗੇ। ਤਾਂ ਜੇ ਆਪਾਂ ਪਹਿਲਾਂ ਸੀਰੀਜ਼ ਦੀ ਗੱਲ ਕਰਦੇ ਆ, ਪਹਿਲਾਂ ਆਪਾਂ ਸੀਰੀਜ਼ ਦੀ ਗੱਲ ਕਰਦੇ ਆਗੇ ਵੀ ਮੰਨ ਲਓ ਸਾਡੇ ਕੋਲੇ ਕੁਝ n ਨੰਬਰ ਆਫ ਸੈਲਸ ਨੇਗੇ, n ਨੰਬਰ ਆਫ ਸੈਲਸ ਨੇਗੇ ਜਿਹੜੇ ਕਿ ਸੀਰੀਜ਼ 'ਚ ਲੱਗੇ ਹੋਏ ਆ। ਦੁਨੀਆ ਦੇ ਵਿੱਚ ਕੋਈ ਇਹੋ ਜਿਹਾ ਸੈੱਲ ਨਹੀਂ ਹੈਗਾ ਜਿਹੜਾ ਇਕੱਲਾ ਸੈੱਲ ਹੋਵੇ ਤੇ ਉਹਦੀ ਇੰਟਰਨਲ ਰੈਜ਼ਿਸਟੈਂਸ ਨਾ ਹੋਵੇ। ਤਾਂ ਹਮੇਸ਼ਾ ਇੱਕ ਸੈੱਲ ਹੁੰਦਾ, ਇੱਕ ਉਹਦੀ ਇੰਟਰਨਲ ਰੈਜ਼ਿਸਟੈਂਸ ਹੁੰਦੀ ਹੈ, ਇੱਕ ਸੈੱਲ ਹੁੰਦਾ, ਇੱਕ ਉਹਦੀ ਇੰਟਰਨਲ ਰੈਜ਼ਿਸਟੈਂਸ ਹੁੰਦੀ ਹੈ। ਮੋਸਟ ਇੰਪੋਰਟੈਂਟ ਜਿਹੜਾ ਤੁਸੀਂ ਯਾਦ ਰੱਖਣਾਗਾ ਉਹ ਇਹ ਰੱਖਣਾਗਾ ਵੀ ਉਹਦੀ ਜਿਹੜੀ ਰਾਈਟ ਪੋਲੈਰਿਟੀ ਹੈਗੀ ਸੈੱਲਾਂ ਨੂੰ ਜੋੜਨ ਦੀ, ਉਹ ਇਹ ਹੈਗੀ ਵੀ ਜੇ ਨੈਗੇਟਿਵ ਟਰਮੀਨਲ ਹੈਗਾ, ਇਸ ਨੈਗੇਟਿਵ ਨਾਲ ਅਗਲੇ ਦਾ ਕੀ ਜੁੜਿਆ ਹੋਣਾ ਚਾਹੀਦਾ? ਪੋਜ਼ਿਟਿਵ ਜੁੜਿਆ ਹੋਣਾ ਚਾਹੀਦਾ। ਤਾਂ ਹੀ ਸਾਡੀ ਜਿਹੜੀ ਵੋਲਟੇਜ ਹੈਗੀ ਉਹ ਐਡ ਹੋਵੇਗੀ। ਜੇ ਤੁਸੀਂ ਨੈਗੇਟਿਵ ਦੇ ਨਾਲ ਪੋਜ਼ਿਟਿਵ ਦੇ ਨਾਲ ਨੈਗੇਟਿਵ ਜੋੜਿਆਗਾ ਜਾਂ ਫਿਰ ਨੈਗੇਟਿਵ ਦੇ ਨਾਲ ਇਹਦਾ ਜੇ ਤੁਸੀਂ ਏਦਾਂ ਜੋੜ ਲਓ ਵੀ ਤੁਹਾਡੇ ਕੋਲੇ ਆ ਨੈਗੇਟਿਵ ਹੈਗਾ ਤੇ ਇਹਦੇ ਨੈਗੇਟਿਵ ਨਾਲ ਏਦਾਂ ਜੋੜ ਲਓ ਵੀ ਆ 10 ਵੋਲਟ ਆ 5 ਵੋਲਟ ਆ, ਤਾਂ ਇਹ ਰੋਂਗ ਕਨੈਕਸ਼ਨ ਨਹੀਂ। ਇੱਥੇ ਸਾਡੀ ਵੋਲਟੇਜ ਜਿਹੜੀ 10 - 5 ਹੋਵੇਗੀ, ਇੱਥੇ ਪਲੱਸ ਨਹੀਂ ਹੋਵੇਗੀ। ਇਹ ਗੱਲ ਕਲੀਅਰ ਹੋ ਗਈ ਜੀ? ਠੀਕ ਹੈ, ਜੇ ਲਿਖਣਾ ਗਾ ਨਾਲ ਦੀ ਨਾਲ ਲਿਖੀ ਜਾਓ। ਅੱਗੇ ਚਲੋ ਫਿਰ, ਤਾਂ ਸਾਡੇ ਰਾਈਟ ਕਨੈਕਸ਼ਨ ਇਹ ਬਣ ਰਹੇ ਨੇ ਕਿ ਸਾਡੇ ਹਰੇਕ। ਅੱਛਾ, ਜਦੋਂ ਕਦੇ ਵੀ ਆਪਾਂ ਕਿਸੇ ਬੈਟਰੀ ਦੇ ਵਿੱਚ ਨੰਬਰ ਆਫ ਸੈਲਸ ਲਗਾਉਣੇ ਹੈਗੇ ਤਾਂ ਇੱਕ ਕੰਡੀਸ਼ਨ ਹੁੰਦੀ ਹੈਗੀ ਵੀ ਜਿੰਨੇ ਵੀ ਸੈੱਲ ਅਸੀਂ ਲਗਾਵਾਂਗੇ ਸਾਰਿਆਂ ਦੀ ਵੋਲਟੇਜ ਸੇਮ ਹੋਊਗੀ, ਇੱਕ ਵੋਲਟੇਜ ਦੀ ਹਰੇਕ ਸੈੱਲ। ਹੁਣ ਆਪਾਂ ਮੰਨ ਲੈਂਦੇ ਹਾਂ ਵੀ E ਹੈਗੀ, ਇਹ ਵੀ E ਆ, ਇਹ ਵੀ E ਆ, ਇਹ ਵੀ E ਆ, ਪਲੱਸ ਉਹਦੀ ਜਿਹੜੀ ਇੰਟਰਨਲ ਰੈਜ਼ਿਸਟੈਂਸ ਹੈਗੀ ਉਹ ਵੀ ਸੇਮ ਹੋਏਗੀ, RN ਤੇ RN। ਤਾਂ ਜਦੋਂ ਇਹ ਸਾਰਾ ਕੰਬੀਨੇਸ਼ਨ ਬਣ ਜਾਊਗਾ, ਉਹ ਬਣੂਗਾ ਸਾਡਾ ਸੀਰੀਜ਼ ਦੇ ਵਿੱਚ, ਤੇ ਇੱਥੇ ਲਗਾਵਾਂਗੇ ਕੋਈ ਨਾ ਕੋਈ ਰੈਜ਼ਿਸਟੈਂਸ। ਇਹ ਸਾਡਾ ਸਰਕਟ ਹੋ ਗਿਆ ਕੰਪਲੀਟ। ਓਕੇ ਜੀ, ਹੁਣ ਇਸ ਸਰਕਟ ਦੇ ਵਿੱਚ ਕਰੰਟ ਕਿੱਧਰੋਂ ਨਿਕਲੂਗਾ? ਜਿੱਧਰ ਸਾਡੇ ਸੈੱਲਾਂ ਦਾ ਪੋਜ਼ਿਟਿਵ ਆ, ਇਹ ਵੀ ਇੱਧਰ ਨੂੰ ਕਰੰਟ ਕੱਢੂਗਾ, ਇਹ ਵੀ ਇੱਧਰ ਨੂੰ ਤੇ ਇਹ ਵੀ ਇੱਧਰ ਨੂੰ, ਤਾਂ ਟੋਟਲ ਪੋਜ਼ਿਟਿਵ ਇੱਧਰ ਨੂੰ ਨਿਕਲ ਜੂਗਾ। ਤਾਂ ਕਰੰਟ ਸਾਡਾ ਕਿੱਧਰ ਨੂੰ ਜਾ ਰਿਹਾ ਹੈਗਾ? ਇੱਧਰਲੇ ਪਾਸੇ। ਸਾਡਾ ਸਾਡਾ ਮੰਨ ਲਓ ਪੁਆਇੰਟ ਆ ਜਿਹੜਾ ਸਾਡਾ, ਪੁਆਇੰਟ ਆ A ਹੈਗਾ, ਸਾਡਾ ਪੁਆਇੰਟ B ਆ, ਤਾਂ A ਤੋਂ B ਵੱਲ ਕਰੰਟ ਜਾ ਰਿਹਾ ਇੱਦਾਂ। ਤਾਂ ਜੇ ਇਹ ਕਰੰਟ ਦਾ ਆਪਾਂ, ਇਹ ਕਰੰਟ ਆ ਜਿਹੜਾ, ਇਸ ਕਰੰਟ ਦੀ ਅਸੀਂ ਟੋਟਲ ਕਰੰਟ ਕੱਢਣਾ ਹੋਵੇ ਤਾਂ ਉਹ ਹੁੰਦੀ ਆ ਟੋਟਲ ਵੋਲਟੇਜ ਬਟੇ ਟੋਟਲ ਰੈਜ਼ਿਸਟੈਂਸ। ਤਾਂ ਸੀਰੀਜ਼ ਵਾਸਤੇ ਫਾਰਮੂਲਾ ਬਣ ਲੱਗਿਆ ਰਹੇ ਜੋ ਸੈੱਲ ਸੀਰੀਜ਼ 'ਚ ਹੁੰਦੇ ਆ। ਟੋਟਲ ਵੋਲਟੇਜ ਹੁਣ ਕੀ ਹੋਊਗੀ? ਜੇ ਤੁਹਾਡੇ ਕੋਲੇ ਤਿੰਨ ਸੈੱਲ ਨੇਗੇ 2 ਵੋਲਟ ਦੇ, ਸਪੋਜ਼ 2 ਤਾਂ ਤੁਸੀਂ ਕਰਦੇ 2 + 2 6 ਵੋਲਟ ਆਏਗਾ ਨਾ। ਜਾਂ ਤੁਸੀਂ ਕੀ ਕਰਦੇ ਹੋ, ਜੇ ਸਾਰੀਆਂ ਸੈੱਲ ਦੀਆਂ ਵੋਲਟੇਜ ਸੇਮ ਆ ਤਾਂ 2 ਨੂੰ ਗੁਣਾ ਕਰਦੇ ਹੋ ਕਿਹਦੇ ਨਾਲ? 3 ਨਾਲ, ਤੇ ਤੁਹਾਡੇ ਕੋਲੇ ਕਿੰਨਾ ਆ ਜਾਂਦਾ ਹੈਗਾ? 6 ਵੋਲਟ ਆ ਜਾਂਦਾ ਹੈਗਾ। ਇਟ ਮੀਨਸ ਕੀ ਹੈਗਾ, ਸਾਡੇ ਅਸੀਂ ਵੋਲਟੇਜ ਕਰਦੇ ਕਿਵੇਂ ਹੁੰਦੇ ਹੈਗੇ ਵੀ ਇੱਕ ਸੈੱਲ ਦੀ ਵੋਲਟੇਜ ਜਿੰਨੀ ਵੀ ਹੈਗੀ ਆ ਮਲਟੀਪਲਾਈ ਬਾਈ ਜਿੰਨੇ ਟੋਟਲ ਨੰਬਰ ਆਫ ਵੋਲਟ ਸੈੱਲ ਨੇਗੇ। ਤਾਂ ਇੱਕ ਦੀ ਵੋਲਟੇਜ ਅਸੀਂ ਕਿੰਨੀ ਮੰਨੀ ਹੈਗੀ? E। ਟੋਟਲ ਨੰਬਰ ਕਿੰਨਾ ਹੈਗਾ? ਜੇ ਇੱਥੇ 3 ਆ, ਜਿਵੇਂ ਇੱਥੇ 3 ਤੁਹਾਨੂੰ ਦਿਖ ਰਹੇ ਆ ਤਾਂ 3 ਲਿਖਾਂਗੇ, ਅਦਰਵਾਈਜ਼ ਮੰਨ ਲਓ ਜੇ ਇੱਥੇ ਵੱਧ ਹੋਣ ਤਾਂ ਆਪਾਂ ਅੱਗੇ ਪਾ ਦਾਂਗੇ N। ਠੀਕ ਹੈ ਜੀ, ਇੱਥੇ ਪਾ ਦਾਂਗੇ ਅਸੀਂ N। ਡਿਵਾਈਡ ਕਰਾਂਗੇ ਉਸ ਤੋਂ ਬਾਅਦ ਅਸੀਂ ਇਹਨੂੰ ਡਿਵਾਈਡ ਕਰਾਂਗੇ। ਅਸੀਂ ਡਿਵਾਈਡ ਕਰਨ ਤੋਂ ਬਾਅਦ ਅਸੀਂ ਕੀ ਕਰਨਾ ਹੈਗਾ? ਦੇਖੋ ਹੁਣ ਅਸੀਂ ਵੋਲਟੇਜ ਡਿਵਾਈਡ ਬਾਈ ਰੈਜ਼ਿਸਟੈਂਸ ਲਿਖਣਾ ਨਾ। ਰੈਜ਼ਿਸਟੈਂਸ ਇੱਕ ਤਾਂ RL ਤਾਂ ਪੱਕੀ ਹੋ ਆ ਗਈ ਜਿਹੜੀ ਇਹਨਾਂ ਦੇ ਸੀਰੀਜ਼ 'ਚ ਲੱਗੀ ਹੋਈ ਹੈ, ਤਾਂ RL ਤਾਂ ਲਿਖਣੀ ਹੈ। ਨਾਲ ਉਹਦੇ ਕੀ ਲਿਖਣਾ ਹੈਗਾ? ਆ ਕਿੰਨੀਆਂ ਰੈਜ਼ਿਸਟੈਂਸਾਂ ਨੇਗੀਆਂ? 3 ਨੇਗੀਆਂ, ਤਾਂ ਆਪਾਂ 3 × RN ਕਰਾਂਗੇ ਨਾ। ਤੇ ਜੇ ਸਾਡੇ ਕੋਲੇ ਵੱਧ ਹੋਣਗੀਆਂ ਤਾਂ N × RN ਕਰਾਂਗੇ। ਸਾਡਾ ਜਿਹੜਾ ਕਰੰਟ ਉਹ ਆ ਬਣ ਗਿਆ ਵੀ ਟੋਟਲ ਵੋਲਟੇਜ ਕੀ ਹੁੰਦੀ ਹੈਗੀ? ਸਾਰੇ ਸੈੱਲਾਂ ਦੀ ਇੱਕ ਸੈੱਲ ਦੀ ਵੋਲਟੇਜ ਤੇ ਗੁਣਾ ਕਰੋ ਜਿੰਨੇ ਵੀ ਸੈੱਲ ਨੇਗੇ। ਜੇ ਟੋਟਲ ਰੈਜ਼ਿਸਟੈਂਸ ਸਾਡੀ ਇੰਟਰਨਲ ਰੈਜ਼ਿਸਟੈਂਸ ਆ ਸਾਰੀਆਂ ਜੋੜਾਂਗੇ ਆਪਾਂ, ਤੇ ਪਲੱਸ ਉਹਦੇ ਨਾਲ ਜੋੜਾਂਗੇ ਲੋਡ ਰੈਜ਼ਿਸਟੈਂਸ ਆਪਸ ਦੇ ਵਿੱਚ, ਕਿਉਂਕਿ ਇਹ ਦੋਨੇ ਚੀਜ਼ਾਂ ਨੇ, ਇਹ ਦੋਨੇ ਚੀਜ਼ਾਂ ਆਪਸ 'ਚ ਸੀਰੀਜ਼ 'ਚ ਲੱਗੀਆਂ ਹੋਈਆਂ ਨੇਗੀਆਂ। ਠੀਕ ਹੋ ਗਈ ਨਾ ਜੀ ਗੱਲ ਇਹ? ਠੀਕ ਹੈ ਜੀ, ਇਸ ਫਾਰਮੂਲੇ ਨੂੰ ਉਤਾਰ ਲਓ, ਇਸ ਡਾਇਗਰਾਮ ਨੂੰ ਬਣਾ ਲਓ, ਬਣਾ ਕੇ ਦੱਸੋ। ਸਰ ਇੱਕ ਕੁਐਸਚਨ ਪੁੱਛਣਾ ਪੁੱਛਣਾਗਾ? ਬੋਲੋ ਬੱਚੇ ਬੋਲੋ। ਸਰ ਜਿਹੜਾ ਤੁਸੀਂ ਇਹਦੇ ਵਿੱਚ A to B ਪੋਲੈਰਿਟੀ ਬੋਲੋ ਰਾਜੇ। ਨੈਗੇਟਿਵ ਤੋਂ ਪੋਜ਼ਿਟਿਵ ਕਰੀ ਆ,
ਹੈਲੋ ਹੈਲੋ ਹਾਂਜੀ ਹਾਂਜੀ ਰਾਜੇ, A to ਆਪਾਂ B ਕੀਤੀ ਹੈ, ਬਿਲਕੁਲ ਰਾਜੇ, ਹਾਂਜੀ। ਹਾਂਜੀ, ਨੈਗੇਟਿਵ ਟੂ ਪੋਜ਼ਿਟਿਵ ਕਰੀਏ ਨਾ ਸਰ, ਮਤਲਬ ਕਿ ਪੂਰਾ ਸਰਕਿਟ ਕੰਪਲੀਟ ਹੋਏ। ਨਹੀਂ, ਸਰ ਪੋਜ਼ਿਟਿਵ ਟੂ ਜੇ ਨੈਗੇਟਿਵ ਕੀਤੀ ਹੈ ਰਾਜੇ। A ਪੁਆਇੰਟ ਦੇਖੋ, A ਪੁਆਇੰਟ ਦੇਖੋ ਕੀ ਨਾਲ ਜੁੜਿਆ ਹੋਇਆ ਹੈਗਾ, A ਪੁਆਇੰਟ ਜੁੜਿਆ ਹੋਇਆ ਹੈਗਾ ਪੋਜ਼ਿਟਿਵ ਨਾਲ, ਪੋਜ਼ਿਟਿਵ ਨਾਲ ਤੇ B ਪੁਆਇੰਟ ਕੀ ਨਾਲ ਜੁੜਿਆ ਹੋਇਆ ਇੱਧਰਲੇ ਨੈਗੇਟਿਵ ਨਾਲ। ਨੈਗੇਟਿਵ। ਤਾਂ ਸਰ ਪੋਜ਼ਿਟਿਵ ਤੁਸੀਂ ਟੂ ਨੈਗੇਟਿਵ ਕੀਤੀ ਹੈ ਰਾਜੇ। ਸਰ ਤੁਸੀਂ ਐਰੋ ਮਤਲਬ B to A ਪਾਇਆ ਨਾ ਕਿ B to A ਐਰੋ ਪਾ ਕੇ RL ਤੱਕ ਕੰਪਲੀਟ ਹੋ ਕੇ ਜਾ ਰਿਹਾ। ਦੇਖੋ ਰਾਜੇ ਸੁਣੋ, ਬੀ ਅੰਦਰਲੇ ਪਾਸੇ ਐਰੋ ਇੱਥੇ ਅੰਦਰ ਜਾ ਰਿਹਾ ਐਂਟਰ, ਇਹ ਤਾਂ ਉਹ ਕਰੰਟ ਹੈ ਰਾਜੇ, ਬੀ ਕੋਲੇ ਕਰੰਟ ਤਾਂ ਉਹ ਕਰੰਟ ਹੈਗਾ ਜਿਹੜਾ ਕਰੰਟ ਬਿਲਕੁਲ ਨਿਊਟਰਲ ਚ ਵਾਪਸ ਆਇਆ ਤੁਹਾਡਾ। ਇੱਕ ਅਸਲ ਦੇ ਵਿੱਚ ਕੀ ਹੋਏਗਾ, ਦੇਖਿਓ ਬੱਚੇ ਇੱਕ ਮਿੰਟ, ਆਹ ਨਾ ਪੂਰੀ ਇੱਕ ਬੈਟਰੀ ਹੋਵੇਗੀ, ਦੇਖੋ ਆਹ ਇੱਕ ਪੂਰੀ ਬੈਟਰੀ ਹੋਵੇਗੀ। ਮੈਂ ਇਹਨੂੰ ਬੈਟਰੀ ਚ ਕਨਵਰਟ ਕਰਦਾ, ਇੱਕ ਮਿੰਟ ਬੱਚੇ, ਗੁੱਡ ਯਾਰ ਕੁਐਸਚਨ ਪੁੱਛ ਰਹੇ ਹੋ ਤੁਸੀਂ। ਦੇਖੋ ਰਾਜੇ ਇੱਕ ਇਹ ਬੈਟਰੀ ਹੈਗੀ, ਇਹ ਪੂਰੀ ਇਹ ਬੈਟਰੀ ਆ, ਇਹਦੇ ਵਿੱਚ ਸੈੱਲ ਆ, ਭੁੱਲ ਜਾਓ ਇੱਕ ਵਾਰੀ, ਹਾਂਜੀ sir, ਠੀਕ ਹੈ ਬੱਚੇ। ਇਧਰਲੇ ਪਾਸੇ ਬੈਟਰੀ ਦਾ ਆਹ ਪਾਸੇ ਉਹ ਕਰੰਟ ਨਿਕਲ ਰਿਹਾ, ਆਹ ਪਾਸਾ ਕੀ ਲੱਗਿਆ ਹੋਇਆ, ਪਲੇਟ ਪੋਜ਼ਿਟਿਵ, ਤਾਂ ਪਾਸਾ ਹਾਂਜੀ ਪੋਜ਼ਿਟਿਵ ਹੋਏਗਾ ਨਾ। ਇਧਰਲੇ ਪਾਸੇ ਕਿਹੜਾ ਹਾਂਜੀ ਪਾਸਾ ਲੱਗਿਆ ਨੈਗੇਟਿਵ, ਤਾਂ ਪਾਸਾ ਨੈਗੇਟਿਵ ਹੋਏਗਾ। ਹੁਣ ਇਹ ਹਾਂਜੀ ਬੈਟਰੀ ਦਾ ਦੱਸੋ ਰਾਜੇ, ਕਿੱਧਰੋਂ ਕਰੰਟ ਨਿਕਲੇਗਾ, ਇਧਰ ਹੀ ਨਿਕਲੇਗਾ ਨਾ। ਹਾਂਜੀ ਠੀਕ ਹੈ ਬੈਟਰੀ ਦੇ ਸਰ। ਪੋਜ਼ਿਟਿਵ ਚੋਂ ਕਰੰਟ ਨਿਕਲਦਾ ਹੁੰਦਾ ਨਾ ਹਾਂਜੀ ਹਾਂਜੀ ਬਾਹਰ, ਠੀਕ ਹੈ ਠੀਕ ਹੈ ਸਰ ਠੀਕ ਹੈ। ਤਾਂ ਇੱਥੇ ਵੀ ਤਰ੍ਹਾਂ ਜੀ ਪੋਜ਼ਿਟਿਵ ਚ, ਹਨਾ, ਠੀਕ ਹੋ ਗਈ ਨਾ ਗੱਲ ਹਾਂਜੀ ਇਹ। ਹਾਂਜੀ ਇਹ ਤੁਸੀਂ ਇਹ ਨਾ ਹਾਂਜੀ ਬੀ ਨੂੰ ਨਾ ਦੇਖੋ, ਬੀ ਤੋਂ ਇੱਧਰ ਨੂੰ ਜਾ ਕੇ ਫੇਰ ਸ਼ੁਰੂ ਹੋਇਆ, ਸ਼ੁਰੂ ਇਹ, ਹਾਂ ਠੀਕ ਹੈ ਸਰ ਅਸਲ ਦੇ ਠੀਕ ਵਿੱਚ ਇਹ ਬੀ ਤੋਂ ਨਹੀਂ ਸ਼ੁਰੂ ਹੋਇਆ, ਇਹਦੇ, ਹਾਂ ਜਿਹੜਾ ਇਹਦੇ ਅੰਦਰ ਸੈੱਲ ਪਿਆ ਉਹਨੇ ਇੱਧਰ ਨੂੰ ਦਿੱਤੀ ਹੈਗੀ, ਜਿਹੜਾ ਹੈ। ਇੱਥੇ ਹਾਂਜੀ ਸੈੱਲ ਪਿਆ ਉਹਨੇ ਵੀ ਇੱਧਰ ਨੂੰ ਦਿੱਤਾ, ਸਾਰਿਆਂ ਨੇ ਇੱਧਰ ਨੂੰ ਦਿੱਤਾ ਕਰੰਟ ਦਾ, ਤਿੰਨਾਂ ਦਾ ਕਰੰਟ ਆ ਜਿਹੜਾ ਸਾਡਾ ਉਹ ਕੁੱਲ ਕਰੰਟ ਬਣ ਗਿਆ। ਠੀਕ ਹੈ ਬੱਚੇ, ਠੀਕ ਹੈ ਸਰ ਹਾਂਜੀ ਇੱਥੋਂ ਠੀਕ ਹੈ ਜਿਹੜਾ ਯਾਦ ਰੱਖਣ, ਓਕੇ, ਜਿਹੜਾ ਇੱਥੋਂ ਯਾਦ ਰੱਖਣਾ ਸੀ ਆਹ ਫਾਰਮੂਲਾ ਯਾਦ ਰੱਖਣਾ ਬੱਚੇ, ਆਹ ਫਾਰਮੂਲਾ ਯਾਦ ਕਰ ਲਓ। ਓਕੇ ਸਰ। ਇਹਦੇ ਮੈਂ ਤੁਹਾਨੂੰ ਕੁਐਸਚਨਸ ਭੇਜ ਦੂੰਗਾ, ਬਾਕੀ ਹੋਰ ਬੱਚੇ ਹੋਰ ਪੁੱਛੋ ਜੇ ਕਿਸੇ ਨੇ ਕੁਝ ਪੁੱਛਣਾਗਾ, ਨਹੀਂ ਅੱਗੇ ਮੈਂ ਚੱਲਦਾ ਫਿਰ। ਇਸ ਤੋਂ ਬਾਅਦ ਰਾਜੇ ਸੈੱਲ ਜਿਹੜੇ ਆਉਂਦੇ, ਅੱਛਾ ਸੀਰੀਜ਼ ਵਾਸਤੇ ਤੁਸੀਂ ਗੱਲਾਂ ਜਿਹੜੀਆਂ ਕਿਹੜੀਆਂ ਕਿਹੜੀਆਂ ਯਾਦ ਰੱਖਣੀਆਂ, ਮੈਂ ਨੋਟ ਬਣਾਉਣ ਲੱਗਿਆ ਮੇਰੇ ਸੀਰੀਜ਼ ਵਾਸਤੇ। ਪੁਆਇੰਟ ਨੰਬਰ 1, ਸਰ ਇੱਕ ਮਿੰਟ ਫਾਰਮੂਲਾ ਨੋਟ ਕਰ ਲਿਓ। ਲਿਖ ਲਓ ਬੱਚੇ, ਲਿਖ ਲਓ, ਆ ਬਸ ਲਓ ਮੈਂ ਇੱਕ ਸਾਰਾ ਲਿਖ ਦਿੰਦਾ, ਮੈਂ ਉਹਨੇ ਇੱਥੇ ਹੇਠਾਂ ਲਿਖ ਦਾਂਗਾ। ਠੀਕ ਹੈ, ਹੋ ਗਿਆ ਸਰ, ਥੈਂਕ ਯੂ। ਓਕੇ ਜੀ। ਦੇਖੋ ਰਾਜੇ, ਆਪਾਂ ਕੀ ਕਹਿ ਰਹੇ ਹਾਂ ਵੀ ਜਿਹੜੀ ਟੋਟਲ ਵੋਲਟੇਜ ਹੁੰਦੀ ਹੈਗੀ, ਟੋਟਲ ਵੋਲਟੇਜ ਆਫ ਬੈਟਰੀ ਕਹਿੰਦਾ ਕਿੰਨੀ ਹੁੰਦੀ ਹੈ, ਸਮ ਆਫ ਇੰਡੀਵਿਜੂਅਲ ਵੋਲਟੇਜ ਡ੍ਰੌਪਸ, ਸਮ ਆਫ ਇੰਡੀਵਿਜੂਅਲ ਵੋਲਟੇਜ ਡ੍ਰੌਪਸ ਰਾਜੇ। ਮਤਲਬ ਕੀ ਹੈਗਾ, ਇੰਡੀਵਿਜੂਅਲ ਜਿਹੜੀ ਸਾਡੀ E ਦਿੱਤੀ ਹੋਈ ਹੈਗੀ, ਕੀ E1 ਤੋਂ ਜਿੰਨੇ ਵੀ n ਨੰਬਰ ਆਫ ਸੈਲਸ ਹੈਗੇ, ਚਾਹੇ ਉਹ 2 ਨੇਗੇ, ਚਾਹੇ ਉਹ 4 ਨੇਗੇ, ਚਾਹੇ 5 ਨੇ। ਆਹ ਸਬਮਿਸ਼ਨ ਕਿਵੇਂ ਖੁੱਲਦੀ ਹੁੰਦੀ ਹੈ ਪਤਾ ਨਾ, ਇਹ ਸਬਮਿਸ਼ਨ ਏਦਾਂ ਖੁੱਲੂਗਾ ਜੇ ਇਹ 1 ਤੋਂ 4 ਤੱਕ ਲਿਖਿਆ ਨਾ, ਮਤਲਬ ਹੈਗਾ E1 ਪਲੱਸ E2 ਪਲੱਸ E3 ਪਲੱਸ E4, ਕਹਿੰਦਾ ਜਿੰਨੇ ਵੀ ਸੈੱਲ ਲੱਗੇ ਹੋਣਗੇ ਉਹਨਾਂ ਇੰਡੀਵਿਜੂਅਲ ਵੋਲਟੇਜ ਸਾਰੀਆਂ ਨੂੰ ਜਦੋਂ ਆਪਾਂ ਐਡ ਕਰਾਂਗੇ ਉਹ ਸਾਡੀ ਟੋਟਲ ਵੋਲਟੇਜ ਬਣ ਜਾਂਦੀ ਹੈਗੀ। ਪਹਿਲੀ ਗੱਲ, ਇਹਦੇ ਵਿੱਚ ਜੇ ਅਸੀਂ ਚਾਹੁੰਦੇ ਆਂਗੇ ਵੀ ਸੀਰੀਜ਼ ਦੇ ਵਿੱਚ ਸਾਡਾ ਮੈਕਸਿਮਮ ਕਰੰਟ ਫਲੋ ਹੋਵੇ, ਕਿਉਂਕਿ ਜੇ ਮੈਕਸਿਮਮ ਕਰੰਟ ਫਲੋ ਹੋਊਗਾ ਤਾਂ ਹੀ ਸਾਡੇ ਕੋਲੇ ਪਾਵਰ ਵਧੀਆ ਪੈਦਾ ਹੋਊਗੀ, ਜੇ ਕਰੰਟ ਵੱਧ ਫਲੋ ਹੋਊ ਕਿਸੇ ਸਰਕਟ ਦੇ ਵਿੱਚ। ਤਾਂ ਇਹਦੇ ਵਿੱਚ ਕੰਡੀਸ਼ਨ ਹੁੰਦੀ ਹੈ ਜਿਹਦੇ ਵਿੱਚ ਕੁਐਸਚਨ ਪੁੱਛਿਆ ਜਾਂਦਾ ਹੈਗਾ ਵੀ ਜਿਹੜਾ ਸਾਡਾ ਮੈਕਸਿਮਮ ਸੀਰੀਜ਼ ਦੇ ਵਿੱਚ, ਸੀਰੀਜ਼ ਜਦੋਂ ਸੈੱਲ ਲੱਗਦੇ ਹੈਗੇ, ਮੈਕਸਿਮਮ ਕਰੰਟ ਕਦੋਂ ਹੋਊਗਾ, ਉਦੋਂ ਹੋਊਗਾ ਬੱਚੇ ਜਦੋਂ ਆਰ ਲੋਡ ਰੈਜ਼ਿਸਟੈਂਸ ਜਿਹੜੀ ਉਹ ਬਹੁਤ ਵੱਡੀ ਹੋਵੇ, ਇੰਟਰਨਲ ਰੈਜ਼ਿਸਟੈਂਸ, ਜਾਂ ਫਿਰ ਕਹਿ ਲਓ ਇੰਟਰਨਲ ਰੈਜ਼ਿਸਟੈਂਸ ਕੀ ਹੋਣੀ ਚਾਹੀਦੀ ਹੈਗੀ, ਛੋਟੀ ਹੋਣੀ ਚਾਹੀਦੀ ਹੈ ਕੀ ਤੋਂ, ਲੋਡ ਰੈਜ਼ਿਸਟੈਂਸ ਤੋਂ। ਇਹ ਉਹੀ ਕੇਸ ਆ ਗਿਆ ਆਈਡਲ ਬੈਟਰੀ ਵਾਲਾ, ਜਾਂ ਫਿਰ ਜਿਹੜੀ ਆਪਣੀ ਪ੍ਰੈਕਟੀਕਲ ਬੈਟਰੀ ਹੁੰਦੀ ਆ ਉਹਦੀ ਵੀ ਆਪਾਂ ਇਹੀ ਕਹਿੰਦੇ ਵੀ ਇੰਟਰਨਲ ਰੈਜ਼ਿਸਟੈਂਸ ਬਹੁਤ ਘੱਟ ਹੋਣੀ ਚਾਹੀਦੀ ਹੈ ਕੀ ਤੋਂ, ਲੋਡ ਰੈਜ਼ਿਸਟੈਂਸ ਤੋਂ। ਤਾਂ ਇੰਟਰਨਲ ਰੈਜ਼ਿਸਟੈਂਸ ਜਿੰਨੀ ਘੱਟ ਹੋਊਗੀ ਉਨਾ ਸਾਡਾ ਲੋਡ ਤੱਕ ਕਰੰਟ ਵੱਧ ਪਹੁੰਚੂਗਾ। ਇਹ ਵੀ ਨੋਟ ਕਰ ਲਓ ਜੇ,
ਮੋਸਟ ਇੰਪੋਰਟੈਂਟ ਪੁਆਇੰਟ ਹੈਗਾ ਇਹ। ਅੱਗੇ ਚੱਲਦੇ ਆ, ਚੱਲੀਏ ਜੀ ਅੱਗੇ। ਸੈਲਜ਼ ਇਨ ਪੈਰਲਲ। ਸੈਲਜ਼ ਇਨ ਪੈਰਲਲ, ਮੰਨ ਲਓ ਸਾਡੇ ਕੋਲੇ ਸੈੱਲ ਨੇ ਜਿਹੜੇ ਪੈਰਲਲ ਚ ਲੱਗੇ ਹੋਏ ਆ। ਇੱਕ ਆਹ ਸੈੱਲ ਹੈਗਾ, ਇੱਕ ਆਹ ਸੈੱਲ ਹੈ ਬੱਚੇ। ਏਦਾਂ ਬਹੁਤ ਨੇਗੇ ਇੱਥੇ। ਚਲੋ ਆਪਾਂ ਲੋਡ ਰੈਜ਼ਿਸਟੈਂਸ ਲਗਾ ਦਿੰਦੇ ਹੈਗੇ। ਹਰੇਕ ਸੈੱਲ ਦੀ ਵੋਲਟੇਜ ਜਿਹੜੀ ਆਪਾਂ ਮੰਨਦੇ ਆਂਗੇ E ਹੈਗੀ। ਆਹ ਹੈਗਾ RL, ਆਹ ਹੈਗੀ ਆ RN, ਆਹ ਹੈਗੀ ਆ RN, ਆਹ ਹੈਗਾ ਲੋਡ ਰੈਜ਼ਿਸਟੈਂਸ। ਤੇ ਇਹਦਾ ਕਰੰਟ ਆਹ ਹੈਗਾ ਰਾਜੇ, ਆਹ ਸਾਰਾ ਪੁਆਇੰਟ ਜਿਹੜਾ ਆ ਪੁਆਇੰਟ A ਪੁਆਇੰਟ ਹੈਗਾ, ਇਹ ਪੁਆਇੰਟ ਆ B। ਤਾਂ ਸਾਨੂੰ ਪਤਾ ਜਿੱਧਰ ਸਾਡਾ A ਪੁਆਇੰਟ ਆ, ਇੱਧਰ ਸਾਡੇ ਪੋਜ਼ਿਟਿਵ ਜੁੜੇ ਹੋਏ ਨਾ ਦੋਨੇ ਬੈਟਰੀਆਂ ਦੇ। ਜਿਹੜਾ ਕਰੰਟ ਆ ਸਾਡਾ ਉਹ A ਤੋਂ B ਵੱਲ ਜਾਵੇਗਾ। ਓਕੇ, ਠੀਕ ਹੈ। ਤਾਂ ਜੇ ਆਪਾਂ ਇੱਥੇ ਇਹਦਾ ਟੋਟਲ ਕਰੰਟ ਕੱਢਣਾ ਹੋਵੇ, ਉਹ ਹੁੰਦੀ ਆ ਵੋਲਟੇਜ, ਟੋਟਲ ਵੋਲਟੇਜ ਡਿਵਾਈਡ ਬਾਈ ਟੋਟਲ ਰੈਜ਼ਿਸਟੈਂਸ। ਤਾਂ ਜੀ ਇਸ ਸਰਕਟ ਦੇ ਵਿੱਚ, ਇਸ ਪੂਰੇ ਸਰਕਟ ਦੇ ਵਿੱਚ ਸਾਡੇ ਕੋਲੇ ਸਭ ਤੋਂ ਪਹਿਲਾਂ ਅਸੀਂ ਕੱਢਣੀ ਆ ਵੋਲਟੇਜ। ਤੇ ਜਿਹੜੀ ਸਾਡੀ ਵੋਲਟੇਜ ਹੈਗੀ ਸਾਡੀ, ਉਹ ਕਿੰਨੀ ਹੋਏਗੀ? ਪੈਰਲਲ ਦੇ ਵਿੱਚ ਜਿਹੜੀ ਵੋਲਟੇਜ ਹੁੰਦੀ ਹੈਗੀ ਉਹ ਸੇਮ ਹੁੰਦੀ ਆ। ਪੈਰਲਲ ਦੇ ਵਿੱਚ ਵੋਲਟੇਜ ਕਦੇ ਵੀ ਜੁੜਦੀ ਨਹੀਂ ਹੈਗੀ, ਹਨਾ? ਨਹੀਂ ਜੁੜਦੀ ਹੈਗੀ। ਤਾਂ ਪੈਰਲਲ ਦੇ ਵਿੱਚ ਵੋਲਟੇਜ ਸੇਮ ਹੁੰਦੀ ਆ। ਤਾਂ ਆਹ ਟਰਮੀਨਲ ਤੇ ਜਿਹੜੀ ਵੋਲਟੇਜ ਆ ਉਹ ਕੌਣ ਦੇ ਰਿਹਾ? E। ਇੱਥੇ ਵੀ ਕੌਣ ਦੇ ਰਿਹਾ? E। ਤਾਂ ਸਾਰਿਆਂ ਦੀ ਜਿਹੜੀ ਵੋਲਟੇਜ ਆ ਉਹ ਕਿੰਨੀ ਹੋਊਗੀ? E ਹੋਊਗੀ। ਇੱਥੇ N ਨਹੀਂ ਲਾਉਣਾ ਹੈਗਾ ਆਪਾਂ। ਟੋਟਲ ਵੋਲਟੇਜ E ਆ। ਜੇ ਇੱਕ ਵੋਲਟੇਜ ਦੀ, ਇੱਕ ਸੈੱਲ ਦੀ ਵੋਲਟੇਜ 4 ਆ ਗਈ, ਤਾਂ ਤੁਹਾਡੀ ਇਹਨਾਂ ਦੇ ਉੱਪਰ 4 ਵੋਲਟ ਹੀ ਹੋਵੇਗੀ। ਉੱਪਰ 4 ਹੀ ਆਏਗਾ ਉੱਪਰ ਆਂਸਰ ਵੋਲਟੇਜ। ਹੇਠਲੇ ਪਾਸੇ ਜਦੋਂ ਇਹਨਾਂ ਨੂੰ ਦੋਨਾਂ ਨੂੰ RN ਨੂੰ ਤੇ RN ਨੂੰ ਆਪਾਂ ਪੈਰਲਲ 'ਚ ਸੋਲਵ ਕਰਾਂਗੇ, ਉਦੋਂ ਬਾਅਦ 'ਚ ਜਿਹੜਾ RL ਆ ਉਹ ਕਿਵੇਂ ਲੱਗਿਆ ਹੋਇਆ? ਸੀਰੀਜ਼ 'ਚ। ਤਾਂ RL ਸਿੱਧਾ ਲਿਖਾਂਗੇ ਪਲੱਸ, ਕਿਉਂਕਿ ਸੀਰੀਜ਼ ਜਦੋਂ ਰਾਜੀ ਇਹਨਾਂ ਨੂੰ RN ਨੂੰ ਸੋਲਵ ਕਰਾਂਗੇ, ਮੰਨ ਲਓ ਕੱਲੀਆਂ ਰੈਜ਼ਿਸਟੈਂਸ ਦਾ ਸਰਕਟ ਬਣਾ ਰਿਹਾ ਮੈਂ, ਅਸੀਂ ਸਭ ਤੋਂ ਲਾਸਟ ਦੇ ਵਿੱਚ ਲੋਡ ਰੈਜ਼ਿਸਟੈਂਸ ਸੋਲਵ ਕਰਦੇ ਹੁੰਦੇ ਆ ਨਾ। ਅੱਜ ਦੋਨੇ ਸੋਲਵ ਕਰ ਲਾਂਗੇ, ਦੋਨਾਂ ਦੀ ਥਾਂ ਤੇ ਇੱਕ ਆਜੂ ਰੈਜ਼ਿਸਟੈਂਸ, ਤੇ ਹੇਠਾਂ ਸਾਡੀ ਕੀ ਆਜੂ? ਇੱਥੇ RN ਹੈਗੀ ਟੋਟਲ, ਤੇ ਇੱਥੇ ਹੈਗੀ ਆ RL। ਤੇ ਦੋਨੇ ਜਿਵੇਂ ਸੀਰੀਜ਼ 'ਚ ਬਣ ਗਿਆ ਨਾ ਲਾਸਟ ਦੇ ਵਿੱਚ, ਤਾਂ ਸੀਰੀਜ਼ ਕਰਕੇ ਅਸੀਂ ਕੀ ਪਾਤਾ? ਪਲੱਸ ਪਾਤਾ ਬੱਚੇ। ਸੀਰੀਜ਼ ਕਰਕੇ ਅਸੀਂ ਪਲੱਸ ਪਾਤਾ, ਠੀਕ ਹੈ। ਹੁਣ ਇਹਨਾਂ ਦੀ ਰੈਜ਼ਿਸਟੈਂਸ ਕਿੰਨੀ ਹੋਏਗੀ? ਮੰਨ ਲਓ ਜਿਹੜੀਆਂ ਇਹ ਰੈਜ਼ਿਸਟੈਂਸਾਂ ਨੇਗੀਆਂ, ਇਹਨਾਂ ਦੀ ਰੈਜ਼ਿਸਟੈਂਸ ਟੋਟਲ ਕਿੰਨੀ ਹੋਏਗੀ? ਜਿੰਨੀ ਇੱਕ ਦੀ ਰੈਜ਼ਿਸਟੈਂਸ ਹੈਗੀ RN ਡਿਵਾਈਡ ਬਾਈ ਜਿੰਨੀਆਂ ਰੋਜ਼ ਨੇਗੀਆਂ। ਇਹ ਆਪਾਂ ਲਿਖ ਲਓ M, ਲਿਖ ਲਓ ਇੱਕ ਨਵੀਂ ਟਰਮ, M ਹੈਗੀ ਆ ਨੰਬਰ ਆਫ ਰੋਜ਼। ਤਾਂ RN ਵਟੇ M ਆਊਗਾ ਬੱਚੇ ਇੱਥੇ। ਇਹ ਸਾਡਾ ਹੈਗਾ ਟੋਟਲ ਕਰੰਟ। ਦੇਖ ਲਓ, ਮੈਂ ਤਾਂ ਕੁਐਸਚਨ ਵੀ ਦੇ ਦੇਣਾ ਤੁਹਾਨੂੰ। ਦੇਖੋ ਬੱਚੇ, ਉਤਾਰਨਾ ਕਿਸੇ ਨੇ ਉਤਾਰ ਲਓ। ਠੀਕ ਹੈ ਜੀ, ਓਕੇ। ਉਤਾਰ ਲਿਆ ਬੱਚੇ? ਆ ਲਓ, ਆਹ ਕੁਐਸਚਨ ਆਉਣਾ ਆਪਣਾ ਨੈਕਸਟ। ਕੀ ਕਹਿੰਦਾ? 5 ਸੈੱਲ ਨੇਗੇ, 2 ਵੋਲਟ ਦਾ ਇੱਕ, ਇੰਟਰਨਲ ਰੈਜ਼ਿਸਟੈਂਸ ਹੈਗੀ 1 ਓਮ, ਲੱਗੇ ਹੋਏ ਨੇਗੇ ਲੋਡ ਰੈਜ਼ਿਸਟੈਂਸ ਦੇ ਨਾਲ 2 ਨਾਲ। ਕਰੰਟ ਕੱਢੋ। 5 ਹੈਗੇ ਪੈਰਲਲ 'ਚ ਲੱਗੇ ਹੋਏ ਆ। 1 ਸੈੱਲ, 2 ਸੈੱਲ, 3, 4 ਤੇ 5। ਇੱਥੇ ਲੱਗੀ ਹੋਈ ਹੈਗੀ ਰੈਜ਼ਿਸਟੈਂਸ ਸਾਡੀ, ਇਹਨਾਂ ਦੀ ਵੀ ਇੱਕ ਰੈਜ਼ਿਸਟੈਂਸ ਹੈਗੀ। ਡਾਇਗਰਾਮ ਆਪਣੇ ਆਪ ਬਣਾ ਲਿਓ, ਠੀਕ ਹੈ ਬੱਚੇ। ਹੁਣ ਸਾਡਾ ਫਾਰਮੂਲਾ ਕੀ ਸੀਗਾ ਟੋਟਲ ਕਰੰਟ ਕੱਢਣ ਦਾ? ਉੱਪਰ ਸੀਗੀ ਕੱਲੀ E, ਕਿਉਂਕਿ ਜਿਹੜੀ ਵੀ ਇਹਦੀ E ਹੋਏਗੀ ਉਹੀ ਸਾਡੇ ਪੂਰੇ ਸਰਕਟ ਦੀ E ਹੈ ਨਾ। ਪੈਰਲਲ ਦੇ ਵਿੱਚ E ਸੇਮ ਹੁੰਦੀ ਆ। ਉੱਪਰ E ਸੀਗਾ, ਹੇਠਾਂ ਸੀਗਾ RN/M। ਤਾਂ ਦੇਖੋ ਜੀ E ਕਿੰਨੀ ਆ ਸਾਡੀ ਇੱਥੇ?
2 ਵੋਲਟ। RL ਕਿੰਨਾ ਸਾਡਾ 2 ਓਮ ਪਲੱਸ ਰੈਜ਼ਿਸਟੈਂਸ ਕਿੰਨੀ ਹੈ ਸਾਡੀ 1 ਡਿਵਾਈਡ ਬਾਈ ਨੰਬਰ ਆਫ ਰੋਜ਼ ਕਿੰਨੀਆਂ ਨੇ M ਸਾਡੀਆਂ ਕਿੰਨੀਆਂ ਨੇਗੀਆਂ 5 ਤਾਂ ਸਾਡੇ ਕੋਲ ਕਿੰਨਾ ਆ ਗਿਆ 2/2 ਪਲੱਸ 1/5 ਦਾ ਕਿੰਨਾ ਹੁੰਦਾ 0.2 ਤਾਂ 2/2.2 ਆ ਗਿਆ। ਦੇਖ ਲਓ ਜੇ ਤੂੰ ਕੱਢ ਕੇ ਦੇਖ ਲਓ ਸਾਡਾ 0.9 ਦੇ ਨੇੜੇ ਤੇੜੇ ਆਊਗਾ ਸਾਡਾ। .90 ਆ ਗਿਆ ਜੀ 0.90 ਕਰੰਟ ਆ ਗਿਆ। ਠੀਕ ਹੋ ਗਿਆ ਜੀ। ਦੇਖ ਲਓ ਜੀ ਕੁਐਸਚਨ ਬਹੁਤ ਆ ਮੇਰੇ ਹਿਸਾਬ ਨਾਲ ਅੱਜ। ਜਿਹੜੀ ਪੂਰਾ ਬੱਚੇ ਯਾਦ ਰੱਖਿਓ ਇਹਦੇ ਵਿੱਚ ਪਹਿਲੀ ਗੱਲ ਦੇ ਵਿੱਚ ਨੋਟ ਕਰਨ ਵਾਲੀ ਕੀ ਹੈਗੀ ਜਿਹੜੀ ਟੋਟਲ ਵੋਲਟੇਜ ਹੁੰਦੀ ਹੈਗੀ ਟੋਟਲ ਵੋਲਟੇਜ ਉਹ ਬਰਾਬਰ ਹੁੰਦੀ ਹੈਗੀ ਵੋਲਟੇਜ ਆਫ ਸਿੰਗਲ ਸੈੱਲ ਕਨੈਕਟਡ ਇਨ ਪੈਰਲਲ। ਉਹ ਕੰਡੀਸ਼ਨ ਤਾਂ ਸੇਮ ਹੈ ਇਹਦੇ ਵਿੱਚ ਵੀ ਸਾਰੇ ਸੈੱਲ ਆਪਸ ਦੇ ਵਿੱਚ ਜਿਹੜੀ ਦੀ ਵੈਲਿਊ ਹੋਏਗੀ ਉਹ ਸੇਮ ਹੁੰਦੀ ਹੈ। ਅੱਡ ਨਹੀਂ ਵੈਲਿਊ ਰੱਖ ਸਕਦੇ। ਉਹ ਕੁਐਸਚਨ ਨਹੀਂ ਸੋਲਵ ਹੋਣਾ ਹੈਗਾ ਜੀ ਅੱਡ ਵੈਲਿਊਜ਼ ਆ ਗਈਆਂ। ਦੂਜੀ ਕੰਡੀਸ਼ਨ ਕੀ ਆ ਮੈਕਸਿਮਮ ਕਰੰਟ ਫਲੋ ਕਰਾਉਣ ਵਾਸਤੇ ਸਰਕਟ ਦੇ ਵਿੱਚ ਅਸੀਂ ਕਹਿੰਦੇ ਸੀਗੇ ਵੀ ਸਾਡੀ ਉਹਦੇ ਵਿੱਚ ਕੀ ਸੀਗਾ RL ਸਾਡਾ ਕੀ ਹੋਣਾ ਚਾਹੀਦਾ ਸੀਗਾ ਵੱਡਾ ਕਿਹਦੇ ਕੰਪੈਰੀਟਿਵਲੀ RN ਦੇ ਨਾ। ਇੱਥੇ ਪੁੱਠਾ ਕਰਨਾ ਪਏਗਾ ਸਾਨੂੰ ਸਾਡਾ RN ਆ ਜਿਹੜਾ ਸਾਡਾ ਇਹ ਵੱਡਾ ਹੋਵੇ RL ਸਾਡਾ ਛੋਟਾ ਹੋਵੇ। ਇਹਦਾ ਕਾਰਨ ਯਾਦ ਰੱਖਣ ਵਾਸਤੇ RL ਜੇ ਛੋਟਾ ਹੋਊਗਾ ਰਾਜੇ ਜੇ RL ਛੋਟਾ ਹੋਊਗਾ ਤਾਂ ਹੀ ਸਾਰਿਆਂ ਦਾ ਜਿਹੜਾ ਕਰੰਟ ਹੈਗਾ ਉਹ ਇੱਧਰ ਨੂੰ ਜਾਣ ਦੀ ਕੋਸ਼ਿਸ਼ ਕਰੂਗਾ ਨਾ RL ਵੱਲ। ਜਿਨ੍ਹਾਂ ਦੇ ਆਪਦੀ ਇੰਟਰਨਲ ਰੈਜ਼ਿਸਟੈਂਸ ਦਾ ਕਰੰਟ ਰੈਜ਼ਿਸਟੈਂਸ ਘੱਟ ਹੋਈ ਫਿਰ ਤਾਂ ਇਹਨਾਂ ਵੱਲ ਜਾਈ ਜਾਊਗਾ ਉਹ ਇੱਧਰ ਆਉਣਾ ਹੀ ਨਹੀਂ ਹੈਗਾ ਲੋਡ ਰੈਜ਼ਿਸਟੈਂਸ ਵੱਲ ਕਿਉਂਕਿ ਕਰੰਟ ਕਿੱਧਰ ਆਉਂਦਾ ਹੁੰਦਾ ਗਾ ਜਿੱਧਰ ਰੈਜ਼ਿਸਟੈਂਸ ਜਿਹੜੀ ਹੈਗੀ ਤੁਹਾਡੀ ਘੱਟ ਹੋਵੇ। ਤਾਂ ਅਸੀਂ ਕਿੱਥੇ ਪਹੁੰਚਾਉਣਾ RL ਦੇ ਕ੍ਰਾਸ ਤਾਂ RL ਸਾਡਾ ਕੀ ਹੋਣਾ ਚਾਹੀਦਾ ਬਹੁਤ ਘੱਟ ਹੋਣਾ ਚਾਹੀਦਾ। ਇਹ ਪੁਆਇੰਟ ਵੀ ਯਾਦ ਰੱਖਾਂਗਾ। ਓਕੇ ਜੀ ਬਣਾ ਲਓ ਬੱਚੇ ਫਿਰ ਆਪਾਂ ਦੇਖਦੇ ਹਾਂ ਅੱਗੇ। ਚਲੋ ਸਰ ਜੇ ਇਹਦੇ ਵਿੱਚ ਹੈਲੋ ਹਾਂਜੀ ਸੁਨੀਲ ਜੀ ਸਰ ਇਹਦੇ ਵਿੱਚ ਜੇ ਕੋਈ ਪੁੱਠੀ ਪੋਲੈਰਿਟੀ ਦਾ ਕੋਈ ਲੱਗ ਜੇ ਸੈੱਲ ਇਹਦੇ ਚ ਹੀ ਪੈਰਲਲ ਚ ਹੀ ਫਿਰ ਕੀ ਕੰਡੀਸ਼ਨ ਬਣੂਗੀ ਕੀ ਹੋਊਗਾ ਜੀ ਰਾਜੇ? ਉਹ ਪੋਲੈਰਿਟੀ ਜਿਹੜੀ ਹੈਗੀ ਵੈਸੇ ਤਾਂ ਕਦੇ ਵੀ ਦੇਖੋ ਜੇ ਕਦੇ ਪੁੱਠੀ ਪੋਲੈਰਿਟੀ ਦਾ ਕੁਐਸਚਨ ਬਣਿਆ ਨਾ ਉਹ ਤੁਹਾਨੂੰ ਸੀਰੀਜ਼ ਦੇ ਵਿੱਚ ਤਾਂ ਬਣ ਸਕਦਾ ਹੈਗਾ ਤਾਂ ਪੈਰਲਲ ਦੇ ਵਿੱਚ ਨਹੀਂ ਬਣਦਾ ਰਾਜੇ ਇੱਥੇ ਕੁਐਸਚਨ। ਇਹ ਗੱਲ ਪੱਕੀ ਹੈਗੀ। ਠੀਕ ਹੈ ਜੀ। ਜੇ ਬਣੂਗਾ ਤਾਂ ਤੁਹਾਨੂੰ KCL ਸਿਖਾਊਂਗਾ ਕਿ ਉਹ ਲਗਾ ਕੇ ਆਨਸਰ ਨਿਕਲੂਗਾ। ਠੀਕ ਹੈ ਸਰ ਜੀ। ਉਹ ਜੇ ਕੋਈ ਪੁੱਠ ਸਿੱਧਾ ਲੱਗ ਗਿਆ ਐ ਤਾਂ ਹੁਣ 2 ਸੈੱਲ ਦੇਖੋ ਜੇ 2 ਸੈੱਲ ਲਾਉਣ ਨੂੰ ਤਾਂ ਇੱਦਾਂ ਵੀ 5 ਵੋਲਟ ਤੇ 4 ਵੋਲਟ ਆ ਪਰ ਇਹ ਸਿੰਪਲ ਇੱਦਾਂ ਕੋਈ ਇਹਦੇ ਵਾਸਤੇ ਪੈਟ ਫਾਰਮੂਲਾ ਨਹੀਂ ਬਣਨਾ ਇੱਦਾਂ ਦੇ ਕੁਐਸਚਨਾਂ ਵਾਸਤੇ। ਇਹ KCL KVL ਸਿੱਖਾਂਗੇ ਉੱਥੋਂ ਨਿਕਲਣਗੇ ਇਹ ਜਿਹੇ ਕੁਐਸਚਨ। ਠੀਕ ਹੈ ਸਰ ਜੀ। ਕਾਮਨ ਕੁਐਸਚਨ ਨਹੀਂ ਹੈਗੇ ਉਹ ਕੁਐਸਚਨ ਸਾਡੇ ਲੈਂਥੀ ਕੁਐਸਚਨ ਨੇਗੇ ਉਹ ਸਬਜੈਕਟਿਵ ਕੁਐਸਚਨ ਨੇਗੇ ਸਾਡੇ। ਉਹ ਫਾਰਮੂਲਾ ਬੇਸਡ ਨਹੀਂ ਹੈਗੇ। ਆਪਾਂ ਜਿਹੜੇ ਕੁਐਸਚਨ ਕੀਤੇ ਅੱਜ ਇਹ ਫਾਰਮੂਲਾ ਬੇਸਡ ਆ ਵੀ ਛੋਟਾ ਜਿਹਾ ਫਾਰਮੂਲਾ ਲਗਾਓ ਇਕੁਏਸ਼ਨਾਂ ਬਣਾਓ ਤੇ ਆਨਸਰ ਕੱਢੋ। ਠੀਕ ਹੈ ਸਰ। ਹੋਰ ਬੋਲੋ ਜੀ ਹੋਰ ਬੋਲੋ। ਜਿਹਨੇ ਕੁਛ ਪੁੱਛਣਾ ਪੁੱਛੋ ਜੀ। ਕਰ ਲਓ ਅਨਮਿਊਟ ਜਿਹਨੇ ਕਰਨਾ ਹੈਗਾ। ਨਹੀਂ ਕੁਐਸਚਨ ਦੀ ਕੋਈ ਮਨਾਹੀ ਨਹੀਂ ਹੈਗੀ। ਜਗਤੇਸ਼ ਜੀ ਬੋਲੋ। नहीं सर सारा समझ आ गया थैंक यू सर। ਕੋਈ ਨਾ ਗੋਲਡੀ ਜੀ ਪੁੱਛਣਾ ਕੁਝ ਪੁੱਛੋ। ਨਹੀਂ ਸਰ ਠੀਕ ਹੈ ਜੀ ਓਕੇ ਸਰ। ਓਕੇ ਜੀ। ਹਾਂਜੀ ਹਾਂਜੀ ਓਕੇ ਸਰ। ਇਹਦੇ ਕੁਐਸਚਨਸ ਕਰ ਲਿਓ ਅੱਜ। ਠੀਕ ਹੈ ठीक है ਚਲੋ ਠੀਕ ਲੱਗ ਰਿਹਾ ਯਾਰ ਕਲਾਸ ਲਗਾਉਣ ਨਾਲ ਫਰਕ ਪੈ ਰਿਹਾ ਹੈਗਾ ਦੱਸੋ? ਹਾਂਜੀ ਸਰ। सर काफी ਆਨਲਾਈਨ ਹੈਗੀ ਆ ਕਾਮਯਾਬ ਕਲਾਸ ਕਿ ਨਹੀਂ? ਮੈਂ ਕਦੇ ਇਹ ਚੀਜ਼ ਦੇ ਹੱਕ 'ਚ ਘੱਟ ਹੁੰਦਾ ਸੀਗਾ ਵੀ ਪਤਾ ਨਹੀਂ ਲੱਗੂ ਪਤਾ ਨਹੀਂ ਰਿਜ਼ਲਟ ਇਹਦੇ ਆਉਣਗੇ ਕਿ ਨਹੀਂ ਹੋਣੇ ਤੁਸੀਂ ਦੱਸਣਾ। ਤੁਸੀਂ ਦੱਸਣਾ ਵੀ ਇਹਦੇ ਰਿਜ਼ਲਟ ਆ ਰਹੇ ਆ ਕਿ ਨਹੀਂ ਆ ਰਹੇ ਹੈਗੇ ਹਨਾ ਵੀ ਤੁਹਾਨੂੰ ਫਰਕ ਪੈ ਰਿਹਾ ਕਿ ਨਹੀਂ। ਜੇ ਫਰਕ ਬਹੁਤ ਫਰਕ ਹੈ ਜੀ ਪਊਗਾ ਰਾਜੇ ਹਾਂ ਜੇ ਫਰਕ ਪਊਗਾ ਤੁਹਾਨੂੰ ਕੋਈ ਫਾਇਦਾ ਹੋਊਗਾ ਆਪਾਂ ਤਾਂ ਇਹਨੂੰ ਕੰਟੀਨਿਊ ਕਰਾਂਗੇ ਤਾਂ ਕਿਸੇ ਤੋਂ ਕੁਛ ਆਪਾਂ ਪੈਸੇ ਲਵਾਂਗੇ ਨਹੀਂ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਬੱਚੇ। ਠੀਕ ਹੈ ਨੀ? ठीक है सर। ਠੀਕ ਹੈ ਠੀਕ ਹੈ ਰਾਜੀ ਗੁੱਡ ਯਾਰ ਏਦਾਂ ਹੀ ਪੜ੍ਹਦੇ ਰਹੋ ਬੱਚਿਓ।
ਹੈ ਜੀ।